ਸ੍ਰੀ ਵਾਹਿਗੁਰੂ ਜੀ। ਪੰਚ ਪਰਵਾਣ ਪੰਚ ਪ੍ਰਧਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗ੍ਰੀਨ ਨਿਵਾਸ ਸਤਿਗੁਰੂ ਦੀ ਮਹਾਨ ਕਿਰਪਾ ਜੋ ਲੜੀਵਾਰ ਕਥਾ ਚੱਲ ਰਹੀ ਹੈ ਤੇ ਅੱਜ 16ਵੀਂ ਪੌੜੀ ਆਰੰਭ ਹੋ ਰਹੀ ਹੈ ਤੇ ਪਿਛੇ ਸਿੱਧਾਂ ਦੇ ਪ੍ਰਸ਼ਨ ਜਿਹੜੇ ਸਨ ਉਹਨਾਂ ਦੇ ਅਨੁਸਾਰ ਸਰਵਣ ਦੀਆਂ 4 ਪੌੜੀਆਂ, ਮੰਨਣ ਦੀਆਂ 4 ਪੌੜੀਆਂ, ਸਰਵਣ, ਮੰਨਣ ਤੇ ਨਿਧਿਆਸਨ। ਹੁਣ ਨਿਧਿਆਸਨ ਦੀ ਪੌੜੀ ਸ਼ੁਰੂ ਹੋਈ ਹੈ। ਸਿੱਧਾਂ ਦਾ ਪ੍ਰਸ਼ਨ ਹੈ ਕਿ ਜਿਵੇਂ ਆਪ ਜੀ ਨੇ ਸਰਵਣ ਮੰਨਣ ਦੀ ਇਹ ਵਿਚਾਰ ਸਾਨੂੰ ਦੱਸੀ ਹੈ, ਆਪ ਨਿਧਿਆਸਨ ਦਾ ਜਿਹੜਾ ਸਾਧਨ ਹੈ ਉਹਦਾ ਵਿਸ਼ਾ ਦੱਸੋ। ਨਿਧਿਆਸਨ ਦਾ ਵਿਸ਼ਾ ਕੀ ਹੈ ਔਰ ਨਿਧਿਆਸਨ ਦਾ ਸਰੂਪ ਕੀ ਹੈ, ਨਿਰਧਿਆਸਨ ਦਾ ਫਲ ਕੀ ਹੈ। ਤੇ ਨਿਰਧਿਆਸਨ ਦੀ ਇਹ ਵਿਆਖਿਆ ਆਪ ਜੀ ਕਰੋ। ਤੇ ਇੱਕ ਨਾਲ ਇਹਦੇ ਇੱਕ ਹੋਰ ਪ੍ਰਸ਼ਨ ਕੀਤਾ ਕਿ ਜਿਹੜੇ ਬੰਦਗੀ ਵਾਲੇ ਮਹਾਂਪੁਰਸ਼ ਨੇ ਉਹਨਾਂ ਦੀ ਵਿਵਸਥਾ ਵੀ ਕਥਨ ਕਰੋ, ਉਹਨਾਂ ਦੀ ਕਿਸ ਪ੍ਰਕਾਰ ਦੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਉੱਤਰ ਵਿੱਚ ਇਹ ਪੌੜੀ ਉਚਾਰਨ ਕਰਦੇ ਹਨ। ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਪੰਚ ਪਰਵਾਣ ਪੰਚ ਪ੍ਰਧਾਨ। ਮਹਾਰਾਜ ਸਾਹਿਬ ਕਹਿੰਦੇ ਨੇ ਕਿ ਸਿੱਧੋ ਪਹਿਲਾਂ ਮਹਾਂਪੁਰਸ਼ਾਂ ਦੇ ਬਾਰੇ ਆਪ ਜੀ ਨੂੰ ਦੱਸਦੇ ਹਾਂ। ਪੰਜ ਸ੍ਰੇਸ਼ਟ ਦਾ ਨਾਮ ਹੁੰਦਾ ਹੈ। ਜਿਹੜੇ ਪੰਜ ਸ੍ਰੇਸ਼ਟ ਸੰਤ ਭਗਤ ਗੁਰਮੁਖ ਨੇ ਉਹ ਇਸ ਲੋਕ ਦੇ ਵਿੱਚ ਵੀ ਪ੍ਰਵਾਨ ਕੀਏ ਪ੍ਰਵਾਨਿਕ ਮੰਨੇ ਜਾਂਦੇ ਨੇ। ਉਹ ਪੰਜ ਸ੍ਰੇਸ਼ਟ ਸੰਤ ਜਨ ਪਰਲੋਕ ਦੇ ਅੰਦਰ ਪ੍ਰਧਾਨ ਕੀਏ ਮੁਖੀ ਮੰਨੇ ਜਾਂਦੇ ਆ, ਕਿਉਂਕਿ ਉਹਨਾਂ ਨੇ ਬੰਦਗੀ ਕੀਤੀ ਹੈ। ਇਸ ਕਰਕੇ ਪਹਿਲਾਂ ਨਿਧਿਆਸਨੀ ਗੱਲ ਕਰਨ ਤੋਂ ਮਾਰੇ ਪਹਿਲਾਂ ਸਤਿਪੁਰਸ਼ਾਂ ਦੇ ਹੀ ਦੱਸਦੇ ਹਨ। ਪੰਚੈ ਪਾਵਹਿ ਦਰਗਹਿ ਮਾਨ। ਉਹ ਪੰਜੇ ਸ੍ਰੇਸ਼ਟ ਗੁਰਮੁਖ ਜਨ ਸੰਤ ਜਨ ਧਰਮਰਾਜ ਦੀ ਦਰਗਾਹ ਕਹੀਏ ਸਭਾ ਦੇ ਵਿੱਚ ਵੀ ਮਾਨ ਆਦਰ ਪਾਉਂਦੇ ਹਨ। ਤੇ ਉਹ ਜਿਹੜੇ ਦਰਗਾਹ ਤੋਂ ਭਾਵ ਜਿਹੜਾ ਧਰਮਰਾਜ ਦੀ ਕਚਹਿਰੀ ਲਾਓ, ਸੱਚਖੰਡ ਲਾਓ। ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪਨੀਤ। ਮਹਾਰਾਜ ਨੇ ਕਿਹਾ ਵੀ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪਨੀਤ। ਉਹਨਾਂ ਨੂੰ ਰੇਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦੇਵ। ਗੁਰਮੁਖ ਨਾਮਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਪਾਵੈ ਦਰਗਹਿ ਮਾਨ। ਇਸ ਕਰਕੇ ਪੰਚੇ ਪਾਵੈ ਦਰਗਹਿ ਮਾਨ ਜਿਹੜੇ ਇਹ ਵਿਚਾਰ ਸੀ ਤੇ ਇਹਦੇ ਵਿੱਚ ਰਾਜੇ ਜਨਕ ਦੇ ਪ੍ਰਮਾਣ ਹੁੰਦੇ ਆ। ਸਵਰਗ ਲੋਕ ਦੇ ਵਿੱਚ ਮਾਨ ਇੱਜ਼ਤ ਕਿਵੇਂ ਮਿਲਦੀ ਉਹਨਾਂ ਨੂੰ, ਸੁਰਖਰੂ ਹੋ ਕੇ ਕਿਵੇਂ ਜਾਂਦੇ ਨੇ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਦੇ ਮੂੰਹ ਡਿੱਠੇ ਸਭ ਪਾਪੀ ਤਰੀ ਹੈ, ਪਾਪੀ ਤਰ ਜਾਂਦੇ ਆ। ਸ੍ਰੇਸ਼ਟ ਸੰਤ ਭਗਤ ਜਨ ਇਸ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਮਾਣ ਪ੍ਰਾਪਤ ਕਰਦੇ ਨੇ। ਧਰਮਰਾਜ ਉਹਨਾਂ ਨੂੰ ਦਰਗਾਹ ਦੇ ਅੰਦਰ ਗਿਆ ਜਾਣ ਕੇ ਸਨਮਾਨ ਕਰਦਾ ਹੈ। ਤੇ ਜਿਸ ਤਰ੍ਹਾਂ ਪੁਰਾਣਾਂ ਦੇ ਅੰਦਰ, ਗ੍ਰੰਥਾਂ ਦੇ ਅੰਦਰ ਮਹਾਰਾਜੇ ਜਨਕ ਦੀ ਵਿਚਾਰ ਆਉਂਦੀ ਹੈ ਕਿ ਮਹਾਰਾਜਾ ਜਨਕ ਨੂੰ ਉਹਦੀ ਅਵਸਥਾ ਦੇ ਆਧਾਰ 'ਤੇ ਗੰਧਰਵ ਲੋਕ ਦੇ ਸਭਾ ਦੇ ਵਿੱਚ ਮੁੱਖ ਮਹਿਮਾਨ ਦੀ ਤਰ੍ਹਾਂ ਸਨਮਾਨ ਦੇਣ ਵਾਸਤੇ ਸੱਦਿਆ। ਜਦੋਂ ਉਹਨੂੰ ਲੈਣ ਵਾਸਤੇ ਬੜੇ ਸਤਿਕਾਰ ਨਾਲ ਆਏ ਰਾਮਗਣ, ਤੇ ਉਹ ਲੈ ਕੇ ਜਿਸ ਵੇਲੇ ਜਾ ਰਹੇ ਹੈ ਤੇ ਜਾਂਦੇ ਜਾਂਦੇ ਉਹਨੂੰ ਪੁੱਛਿਆ ਵੀ ਆਹ ਰਸਤਾ, ਕਹਿੰਦੇ ਜੀ ਤਾਂ ਨਰਕਾਂ ਨੂੰ ਜਾਂਦਾ ਹੈ। ਕਹਿੰਦੇ ਚਲੋ ਅੱਜ ਇਹ ਵੀ ਦੇਖ ਆਈਏ ਵੀ ਕਿਸ ਤਰ੍ਹਾਂ ਹੈ। ਉੱਥੇ ਗਏ। 18 ਨਰਕਾਂ ਦੇ ਅੰਦਰ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਹਾ ਕੁਰਲਾਕ ਸੁਣ ਕੇ ਰਾਜੇ ਦਾ ਮਨ ਦਰਬ ਗਿਆ। ਅੱਗੇ ਹੋਇਆ ਤੇ ਉਹ ਜੀਵਾਂ ਨੂੰ ਸ਼ਾਂਤੀ ਮਿਲ ਗਈ, ਨਰਕ ਠੰਡੇ ਹੋ ਗਏ। ਤੇ ਉਹਨਾਂ ਨੇ ਪੁਕਾਰਾਂ ਕੀਤੀਆਂ, ਮਹਾਰਾਜ ਅਸੀਂ ਪਾਪ ਕਰਕੇ ਇੱਥੇ ਪਹੁੰਚੇ ਹਾਂ, ਹੁਣ ਤਾਂ ਸੁੱਖ ਦਾ ਅਪਾਸ਼ ਵੀ ਨਹੀਂ ਸੀ ਰਿਹਾ, ਤੁਹਾਡੇ ਆਉਣ ਦੇ ਨਾਲ ਹੁਣ ਸੁੱਖ ਮਿਲਿਆ ਹੈ, ਹੁਣ ਸਾਨੂੰ ਛੱਡ ਕੇ ਨਾ ਜਾਇਓ ਜਾਂ ਸਾਡੇ ਕੋਲੇ ਰਹੋ। ਮਹਾਰਾਜਾ ਜਨਕ ਨੂੰ ਨਿਮਰਤਾ ਵਾਲਾ ਸੁਭਾਅ ਸੀ। ਉਹਨੂੰ ਧਰਮਰਾਜ ਦੇ ਦੂਤਾਂ ਨੂੰ ਕਹਿਣ ਲੱਗੇ, ਗਣਾਂ ਨੂੰ, ਵੀ ਤੁਸੀਂ ਜਾਓ, ਮੇਰਾ ਭਗਵਾਨ ਇੱਥੇ ਲੈ ਦੇ, ਚਲੇ ਜਾਓ, ਮੈਂ ਤਾਂ ਇੱਥੇ ਰਹੂੰ।
ਹੁਣ ਜਾ ਕੇ ਧਰਮਰਾਜ ਨੂੰ ਦੱਸਿਆ ਜੀ, ਉਹ ਤਾਂ ਰਸਤੇ ਵਿੱਚ ਧਰਮਰਾਜ ਨੱਠਿਆ ਆਇਆ ਨੰਗੇ ਪੈਰੀਂ, ਕਹਿਣਾ ਮਹਾਰਾਜ ਕੀ ਕਰਦੇ ਹੋਏ ਤੁਸੀਂ, ਤੁਹਾਡਾ ਤਾਂ ਇਹ ਮਾਰਗ ਹੀ ਨਹੀਂ ਸੀ, ਤੁਹਾਡਾ ਟਿਕਾਣਾ ਨਹੀਂ ਸੀ, ਤੁਸੀਂ ਉੱਥੇ ਚਲੋ ਗੰਧਰਪੁਰੀ ਜਾਣੇ। ਕਹਿੰਦੇ ਨਹੀਂ ਰਾਜਨ, ਧਰਮਰਾਜ ਇਹ ਜੀਵ, ਇਹਨਾਂ ਦੀਆਂ ਪੁਕਾਰਾਂ ਸੁਣ ਕੇ ਮੈਂ ਸਾਰੀ ਜ਼ਿੰਦਗੀ ਮਾਤਲੋਕ ਦੇ ਵੀ ਜਿੱਥੇ ਨਿਆਂ ਕੀਤਾ ਹੈ, ਜਿਹੜਾ ਪੁਕਾਰ ਕਰਨ ਵਾਸਤੇ ਆਇਆ ਮੈਂ ਸੁਣਿਆ, ਹੁਣ ਇਹਨਾਂ ਦੀ ਪੁਕਾਰ ਸੁਣ ਕੇ ਮੈਂ ਜਾ ਨਹੀਂ ਸਕਦਾ, ਇਹਨਾਂ ਨੂੰ ਛੱਡ ਦੇ ਤਾਂ ਜਾਊਂ। ਕਹਿੰਦਾ ਜੀ ਮੈਂ ਛੱਡ ਨਹੀਂ ਸਕਦਾ, ਠਾਕਰ ਅਵਿਨਾਸੀ ਦਾ ਮੈਂ ਤਾਂ ਸੇਵਾਦਾਰ ਹਾਂ, ਮੈਂ ਕੋਈ ਮਾਲਕ ਥੋੜ੍ਹੀ ਹਾਂ। ਇਹਨਾਂ ਨੇ ਮਹਾਰਾਜ ਪਾਪ ਕੀਤੇ ਨੇ, ਉਹਦਾ ਫਲ ਭੋਗਣ ਵਾਸਤੇ ਨਰਕਾਂ 'ਚ ਆਏ ਨੇ, ਤੁਸੀਂ ਐਸਾ ਕਿਉਂ ਕਰਦੇ? ਕਹਿੰਦੇ ਵੀ ਕੋਈ ਉਪਾਅ ਸੋਚ ਲੈ। ਕਹਿੰਦਾ ਜੀ ਇੱਕ ਉਪਾਅ ਹੈ, ਇਹਨਾਂ ਦੇ ਪਾਪਾਂ ਨੂੰ ਕੱਟਣ ਵਾਸਤੇ ਕੋਈ ਸ਼ਕਤੀ ਪੁੰਨਾਂ ਦੀ ਇਹਦੇ ਬਰਾਬਰ ਹੋਵੇ। ਤੇ ਪੁਰਾਣੇ ਸਮੇਂ ਦੇ ਅੰਦਰ ਜਿਨ੍ਹਾਂ ਨੂੰ ਜੇਲ੍ਹ ਹੋ ਜਾਂਦੀ ਸੀ, ਫਾਰਮਾਂ 'ਚ ਕੰਮ ਕਰਾਉਣ ਵਾਸਤੇ ਜ਼ਮਾਨਤ ਦੇ ਕੇ ਲੈ ਆਉਂਦੇ ਸੀ। ਜੇਲ੍ਹ ਦੇ ਵਿੱਚ ਜਿਹੜੇ ਕਹਿੰਦੇ ਵੀ ਅਸੀਂ ਬਾਹਰ ਤਾਂ ਖੁੱਲ੍ਹੇ ਫਿਰਾਂਗੇ, ਅਸੀਂ ਤੇਰੀ ਨੌਕਰੀ ਉਹ ਕਰ ਲਾਂਗੇ, ਸਾਨੂੰ ਛੁਡਾ ਲੈ, ਇਹ ਪ੍ਰਮਾਣ ਹੈ। ਉਹ ਮਹਾਰਾਜ ਦਾ ਜਨ ਕਹਿਣ ਲੱਗਾ ਚਲੋ ਠੀਕ ਹੈ, ਫਿਰ ਤੂੰ ਆਪਣੀ ਤਕੜੀ ਤੋਲ ਮਾਪ ਆਪਣੇ ਤਰੀਕੇ ਨਾਲ ਇਹਨਾਂ ਦੇ ਪਾਪ ਪਾ ਲੈ ਇੱਕ ਪਾਸੇ ਪਲੜੇ 'ਚ, ਦੂਜੇ ਪਾਸੇ ਮੈਂ ਪੁੰਨ ਪਾਉਣਾ। ਉਹਨੇ ਕਿਹਾ ਹੇ ਪਰਮੇਸ਼ਰ, ਮੈਂ ਸਾਰੀ ਜ਼ਿੰਦਗੀ ਸਤ ਸੰਗਤ ਕਰਦਾ ਰਿਹਾ, ਮੁਨੀਆਂ ਦੀ ਨਾਮ ਸਿਮਰਨ ਕੀਤਾ ਹੈ, ਮੇਰੀ ਇੱਕ ਘੜੀ ਦੇ ਸਿਮਰਨ ਦਾ ਫਲ ਮੈਂ ਇਸ ਪਲੜੇ 'ਚ ਪਾਉਣ ਲੱਗਿਆ। ਪਲੜਾ ਪਾਇਆ ਤਾਂ ਉਹ ਪਲੜਾ ਇੰਨਾ ਨੀਵਾਂ ਹੋ ਗਿਆ ਤੇ ਪਾਪਾਂ ਵਾਲਾ ਪਲੜਾ ਉੱਤੇ ਹੋ ਗਿਆ। ਨਰਕ ਦੇ ਵਿੱਚੋਂ ਜੀਵ ਸਾਰੇ ਛੁਡਾ ਲਏ। ਰਾਜੇ ਜਨਕ ਨੂੰ ਇਸ ਕਰਕੇ ਕਿਹਾ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਭਾਈ ਸਾਹਿਬ ਨੇ ਲਿਖਿਆ, ਪਰ ਇੱਕ ਜਗ੍ਹਾ ਲਿਖਿਆ ਹੈ ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਕਾਰਣੇ ਪਾਪੀ ਤਰੇ ਅਨੇਕ। ਐਸਾ ਸਿਮਰਨ ਜਾਣ ਕੇ ਸੰਤਾਂ ਪਗੜੀ ਟੇਕ, ਜਗ ਵਿੱਚ ਸਿਮਰਨ ਸਾਰ ਹੈ, ਬਿਸਰੇ ਘੜੀ ਨਾ ਏਕ। ਇੱਕ ਘੜੀ ਦਾ ਸਿਮਰਨ। ਤੇ ਭਾਈ ਸਾਹਿਬ ਲਿਖਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਪਰ ਗਿਆ ਪੁਕਾਰ ਸਿੰਘ ਬਿਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਓ ਸਭਨਾਂ ਦੀ ਕਰਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕਰ ਅਵਿਨਾਸੀ, ਗਹਿਣੇ ਧਰਿਆ ਨੇ ਇੱਕ ਨੌ। ਭਾਈ ਗੁਰਦਾਸ ਦੀ ਰਚਨਾ ਹੈ। ਗਹਿਣੇ ਧਰਿਆ ਨੇ ਇੱਕ ਨੌ, ਪਾਪਾਂ ਨਾਲ ਕਰੇ ਨਿਰਜਾਸੀ, ਪਾਸੰਗ ਪਾਪ ਨਾ ਪੁਜਨੀ ਗੁਰਮੁਖ ਨੌ, ਅਤੁਲ ਨਾ ਤੁਲਾਸੀ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲਹੋਂ ਸਿਲਕ ਜਮ ਫਾਸੀ, ਮੁਗਤ ਜੁਗਤ ਨਾਵੈ ਕੀ ਦਾਸੀ। ਇਸ ਕਰਕੇ ਉਹ ਜਿਹੜੇ ਪੰਜ ਜਨ, ਪੰਚੇ ਸੋਹ ਦਰ ਰਾਜਾਨ, ਪੰਚੇ ਸੋਹੇ ਦਰ ਰਾਜਾਨ, ਉਹ ਧਰਮਰਾਜ ਜਿਹੜਾ ਰਾਜਿਆਂ ਮਹਾਰਾਜਿਆਂ ਨੂੰ ਵੀ ਡੰਨ ਦਿੰਦਾ, ਮਾਤ ਲੋਕ ਦੇ ਰਾਜਾਂ ਦਾ ਰਾਜਾ ਹੋਇਆ ਬੈਠਾ ਹੈ। ਤੇ ਉਹਦੀ ਸਭਾ ਦੇ ਵਿੱਚ ਪੰਜ ਜਨ ਸੰਤ ਜਨ ਸੁਭਾਏਮਾਨ ਹੁੰਦੇ ਨੇ, ਸੋਹੇ ਦਰ ਰਾਜਾਨ। ਅਥਵਾ ਇੱਥੇ ਮਾਤ ਲੋਕ ਦੇ ਵਿੱਚ ਦੇਖਦੇ ਹਾਂ ਸੰਤ ਜਨ ਰਾਜਿਆਂ ਦੀ ਸਭਾ ਵਿੱਚ ਕਿਵੇਂ ਸੁਭਾਏਮਾਨ ਹੁੰਦੇ। ਸੰਤਾਂ ਭਗਤਾਂ ਦਾ ਰਾਜਿਆਂ ਦੇ ਦਰਬਾਰ ਵਿੱਚ, ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਦੇ ਲਾਓ, ਤੇ ਮਸਤੂਆਂ ਵਾਲੇ ਮਹਾਂਪੁਰਸ਼ ਮਹਾਰਾਜਾ ਜੀਂਦ, ਮਹਾਰਾਜਾ ਸੰਗਰੂਰ, ਮਹਾਰਾਜਾ ਕੈਂਥਲ ਤੇ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਕਿਹੜਾ ਰਾਜਾ ਸਿੱਖ ਰਿਆਸਤਾਂ ਦਾ, ਮਹਾਰਾਜਾ ਫਰੀਦਕੋਟ, ਇਹ ਸਾਰਿਆਂ ਦੇ ਦਰਬਾਰ 'ਚ ਸੰਤ ਮਹਾਂਪੁਰਸ਼ਾਂ ਨੂੰ ਇੱਕ ਉੱਚਾ ਸਥਾਨ ਮਿਲਦਾ ਸੀ। ਜਰ ਪੰਚਮ ਦੇ ਵੇਲੇ ਸਭ ਤੋਂ ਵੱਡਾ ਸਨਮਾਨ ਮਹਾਂਪੁਰਖਾਂ ਨੂੰ ਮਿਲਿਆ। ਇਸ ਕਰਕੇ ਪੰਚੇ ਸੋਹੇ ਦਰ ਰਾਜਾਨ। ਤੇ ਰਾਜਿਆਂ ਦੇ ਦਰਬਾਰਾਂ ਦੇ ਅੰਦਰ ਵੀ ਉਹ ਪੰਜ ਜਨ ਜਾਂ ਪੰਜੇ ਸ੍ਰੇਸ਼ਟ ਜਨ, ਰਾਜਨ ਰਾਜਿਆਂ ਦਾ ਵੀ ਰਾਜੇ ਵਿਸ਼ਨੂੰ ਭਗਵਾਨ ਜੀ ਨੂੰ ਮੰਨਿਆ, ਉਹਦੀ ਵੈਕੁੰਠ ਵਿੱਚ ਸੋਭਨੀਕ ਹੁੰਦੇ ਨੇ। ਵਿਸ਼ਨੂੰ ਦੇ ਦਰ ਵੈਕੁੰਠ ਧਾਮ ਦੇ ਵਿੱਚ ਰਾਜਿਆਂ ਵਾਂਗੂ ਸ਼ੋਭਾ ਪਾਉਂਦੇ ਨੇ। ਕਾਰਨ ਕੀ ਹੈ? ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨਾ, ਸਿਰ ਛਤ ਸੱਚਾ ਹਰ ਬਣਾਏ। ਇਹ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਸਿਰ ਦੇ ਉੱਤੇ ਛਤਰ ਬਣਾਇਆ ਹੈ। ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਪੰਚਾਂ ਸ੍ਰੇਸ਼ਟ ਸੰਤ ਜਨਾਂ ਦਾ ਹਰ ਵੇਲੇ ਏਕ ਕੀ ਹੈ, ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਧਿਆਨ ਜੁੜਿਆ ਰਹਿੰਦਾ। ਵਾਹਿਗੁਰੂ ਦੇ ਚਰਨਾਂ ਕਮਲੇ ਜੁੜੇ ਰਹਿੰਦੇ ਨੇ। ਇੱਕ ਅਦਵੈਤ ਸਰੂਪ ਗੁਰਨਾਮ ਚੇਤਨ ਦਾ ਹੈ, ਉਹ ਚੇਤਨ ਬ੍ਰਹਮ ਦਾ ਹੀ ਧਿਆਨ ਕਰਦੇ ਨੇ। ਜੇਤਾ ਪੇਖਣ ਤੇਤਾ ਧਿਆਨ।
ਤੇ ਇੱਥੇ ਆ ਕੇ ਫਿਰ ਮਹਾਰਾਜ ਨੇ ਸੰਤਾਂ ਦੀ ਗੱਲ ਕਰਦਿਆਂ ਤੇ ਉਹਨਾਂ ਨੂੰ ਕਹਿ ਦਿੱਤਾ ਵੀ ਸਿੱਧੋ ਇਹ ਨਿਧਿਆਸਨ ਦਾ ਵਿਸ਼ਾ ਕਥਨ ਕਰਦਾ ਸੀ। ਜਿਨ੍ਹਾਂ ਨੇ ਮੰਨਣ ਕੀਤਾ ਹੈ, ਪਹਿਲਾਂ ਸਰਵਣ ਕੀਤਾ ਸੀ, ਫਿਰ ਮੰਨਣ ਕੀਤਾ, ਇਹ ਫਿਰ ਨਿਧਿਆਸਨ ਦਾ ਵਿਸ਼ਾ ਹੈ ਜਿਹੜਾ ਤੁਹਾਨੂੰ ਕਥਨ ਕਰਕੇ ਦੱਸਿਆ ਹੈ। ਫਿਰ ਸਿੱਧਾ ਨੇ ਕਿਹਾ ਕਿ ਆਪ ਨਿਧਿਆਸਨ ਦੇ ਸਰੂਪ ਬਾਰੇ ਵੀ ਕਥਨ ਕਰੋ। ਫਿਰ ਇਹ ਤਾਂ ਨਿਧਿਆਸਨ ਦਾ ਵਿਸ਼ਾ ਕਥਨ ਕੀਤਾ ਹੈ। ਮਹਾਰਾਜ ਫਿਰ ਇਹਨਾਂ ਤੁਕਾਂ ਦਾ ਕਈ ਅਰਥ ਹੋਣਗੇ, ਦੁਬਾਰੇ ਫਿਰ ਇਹੀ ਤੁਕ ਬੋਲੋ ਜੀ ਉੱਪਰੋਂ। ਪੰਜ ਪ੍ਰਵਾਣ ਪੰਜ ਪਰਵਾਣ ਪੰਜ ਪ੍ਰਧਾਨ। ਇਹ ਧਿਆਨ ਰੱਖਣਾ ਹੈ। ਤੇ ਅੱਜ ਦੀ ਕਥਾ ਤਪੱਸਿਆ ਤੋਂ ਕੰਮ ਨਹੀਂ ਹੈ। ਮੂਲ ਮੰਤਰ ਦੇ ਵਿੱਚ ਆਪਣੀ ਸਾਰਿਆਂ ਦੀ ਸੁਰਤ ਨੂੰ ਬੜੀ ਕਠਿਨਾਈ ਆਈ ਹੋਊਗੀ, ਕਿਉਂਕਿ ਪਦ ਪਦਾਰਥ ਹੈ ਇਸੇ। ਔਰ ਨਾਲ ਇਹ ਹੈ ਵੀ ਜਿਨ੍ਹਾਂ ਨੇ ਵਿਚਾਰ ਸਾਗਰ ਪੜ੍ਹਿਆ ਹੈ, ਮੋਕਸ਼ ਪੰਥ ਪੜ੍ਹਿਆ ਹੈ, ਪੰਜਵੀਂ ਰੁੱਤ ਧਿਆਨ ਨਾਲ ਪੜ੍ਹੀ ਹੈ, ਉਹਨਾਂ ਵਾਸਤੇ ਖੁਸ਼ੀ ਦੇ ਖੇੜੇ ਦੀ ਗੱਲ ਬਣ ਜਾਂਦੀ ਹੈ ਇਹੀ ਕਥਾ। ਇਹ ਬੜੀ ਆਨੰਦਦਾਇਕ ਹੈ। ਤੋ ਇਸ ਕਰਕੇ ਸਬਰ ਧਾਰ ਕੇ ਸੁਣਨਾ ਹੈ। ਕਥਾ ਦਾ ਮਹਾਤਮ ਤਾਂ ਰਹੇਗਾ ਕੋਲ, ਜਿੰਨੀ ਸਮਝ ਆਉਂਦੀ ਆ ਉਨੀ ਜ਼ਿੰਦਗੀ। ਜਿੱਦਣ ਵਿਚਾਰ ਸਾਗਰ ਪੜ੍ਹ ਲਓਗੇ, ਮੋਕਸ਼ ਪੰਥ ਪੜ੍ਹ ਲਓਗੇ, ਪੰਜਵੀਂ ਰੁੱਤ ਪੜ੍ਹ ਲਓਗੇ, ਫਿਰ ਬਰੀਕ ਤੋਂ ਬਰੀਕ ਜਿਹੜੇ ਵਿਧਾਨ ਦੀਆਂ ਗੱਲਾਂ ਅੱਜ ਆਉਣੀਆਂ ਹਨ ਉਹ ਵੀ ਥੋੜ੍ਹੇ ਸਮਝ ਆਉਣਗੀਆਂ। ਤੋ ਇਸ ਕਰਕੇ ਸਕੂਲ ਵਿੱਚ ਜਾ ਕੇ ਕਦੇ ਬੱਚੇ ਨੂੰ ਉਦਾਸ ਨਹੀਂ ਹੋਣਾ ਚਾਹੀਦਾ ਵੀ ਜੋ ਇਸ ਵੇਲੇ ਅਧਿਆਪਕ ਕਹਿ ਰਿਹਾ ਇਹ ਸਵਾਲ ਮੇਰੇ ਸਮਝ ਨਹੀਂ ਆ ਰਿਹਾ, ਮੈਂ ਕੀ ਕਰੂੰਗਾ। ਬਦਲ ਨਹੀਂ ਹੋਣਾ ਚਾਹੀਦਾ। ਜਮਾਤਾਂ ਨਾ ਪਹਿਲੀ ਦੂਜੀ ਤੀਜੀ ਕਲਾਸ ਹੌਲੀ ਹੌਲੀ ਇਹ ਤਰ੍ਹਾਂ ਪਦ ਪੜ੍ਹ ਰਹੀ ਆ, ਚੜ੍ਹਿਆ ਹੋਇਆ ਕੀ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਹੁਣ ਨਿਧਿਆਸਨ ਦਾ ਜਿਹੜਾ ਉਹਨਾਂ ਨੇ ਕਿਹਾ ਵੀ ਤੁਸੀਂ ਵਿਸ਼ਾ ਦਾ ਕਥਨ ਕਰ ਦਿੱਤਾ, ਸਰੂਪ ਕਥਨ ਕਰੋ। ਤਾਂ ਹੁਣ ਦੂਜੇ ਅਰਥ ਕਹਿੰਦੇ ਪੰਜ ਪ੍ਰਵਾਣ ਪੰਜ ਪ੍ਰਧਾਨ। ਇੱਥੋਂ ਹੁਣ ਅਰਥ ਗਹਿਰੇ ਉਤਰਨਗੇ। ਹੇ ਸਿੱਧੋ, ਸੰਤ ਭਗਤ ਜਨ ਜਿਹੜੇ ਨੇ ਉਹ ਪੰਜਾਂ ਗੁਣਾਂ ਦੇ ਸਤ, ਸੰਤੋਖ, ਦਇਆ, ਧਰਮ, ਵਿਚਾਰ ਨੂੰ ਧਾਰ ਕੇ ਇਸ ਲੋਕ ਦੇ ਵਿੱਚ ਪ੍ਰਮਾਣਿਕ ਐਵੇਂ ਨਹੀਂ ਹੋ ਗਏ। ਉਹਨਾਂ ਦੇ ਕੋਲ ਗੁਣ ਸਤ, ਸੰਤੋਖ ਆਦਿ। ਤੇ ਇਹ ਫਿਰ ਉਹਨਾਂ ਨੇ ਸਜਾਤੀ ਬਿਰਤੀ ਦਾ ਜਿਹੜਾ ਪ੍ਰਵਾਹ ਕਿਹਾ, ਇਹ ਜਿਹੜਾ ਉੱਪਰ ਸਤ, ਸੰਤੋਖ, ਦਇਆ, ਧਰਮ, ਜਿਹੜੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਤਿਆਗ ਕਰਕੇ ਪਤਾਲ ਲੋਕ ਦੇ ਵਿੱਚ ਪ੍ਰਧਾਨ ਕੀ ਮੁਖੀ ਹੋ ਗਏ। ਇਹ ਵਿਜਾਤੀ ਬਿਰਤੀ ਦਾ ਤਿਰਸਕਾਰ ਕਿਹਾ। ਸਜਾਤੀ ਬਿਰਤੀ ਦਾ ਗ੍ਰਹਿਣ, ਵਿਜਾਤੀ ਬਿਰਤੀ ਦਾ ਤਿਆਗ, ਇਹ ਵਿਦਾਨ ਦੇ ਵਿੱਚ ਬੜੀ ਇੱਕ ਮੰਨੀ ਪ੍ਰਮੰਨੀ ਵਿਚਾਰ ਸਾਗਰ ਵਿੱਚ ਗੱਲ ਹੈ। ਤੇ ਜਿਸ ਦੇ ਮਾਇਆ ਦਾ ਤਿਆਗ ਇਹਦੇ 'ਚ ਕਥਨ ਕੀਤਾ ਹੈ। ਪੰਚੇ ਪਾਵਹਿ ਦਰਗਹਿ ਮਾਨ। ਉਹ ਸੰਤ ਭਗਤ ਪੰਚੇ ਕਿਹੜੇ ਨੇ? ਕਿਉਂਕਿ ਪੰਜ ਦੀ ਗਿਣਤੀ ਇਹਦੇ ਜ਼ਿਆਦਾ, ਜਿਹੜੇ ਕਰਕੇ ਸੁਰਤ ਨੂੰ ਉਲਝਾਉਂਦੀ ਹੈ ਜ਼ਿਆਦਾ। ਸ਼ਬਦ, ਸਪਰਸ, ਰੂਪ, ਰਸ, ਗੰਧ, ਇਹ ਵੀ ਪੰਜ ਨੇ। ਇਹਨਾਂ ਪੰਜਾਂ ਵਿਸ਼ਿਆਂ ਦਾ ਜਿਹੜਾ ਤਿਆਗ ਉਹਨਾਂ ਦੀ ਬਿਰਤੀ ਵਿੱਚ ਆ ਗਿਆ, ਉਹ ਪ੍ਰਭੂ ਦੀ ਸੱਚੀ ਦਰਗਾਹ ਕੀ ਇਹ ਸਭਾ ਦੇ ਵਿੱਚ ਮਾਨ, ਆਦਰ, ਸਨਮਾਨ ਪਾਵਹਿ ਕੀ ਇਹ ਪਾਉਂਦੇ ਨੇ। ਤੇ ਇਸ ਕਰਕੇ ਪਾ ਰਹੇ ਨੇ ਇਹ ਗੁਣਾਂ ਦੇ ਆਧਾਰ ਤੇ। ਪੰਚੇ ਸੋਹ ਦਰ ਰਾਜਾਨ। ਤੇ ਇਹਦਾ ਦੋਨੇ ਜਿਹੜੇ ਹਾਹੇ ਨੇ ਇਹਨੂੰ ਧਿਆਨ ਦੇ ਨਾਲ ਹੀ ਬੋਲਣੇ। ਪਹਿਲੇ ਅਰਥ ਦੇ ਵਿੱਚ ਕਿਉਂਕਿ ਇਹ ਸੀ ਵੀ ਆਪਾਂ ਥੋੜ੍ਹੀ ਜਿਹੀ ਅੱਜ ਕਾਹਲ ਵੀ ਹੈ ਤਾਂ ਕਿ ਇੱਕ ਦਿਨ ਦੇ ਵਿੱਚ ਇਹ ਸਾਰੀ ਕਥਾ ਹੋ ਜਾਵੇ। ਹੈ ਔਖੀ, ਇਹ 2 ਦਿਨ ਦੇ ਵਿੱਚ ਹੋਣ ਵਾਲੀ ਕਥਾ ਸੀ। ਇਹ ਦੋਨੇ ਹਾਹੇ ਜਿਹੜੇ ਬੋਲਣੇ ਤੇ ਇਹਨਾਂ ਨੂੰ ਸੋਹ ਹੈ, ਦੋਨੇ ਹਾਹੇ ਐਨ ਪੂਰੀ ਆਵਾਜ਼ ਕੱਢਣੀ ਹੈ। ਸੋਹੇ ਨਹੀਂ ਕਹਿ ਦੇਣਾ ਵੀ ਇੱਕ ਹਾਹਾ ਹੀ ਲੋਪ ਹੋ ਜਾਵੇ, ਨਹੀਂ। ਉਹ ਸੰਤ ਭਗਤ ਪੰਜਾਂ ਤੱਤਾਂ ਦੀ, ਪੰਜ ਤੱਤ ਕਿਹੜੇ ਨੇ? ਪ੍ਰਿਥਵੀ ਹੈ, ਆਕਾਸ਼ ਹੈ, ਹਵਾ ਹੈ, ਅਗਨੀ ਹੈ, ਪਾਣੀ ਹੈ। ਇਹਨਾਂ ਦੀ ਰਹਿਣੀ ਦੀ ਧਾਰਨਾ ਉਹ ਸੰਸਾਰ ਦੇ ਵਿੱਚ ਕਰਕੇ ਨਾ, ਸੰਸਾਰ ਰੂਪੀ ਦਰ ਦੇ ਵਿੱਚ ਰਾਜਾ ਰੂਪ ਹੋ ਕੇ ਸੋਹੇ ਕੀ ਸੋਭਨੀਕ ਹੋ ਗਏ। ਪ੍ਰਭੂ ਕੋ ਸਿਮਰੇ ਸੇ ਸਰਵ ਕੇ ਰਾਜੇ ਹੋ ਗਏ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਸਾਰਿਆਂ ਦੇ ਰਾਜੇ ਨੇ। ਇਹ ਪੰਜ ਤੱਤਾਂ ਦੀ ਜਿਹੜੀ ਰਹਿਣੀ ਦੀ ਗੱਲ ਕੀਤੀ ਹੈ, ਕਿਵੇਂ ਹੈ? ਆਕਾਸ਼ ਲਓ। ਆਕਾਸ਼ ਨਿਰਖੋਭ ਹੈ, ਇਹਦੇ ਕੋਈ ਤੀਰ ਮਾਰੇ, ਗੋਲੀ ਮਾਰੇ, ਆਕਾਸ਼ ਦਾ ਕੀ ਵਿਗੜਦਾ? ਅਸੰਗ ਹੈ। ਸਰਸੰਦੇ ਆਕਾਸ਼ ਕਿਉਂ ਪਹੁੰਚੈ ਬਾਣ, ਉੱਥੇ ਤੱਕ ਪਹੁੰਚਦਾ ਹੀ ਨਹੀਂ। ਇਹਦੇ 'ਚੋਂ ਨਿਰਭੋਗਤਾ ਦਾ ਉਹਨਾਂ ਨੇ ਗੁਣ ਲੈ ਲਿਆ। ਕਿਸੇ ਦਾ ਤੀਰ ਦੀ ਤਰ੍ਹਾਂ ਨਿੰਦਿਆ ਦਾ, ਅਪਮਾਨ ਦਾ ਸ਼ਬਦ ਉਹਨਾਂ ਨੂੰ ਬੋਲਿਆ। ਉਹ ਆਕਾਸ਼ ਦੀ ਤਰ੍ਹਾਂ ਨਿਰਲੇਪ ਰਹਿੰਦੇ ਨੇ, ਅਸੰਗ ਰਹਿੰਦੇ ਨੇ, ਮਾਇਆ ਦੇ ਵਿੱਚ ਲਿਪਾਇਮਾਨ ਨਹੀਂ ਹੁੰਦੇ। ਤੇ ਧਰਤੀ ਦੇ ਵਿੱਚ ਕੀ ਹੈ ਗੁਣ? ਧੀਰਜਤਾ ਦਾ, ਖਿਮਾ ਦਾ ਗੁਣ ਹੈ।
ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇਪ। ਇਹ ਗੁਣ ਜਿਹੜੇ ਧਾਰਨ ਕੀਤੇ ਨਾ, ਉਹਨਾਂ ਨੂੰ ਇੱਕ ਇੱਕ ਪ੍ਰਮਾਣ ਦੇ ਨਾਲ, ਗੁਰਬਾਣੀ ਦੀ ਪ੍ਰਮਾਣ ਦੀ ਮੋਹਰ ਲਾ ਕੇ ਵੀ ਹਾਂ ਗੁਰਬਾਣੀ ਇਹਨੂੰ ਇਸ ਤਰ੍ਹਾਂ ਮੰਨਦੀ ਹੈ। ਹੁਣ ਪਾਣੀ ਦੇ ਵਿੱਚ ਜਿਹੜਾ ਗੁਣ ਲਿਆ ਨਿਰਮਲ ਰਹਿਣ ਦਾ ਹੈ, ਮੈਲ ਤੋਂ ਰਹਿਤ ਹੈ, ਤੇ ਆਪਣੇ ਮਨ ਨੂੰ ਨਿਰਮਲ ਕਰ ਰੱਖਣਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਐ ਨਿਰਮਲਤਾ ਹੀ ਰੱਖਣੀ, ਪਾਪਾਂ 'ਚ ਮੈਲਾ ਨਹੀਂ ਹੋਣ ਦੇਣਾ। ਅਗਨੀ ਦੇ ਵਿੱਚੋਂ ਕੀ ਧਾਰਨ ਕੀਤਾ ਹੈ? ਪ੍ਰਕਾਸ਼ ਕਾ ਦਾ ਗੁਣ। ਤੇ ਪ੍ਰਕਾਸ਼ ਕੀ ਕਰਦਾ ਹੈ? ਅੰਧੇਰੇ ਨੂੰ ਦੂਰ ਕਰਦਾ ਹੈ। ਔਰ ਫਿਰ ਕਿੰਨੀ ਸਰਦੀ ਦਾ, ਜਾੜੇ ਦਾ ਦੁੱਖ ਹੋਵੇ ਉਹ ਦੂਰ ਕਰ ਦਿੰਦਾ, ਜੜਤਾ ਦੂਰ ਕਰਦਾ। ਸੁਭਾਏ ਅਵਾਏ ਸੋ ਨਿਕਟ ਆਵੈ, ਸੀਤ ਤਾ ਕਾ ਜਾਏ। ਤੇ ਜੜਤਾ ਦੂਰ ਕਰ ਦਿੱਤੀ ਹੈ। ਵਾਯੂ, ਹਵਾ ਦੇ ਵਿੱਚੋਂ ਨਿਰਲੇਪਤਾ ਦਾ ਗੁਣ ਤੇ ਸਮਾਨਤਾ ਦਾ ਦੋ ਗੁਣ ਲਏ। ਸੀਤ ਮੰਦ ਸੁਗੰਧ ਚੱਲਿਓ, ਸਰਬ ਥਾਨ ਸਮਾਨ। ਜਦੋਂ ਹਵਾ ਚੱਲਦੀ ਹੈ ਗੰਦਗੀ ਵਾਲੇ ਥਾਂ ਵੀ ਲੱਗਦੀ ਹੈ, ਰਾਜੇ ਨੂੰ ਵੀ ਉਹੀ ਲੱਗਦੀ ਹੈ ਤੇ ਕੰਗਾਲ ਨੂੰ ਵੀ ਉਹੀ ਲੱਗਦੀ। ਤੇ ਇਸ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹੈ, ਸੀਤ ਮੰਦ ਸੁਗੰਧ ਚੱਲਿਓ, ਸਰਬ ਥਾਨ ਸਮਾਨ। ਜਹਾਂ ਸਾ ਕੁਛ ਤਹਾਂ ਲਾਗਿਓ, ਤਿਲ ਨ ਸੰਕਾ ਮਾਨ। ਬ੍ਰਹਮ ਗਿਆਨੀ ਸਾਰਿਆਂ ਤੇ ਸਮਦ੍ਰਿਸ਼ਟੀ ਰੱਖਦੇ। ਉਹ ਗਰੀਬ ਅਮੀਰ ਨਹੀਂ ਦੇਖਦੇ, ਪਾਪੀ ਤੇ ਪੁੰਨੀ ਨਹੀਂ ਦੇਖਦੇ। ਸਭ ਨੂੰ ਉਪਦੇਸ਼ ਇੱਕ ਵਜ੍ਹਾ ਦਿੰਦੇ ਨੇ। ਅਧਿਕਾਰੀ ਲਾਭ ਉਠਾਉਂਦੇ, ਜਿਹੜੇ ਅਨਅਧਿਕਾਰੀ ਨੇ ਉਹ ਨਹੀਂ ਲਾਭ ਉਠਾ ਸਕਦੇ। ਤੋ ਇਸ ਕਰਕੇ ਪੰਜੇ ਤੱਤਾਂ ਦੀ ਧਾਰਨਾ ਉਹਨਾਂ ਨੇ ਧਾਰਨ ਕੀਤੀ ਹੈ। ਪੰਚਾ ਕਾ ਗੁਰ ਏਕ ਧਿਆਨ, ਜੋ ਗੁਰਮੁਖ ਜਨ ਪੰਜ ਕੀ ਹੈ? ਪੰਜੇ ਗਿਆਨ ਇੰਦਰੀਆਂ ਨੇ। ਕਾ ਦਾ ਅਰਥ ਹੈ ਦੇ। ਉਹਨਾਂ ਦਾ ਗੁਰੂ ਕੌਣ ਹੈ? ਮਨ। ਉਹਨੂੰ ਰੋਕਣ ਦੇ ਵਿੱਚ ਧਿਆਨ ਲੱਗਿਆ ਰਹਿੰਦਾ ਵੀ ਮਨ ਨੂੰ ਰੋਕਣਾ ਕਿਵੇਂ। ਹਿਰਦੇ ਰੂਪੀ ਦੁਆਰ ਦੇ ਇੱਕ ਅਦਵੈਤ ਸਰੂਪ ਬ੍ਰਹਮ ਦਾ ਧਿਆਨ ਕਰਦੇ ਨੇ। ਇਹ ਨਿਧਿਆਸਨ ਦਾ ਸਰੂਪ ਕਥਨ ਕੀਤਾ ਹੈ। ਜਿਹੜਾ ਉਹਨੂੰ ਕਹੇ ਨਿਧਿਆਸਨ ਦਾ ਸਰੂਪ ਦੱਸੋ। ਜਿਸ ਗੁਰਮੁਖ ਜਨ ਧਾਰਨਾ ਰੱਖਦੇ ਨੇ ਤੇ ਉਹ ਇਸ ਪ੍ਰਕਾਰ ਦੀ ਅਵਸਥਾ ਉਹਨਾਂ ਦੀ ਕਥਨ ਕੀਤੀ ਹੈ। ਨਿਧਿਆਸਨ ਦਾ ਸਰੂਪ ਕਥਨ ਕਰ ਦਿੱਤਾ ਹੈ। ਇਹਨੂੰ ਗੁਰਮੁਖ ਜਨ ਧਾਰਨ ਕਰਕੇ ਰੱਖਦੇ ਨੇ। ਇਹ ਹੈ ਨਿਧਿਆਸਨ। ਹੁਣ ਉਹ ਫਿਰ ਦੁਬਾਰੇ ਮੁੜ ਕੇ ਫਿਰ ਪੁੱਛਦੇ ਨੇ। ਕਈ ਗੱਲਾਂ ਸਿੱਧਾਂ ਤੇ ਸਮਝ ਨਹੀਂ ਆਉਂਦੀਆਂ। ਉਹਨਾਂ ਦੀ ਅਵਸਥਾ ਉਹ ਥੋੜ੍ਹੀ ਹੈ ਗੁਰੂ ਨਾਨਕ ਸਾਹਿਬ ਵਾਲੀ। ਅੱਛਾ, ਕਈ ਵਾਰੀ ਚਲਾਕੀ ਨਾਲ ਪ੍ਰਸ਼ਨ ਕਰਦੇ ਨੇ, ਉਲਝਾਉਣ ਦੀ ਉਹਦੇ ਨਾਲ। ਉਹ ਕਹਿੰਦੇ ਜੀ ਪ੍ਰਸ਼ਨ ਸਾਡਾ ਵੀ ਨਿਧਿਆਸਨ ਦਾ ਸਰੂਪ ਜਿਹੜਾ ਉਹ ਤੁਸੀਂ ਕਥਨ ਕਰੋ। ਵਿਸ਼ਾ ਕਥਨ ਕਰ ਦਿੱਤਾ, ਹਾਲਾਂਕਿ ਸਰੂਪ ਕਥਨ ਕਰ ਦਿੱਤਾ। ਨਿਧਿਆਸਨ ਕੀ ਹੈ? ਮਹਾਰਾਜ ਸਾਹਿਬ ਉੱਤਰ ਦਿੰਦੇ ਨੇ, ਕਹਿੰਦੇ ਅਨਾਤਮਾਕਾਰ ਬਿਰਤੀ ਦਾ ਤਿਰਸਕਾਰ, ਬ੍ਰਹਮਾਕਾਰ ਬਿਰਤੀ ਦੀ ਸਥਿਤੀ, ਇਹ ਨਿਧਿਆਸਨ ਹੈ। ਤੇ ਸੰਸਕ੍ਰਿਤ ਦੀ ਸੁਰਤੀ ਹੈ ਇੱਕ, ਵਿਜਾਤੀ ਬਿਰਤੀ ਤਿਰਸਕਾਰੇਨ ਸਜਾਤੀ ਬਿਰਤੀ ਪ੍ਰਵਾਹੇ ਕਰਨੰ ਨਿਧਿਆਸਨੰ। ਇਹਦਾ ਮਤਲਬ ਇਹ ਹੈ ਵੀ ਜਿਹੜਾ ਸਜਾਤੀ ਬਿਰਤੀ ਕਿਹੜੀ ਹੈ, ਵਿਜਾਤੀ ਬਿਰਤੀ ਕਿਹੜੀ ਹੈ, ਬਾਰ-ਬਾਰ ਆਉਣੀਆਂ ਕਥਾ 'ਚ ਧਿਆਨ ਦੇ ਨਾਲ ਆਪ ਜੀ ਨੇ ਸੁਣਨਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਦੇ ਵਾਲੀ ਜਿਹੜੀ ਸਾਡੀ ਮਨ ਦੀ ਬਿਰਤੀ ਹੈ ਇਹਨੂੰ ਵਿਜਾਤੀ ਬਿਰਤੀ ਕਿਹਾ ਜਾਂਦਾ। ਅਨਾਤਮਾਕਾਰ ਬਿਰਤੀ ਹੈ ਇਹ। ਗੁਰਮੁਖ ਜਨ ਇਹਦਾ ਤਿਆਗ ਕਰਦੇ ਨੇ। ਵਿਜਾਤੀ ਬਿਰਤੀ ਦਾ ਤਿਆਗ ਸਤ, ਸੰਤੋਖ, ਦਇਆ, ਧਰਮ, ਵਿਚਾਰ, ਸੀਤਲਤਾ, ਪ੍ਰਕਾਸ਼ਤਾ, ਸਮਤਾ, ਧੀਰਜਤਾ, ਸੰਗਤਾ, ਜਿਹੜੇ ਗੁਣ ਪਿੱਛੇ ਤੱਤਾਂ ਦੇ ਵਿੱਚ ਸੁਣੇ ਨੇ। ਤੇ ਇਹ ਬਿਰਤੀ ਸਜਾਤੀ ਬਿਰਤੀ ਹੈ। ਗੁਰਮੁਖ ਜਨ ਇਹਦਾ ਗ੍ਰਹਿਣ ਕਰਦੇ। ਵਿਜਾਤੀ ਬਿਰਤੀ ਦਾ ਤਿਆਗ, ਸਹਿਤੀ ਬਿਰਤੀ ਦਾ ਗ੍ਰਹਿਣ। ਤੋ ਇਸ ਕਰਕੇ ਕਹਿੰਦੇ ਭਾਈ ਇਹ ਨਿਧਿਆਸਨ ਦਾ ਸਰੂਪ ਹੈ। ਇਹਨੂੰ ਕਹਿੰਦੇ ਨਿਧਿਆਸਨ। ਤੀਸਰਾ ਅਰਥ ਫਿਰ ਜੇ ਪੰਚ ਪਰਵਾਨ ਪੰਚ ਪ੍ਰਧਾਨ। ਤੀਸਰੇ ਅਰਥ ਵਿੱਚ ਸਿੱਧਾਂ ਦਾ ਪ੍ਰਸ਼ਨ ਹੈ, ਕਿਉਂਕਿ ਜਿਉਂ-ਜਿਉਂ ਪ੍ਰਸ਼ਨ ਬਦਲਦੇ ਨੇ ਮਹਾਰਾਜ ਉਹਨੇ ਤੁਕਾਂ ਨਾਲ ਹੀ ਉਤਰ ਦਈ ਜਾਂਦੇ। ਤੁਕਾਂ ਨਹੀਂ ਬਦਲਦੇ, ਸ਼ਬਦ ਨਹੀਂ ਬਦਲਦੇ, ਉਹਨਾਂ ਦਾ ਪ੍ਰਸ਼ਨ ਬਦਲਦਾ ਤੇ ਅਰਥਾਂ ਦੇ ਵਿੱਚ ਮਹਾਰਾਜ ਸਮਝਾ ਦਿੰਦੇ। ਸਿੱਧਾਂ ਦਾ ਪ੍ਰਸ਼ਨ ਕਿ ਜਿਸ ਪ੍ਰਭੂ ਦਾ ਸੰਤ ਜਨ ਧਿਆਨ ਕਰਦੇ ਨੇ ਉਹ ਪ੍ਰਭੂ ਕੈਸਾ ਹੈ? ਰੱਬ ਦਾ ਸਰੂਪ ਦੱਸੋ ਜੀ। ਮਹਾਰਾਜ ਕਹਿੰਦੇ ਸੁਣੋ, ਪੰਜ ਪ੍ਰਵਾਨ ਪੰਜ ਪ੍ਰਧਾਨ। ਪੰਜ ਸ੍ਰੇਸ਼ਟ ਪਰਮਾਤਮਾ, ਪਰਮਾਤਮਾ ਤੋਂ ਸ੍ਰੇਸ਼ਟ ਕੋਈ ਨਹੀਂ ਹੈ। ਪਹਿਲਾਂ ਸੰਤ ਜਨਾਂ ਤੇ ਲਾਇਆ ਸੀ ਨਾ ਅਰਥੇ। ਉਹ ਸ੍ਰੇਸ਼ਟ ਇੱਥੇ ਪ੍ਰਵਾਨ ਅਰਥ ਕਰਨ ਪਰਮ ਜਮਾ ਅਣੂ। ਅਣੂ ਆ ਜਿਹੜੇ ਉਹਨਾਂ ਤੋਂ ਵੀ ਸੂਖਮ ਤੋਂ ਸੂਖਮ ਹੈ। ਇਹ ਦਸਮ ਦੀ ਬਾਣੀ ਹੈ ਮਹਾਰਾਜ ਦੀ।
ਸੂਖਮ ਤੇ ਸੂਖਮ ਕਰ ਚੀਨੇ, ਉਹ ਵਾਹਿਗੁਰੂ ਸੂਖਮ ਤੋਂ ਸੂਖਮ ਕਰਕੇ ਜਾਣਿਆ ਜਾਂਦਾ ਹੈ। ਉਹ ਪੰਜ ਸ੍ਰੇਸ਼ਟ ਪਰਮਾਤਮਾ ਪ੍ਰਧਾਨ, ਵੱਡਿਆਂ ਤੋਂ ਵੱਡਾ ਵੀ ਹੈ, ਜੈ ਸਕਾ ਬਿਰਦਨ ਬਿਰਦ ਬਿਤਾਏ। ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਵੱਡਿਆਂ ਤੋਂ ਵੱਡਾ ਵੀ ਹੈ ਤੇ ਛੋਟਿਆਂ ਤੋਂ ਛੋਟਾ। ਇਸ ਕਰਕੇ ਉਹ ਪਰਮਾਤਮਾ ਦਾ ਸਰੂਪ ਹੈ। ਐਸਾ ਨਹੀਂ ਸਿੱਧੋ ਜਿਹੜੇ ਜਲਦੀ ਦੇ ਕੇ ਤੁਹਾਡੇ ਸਮਝ ਆ ਜਾਵੇ, ਤੁਸੀਂ ਰਿੱਧੀਆਂ ਸਿੱਧੀਆਂ 'ਚ ਫਸੇ ਹੋ ਜਾਓ। ਤੇ ਇਸ ਕਰਕੇ ਫਿਰ ਅੱਗੇ ਫਰਮਾਨ ਕਰਦੇ ਹਨ, ਪੰਚੇ ਪਾਵਹਿ ਦਰਗਹਿ ਮਾਨ। ਪਰਮਾਤਮਾ ਦਾ ਸਰੂਪ ਵਰਣਨ ਕਰਦੇ ਨੇ। ਉਹ ਸਾਖੀ ਚੇਤਨ ਪੰਚੇ ਸ੍ਰੇਸ਼ਟ ਹੈ ਪਰਮੇਸ਼ਰ। ਦਰਗਹਿ ਦਰ ਜਮਾ ਗਹਿ, ਦਰ ਕਾਹਦਾ ਨਾਮ ਹੈ? ਅੰਤਸ਼ਕਰਨ ਦਾ। ਉਹਦੀ ਬਿਰਤੀ ਦੇ ਉੱਪਰ ਅਰੂੜ ਹੋ ਕੇ ਗਹਿ ਕੀਏ ਗੇ ਵਿਸ਼ੇ ਦੀ ਭਾਵ ਵਸਤੂ ਦੇ ਮਾਨ ਗਿਆਨ ਨੂੰ ਪਾਵੇ ਪਾਉਂਦਾ ਹੈ। ਕਿਉਂਕਿ ਵਸਤੂ ਦਾ ਗਿਆਨ ਤਾਂ ਹੁੰਦਾ ਹੈ ਜੇ ਬਿਰਤੀ ਅਰੂੜ ਚੇਤਨ ਨੇਤਰਾਂ ਦੁਆਰਾ ਨਿਕਲ ਕੇ ਘਟ ਵਿਸ਼ਿਨ ਚੇਤਨ ਦੇ ਨਾਲ ਮਿਲੇ। ਇਹ ਵਿਦਾਂਤ ਦੇ ਸ਼ਬਦ ਨੇ ਸਾਰੇ। ਇਸ ਕਰਕੇ ਸਬਕ ਧਾਰ ਕੇ ਸੁਣਨਾ ਹੀ ਹੈ। ਜਿਉਂ-ਜਿਉਂ ਤੁਸੀਂ ਇਹ ਗ੍ਰੰਥ ਅੱਗੇ ਪੜ੍ਹੋਗੇ ਸਮਝ ਆਉਣਗੇ ਜੀ। ਪੰਚੇ ਸੁਹ ਹੈ ਦਰ ਰਾਜਾਨ। ਉਹ ਸ੍ਰੇਸ਼ਟ ਪ੍ਰਭੂ, ਪੰਚੇ ਦਾ ਅਰਥ ਹੀ ਪ੍ਰਮਾਤਮਾ ਦੀ ਲਾਈਆਂ ਨੇ। ਸ੍ਰੇਸ਼ਟ ਪ੍ਰਭੂ ਰਾਜਨ, ਰਾਜਾਂ ਦਾ ਵੀ ਰਾਜਾ, ਸਭ ਦੇ ਦਰ ਅੰਦਰ ਸੋਹੇ ਸੋ ਰਿਹਾ। ਦੱਸੋ ਕਿਹਦੇ ਅੰਦਰ ਨਹੀਂ? ਮਹਾਰਾਜ ਕਹਿੰਦੇ ਸਿੱਧੋ ਤੁਹਾਡੇ ਅੰਦਰ ਵੀ ਹੈ, ਮੇਰੇ ਅੰਦਰ ਵੀ ਹੈ, ਉਹ ਸਾਰਿਆਂ ਦੇ ਅੰਦਰ ਹੈ। ਪੰਚਾ ਕਾ ਗੁਰ ਏਕ ਧਿਆਨ। ਹੇ ਸਿੱਧੋ ਸਾਰਿਆਂ ਦਾ ਗੁਰ ਪੂਜਨੀਕ, ਇੱਕ ਅਦਵੈਤ ਸਰੂਪ ਪੰਚ ਸ੍ਰੇਸ਼ਟ ਪਰਮਾਤਮਾ ਹੀ ਹੈ। ਤੁਸੀਂ ਵੀ ਉਹਦਾ ਹੀ ਧਿਆਨ ਧਰਿਆ ਕਰੋ। ਮਹਾਰਾਜ ਕਹਿੰਦੇ ਧਿਆਨ ਕਰੋ ਉਸ ਦਾ। ਐਵੇਂ ਨਾ ਮੂਰਤੀਆਂ ਦਾ ਧਿਆਨ ਧਰੋ, ਐਵੇਂ ਦੇਵੀ ਦੇਵਤਿਆਂ ਦੇ ਧਿਆਨ ਦੀਆਂ ਸਿੱਧੀਆਂ ਵਾਸਤੇ ਧਰਦੇ ਹੋ। ਫਿਰ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ, ਕਿਉਂਕਿ ਉਹਨਾਂ ਨੇ ਹੁਣ ਪ੍ਰਸ਼ਨ ਕਰਨਾ, ਸਿੱਧਾ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜਿਹੜੇ ਸਰੀਰ ਕਰਕੇ ਪ੍ਰਭੂ ਦਾ ਧਿਆਨ ਧਾਰਿਆ ਜਾਂਦਾ ਹੈ, ਉਹ ਸਰੀਰ ਬਾਰੇ ਗਿਆਨ ਕਰਾਓ ਸਾਨੂੰ। ਇਹਦਾ ਮਤਲਬ ਸੀ ਵੀ ਹੁਣ ਗਿਆਨ ਦੇ ਵਿੱਚ ਬ੍ਰਹਮ ਗਿਆਨ 'ਚ ਤਾਂ ਲਿਜਾ ਨਹੀਂ ਸਕੇ। ਤੇ ਮਹਾਰਾਜ ਕਹਿੰਦੇ ਵੀ ਇਹ ਵੀ ਸੁਣ ਲਓ ਇਨ੍ਹਾਂ ਹੀ ਤੁਕਾਂ ਦੁਆਰਾ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਅਰਥ, ਚੌਥਾ ਅਰਥ ਬਦਲਿਆ। ਇਹਦੇ ਵਿੱਚ ਸ਼ਬਦ ਨਹੀਂ ਬਦਲਿਆ ਹੈ। ਪੰਜ ਪ੍ਰਵਾਨ ਜੇ ਪੰਚ ਪ੍ਰਵਾਨ ਪੰਚ ਪ੍ਰਧਾਨ। ਹੇ ਸਿੱਧੋ ਸਰੀਰ ਦੇ ਵਿੱਚ ਪੰਜ, ਇਹ ਪੰਜ ਸ਼ਬਦ ਸਪਰਸ ਰੂਪ ਰਸਗੰਧ, ਇਹ ਪ੍ਰਮਾਣ ਪ੍ਰਮਾਣੂ ਭਾਵ ਸੂਖਮ ਤੱਤਨ। ਸੂਖਮ ਤੱਤਾਂ ਤੋਂ ਸੂਖਮ ਸਰੀਰ ਬਣਿਆ, ਸੂਖਮ ਦੇਹ ਬਣੀ ਹੈ, ਉਹਦੀ ਉਤਪਤੀ ਹੋਈ ਹੈ। ਫਿਰ ਪੰਜ ਧਰਤੀ ਪਾਣੀ ਅਗਨੀ ਹਵਾ ਆਕਾਸ਼ ਪ੍ਰਧਾਨ ਅਸਥੂਲ ਤੱਤਨ, ਇਹਨਾਂ ਤੋਂ ਅਸਥੂਲ ਸਰੀਰ ਬਣਿਆ। ਪੰਜਾਂ ਤੱਤਾਂ ਦਾ ਬਣਿਆ ਹੋਇਆ ਤੇ 25 ਪ੍ਰਕਿਰਤੀਆਂ ਨੇ। ਤੋ ਇਸ ਕਰਕੇ ਇਸ ਸਰੀਰ ਬਾਰੇ ਹੁਣ ਦੱਸੋ ਤੁਸੀਂ ਹੋਰ ਕੀ ਜਾਣਨਾ ਚਾਹੁੰਦੇ ਆ? ਉਹਨਾਂ ਨੂੰ ਇਹ ਸੀ ਨਾ ਵੀ ਇਹਨਾਂ ਨੇ ਯੋਗ ਸ਼ਾਸਤਰ ਗ੍ਰੰਥ ਹੈ ਇੱਕ, ਉਹ ਯੋਗੀ ਉਹਨੂੰ ਹੀ ਪੜ੍ਹਦੇ ਨੇ ਜ਼ਿਆਦਾ। ਤੇ ਇਸ ਕਰਕੇ ਪਤੰਜਲੀ ਯੋਗ ਹੈ ਜਿਹੜਾ, ਉਹ ਉਸੇ ਨੂੰ ਪੜ੍ਹਦੇ, ਉਹਦੇ ਤੇ ਆਧਾਰ ਤੇ ਖੜੇ ਆ। ਉਹਨੇ ਕਿਹਾ ਵੀ ਇਹਨਾਂ ਨੂੰ ਕਿਹੜਾ ਪਤਾ ਹੋਣਾ ਇਸ ਗੱਲ ਦਾ। ਪਾਤਸ਼ਾਹ ਦਾ ਬਚਨ ਹੈ, ਪਾਂਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਤੋ ਇਸ ਕਰਕੇ ਅੱਗੇ ਫਰਮਾਨ ਕਰਦੇ ਹਨ ਜੀ, ਪੰਚੇ ਪਾਵਹਿ ਦਰਗਹਿ ਮਾਨ। ਸਰੀਰ ਦਾ ਗਿਆਨ ਦਿੰਦੇ ਹੋਏ ਕਹਿੰਦੇ ਪੰਜੇ ਪੰਜ ਤੱਤ ਆਪੋ ਆਪਣੇ ਦਰ ਇੰਦਰੀਆਂ ਦੁਆਰਾ ਗਹਿ ਵਸਤੂ ਦਾ ਤੇ ਮਾਨ ਭਾਵ ਮੰਨਣਾ ਗਿਆਨ ਪਾਵਹਿ ਪਾਉਂਦੇ ਨੇ। ਮਤਲਬ ਕੀ ਹੈ ਵੀ ਆਕਾਸ਼ ਤੱਤ ਸਾਡੇ ਸਰੀਰ ਵਿੱਚ ਜੋ ਆਪਣੇ ਕੰਨਾਂ ਇੰਦਰੀ ਦੁਆਰਾ, ਇਹ ਕੰਨ ਉਹਦਾ ਇੰਦਰ ਹੈ, ਉਹ ਸ਼ਬਦ ਗੁਣ ਨੂੰ ਸੁਣਦਾ ਹੈ। ਵਾਯੂ ਤੱਤ ਉਹ ਚਮੜੀ ਦੁਆਰਾ ਸਪਰਸ਼ ਹੋ ਕੇ ਇਹ ਦੱਸਦਾ ਵੀ ਗਰਮ ਹੈ ਚੀਜ਼ ਕਿ ਠੰਡੀ ਹੈ। ਅਗਨੀ ਤੱਤ ਜਿਹੜਾ ਹੈ ਤੇ ਇਹ ਸਾਡੇ ਨੇਤਰਾਂ ਦੁਆਰਾ ਨਿਕਲ ਕੇ ਰੂਪ ਨੂੰ ਜਾਣਦਾ ਹੈ, ਇਹ ਕਾਲਾ ਹੈ, ਪੀਲਾ ਹੈ, ਚਿੱਟਾ ਹੈ, ਗੋਰਾ ਕਿਹਾ ਜਾ ਹੈ। ਜਲ ਤੱਤ ਜੋ ਆਪਣੀ ਰਸਨਾ, ਆ ਜਿਹੜੀ ਜੀਭ ਹੈ ਸਾਡੀ, ਇਹਦੇ ਦੁਆਰਾ ਰਸ ਨੂੰ ਗ੍ਰਹਿਣ ਕੀਤਾ, ਖੱਟਾ ਹੈ, ਮਿੱਠਾ ਕਿਹੋ ਜਿਹਾ। ਪ੍ਰਿਥਵੀ ਤੱਤ ਜੋ ਆਪਣੇ ਘਰਾਣ ਇੰਦਰੀ, ਘਰਾਣ ਇੰਦਰੀ ਕਹਿੰਦੇ ਨਾਸਕਾਂ ਨੂੰ, ਇਹਨਾਂ ਦੁਆਰਾ ਗੰਧ ਜਿਹੜੀ ਸੁਗੰਧੀ ਕਹੀ ਜੀ ਹੈ, ਕਾਹਦੀ ਹੈ, ਚਮੇਲੀ ਦੇ ਫੁੱਲ ਦੀ ਹੈ, ਗੁਲਾਬ ਦੀ ਹੈ, ਇਹ ਕੀ ਹੈ। ਤੇ ਇਸ ਕਰਕੇ ਇਹ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੁਸੀਂ ਸਰੀਰ ਦਾ ਗਿਆਨ ਕਹਿੰਦੇ ਹੋ ਤਾਂ ਫਿਰ ਇਹ ਸੁਣੋ ਜੀ, ਪੰਚੇ ਸੁਹ ਦਰ ਰਾਜਾਨ। ਤੇ ਪੰਚੇ ਪੰਜ ਪ੍ਰਾਣ ਜਿਹੜੇ, ਤੇ ਇਹ ਰਾਜਾਨ ਰਾਜ ਭਾਵ ਰਾਜਿਆਂ ਦਾ ਰਾਜਾ ਰੂਪ ਹੋ ਕੇ ਸਰੀਰ ਦੇ ਵਿੱਚ ਦਰ ਕੀ ਵਿੱਚ ਸੋਹੇ ਸੋਭ ਰਹੇ ਨੇ। ਪ੍ਰਾਣ ਹੈ ਜਿਹੜੇ, ਇਹ ਸਾਰਿਆਂ ਇੰਦਰੀਆਂ ਦੇ ਵਿੱਚ ਇਹ ਰਾਜਾ ਰੂਪ ਹੈ ਪ੍ਰਾਣ। ਬਾਕੀ ਇੰਦਰੀ ਨਹੀਂ, ਚਾਹੇ ਕਰਮ ਇੰਦਰੀ ਨੇ ਤੇ ਚਾਹੇ ਗਿਆਨ ਇੰਦਰੀ ਨੇ। ਤੇ ਇਸ ਤਰ੍ਹਾਂ
ਇੱਕ ਵਾਰੀ ਕਹਿੰਦੇ ਨੇ ਵੀ ਇਹਨਾਂ ਦਾ ਕੋਈ ਝਗੜਾ ਪੈ ਗਿਆ ਸੀ, ਉਹਦਾ ਗ੍ਰੰਥਾਂ ਦੇ ਵਿੱਚ ਕਾਫੀ ਚਰਚਾ ਵਿਚਾਰ ਆਉਂਦੀ ਹੈ। ਇਹ ਮੁਖੀ ਦਾ ਝਗੜਾ ਮਾਤਲੋਕ ਦੇ ਵਿੱਚ ਇਹ ਨਹੀਂ ਹੈ, ਦੇਵਤਿਆਂ 'ਚ ਵੀ ਹੈ। ਤੇ ਇਹਨਾਂ ਦੇ ਅਧਿਕਸ਼ ਦੇਵ ਇੱਕ ਸਮਝਾਉਣ ਵਾਸਤੇ ਕਲਪਨਾ ਕੀਤੀ ਹੁੰਦੀ ਹੈ ਕਿ ਵਿਦਿਆਰਥੀ ਦੇ ਜਿਗਿਆਸੂ ਦੇ ਸਮਝ ਆਵੇ। ਅਖੇ ਜੀ ਝਗੜਾ ਪੈ ਗਿਆ, ਪ੍ਰਾਣ ਕਹਿੰਦੇ ਅਸੀਂ ਵੱਡੇ ਆ, ਗਿਆਨ ਇੰਦਰੀ ਕਹਿੰਦੇ ਅਸੀਂ ਵੱਡੇ ਆ। ਇਹ ਝਗੜਾ ਨਿਬੜਿਆ ਨਾ, ਕਿਸੇ ਸਿਆਣੇ ਨੇ ਕਿਹਾ ਵੀ ਤੁਹਾਡਾ ਨਹੀਂ ਝਗੜਾ ਨਿਬੜਨਾ, ਬ੍ਰਹਮਾ ਕੋਲ ਜਾਓ, ਜਿਹਨੇ ਸਰੀਰ ਸਾਜੇ ਹੈ ਉਹ ਤੁਹਾਨੂੰ ਦੱਸੂ ਵੀ ਇਹ ਤੁਹਾਡੇ 'ਚ ਕਿਹੜਾ ਇੰਦਰਾ ਵੱਡਾ ਹੈ। ਅੱਖਾਂ ਕਹਿੰਦੀਆਂ ਅਸੀਂ ਵੱਡੇ ਹਾਂ, ਕੰਨ ਕਹਿੰਦੇ ਅਸੀਂ ਵੱਡੇ ਹਾਂ, ਪ੍ਰਾਣ ਕਹਿੰਦੇ ਅਸੀਂ। ਝਗੜਾ ਪੈ ਗਿਆ ਉਸ ਵਿੱਚ। ਇੱਕ ਮੁਖੀ ਚੁਣਨਾ ਸੀ। ਜਦੋਂ ਮੁਖੀ ਚੁਣਨਾ ਹੁੰਦਾ ਬੜੀ ਸਮੱਸਿਆ ਹੁੰਦੀ ਹੈ। ਜੇ ਸੰਮਤੀ ਨਾਲ ਵੀ ਚੁਣਨਾ ਹੋਵੇ ਤਾਂ ਵੀ ਕਹਿੰਦੇ ਇਹਨੂੰ ਚੁਣ ਲਓ ਜੀ ਫਲਾਣੇ। ਝਗੜਾ ਪੈ ਜਾਂਦਾ ਨੇ, ਇੱਕ ਦੂਜੇ ਦਾ ਪੱਖ ਕਰਦੇ। ਬ੍ਰਹਮਾ ਕੋਲ ਚਲੇ ਤੇ ਬ੍ਰਹਮਾ ਕਹਿੰਦੇ ਜੀ ਦੱਸੋ ਸਾਡੇ ਵਿੱਚ ਵੱਡਾ ਕੌਣ ਹੈ। ਪ੍ਰਾਣ ਕਹਿੰਦੇ ਨੇ ਅਸੀਂ ਵੱਡੇ ਹਾਂ, ਕਹਿੰਦੇ ਅਸੀਂ ਵੱਡੇ ਹਾਂ। ਉਹ ਕਹਿੰਦਾ ਕੋਈ ਗੱਲ ਨਹੀਂ ਹੈਗੀ, ਨਿਰਣਾ ਮੈਂ ਕਰੂੰਗਾ। ਆਹ ਸਰੀਰ ਹੈ ਮੇਰਾ ਸਾਜਿਆ ਵਾ, ਤੇ ਅੱਖਾਂ ਦੇ ਇੰਦਰੀ ਨੂੰ ਕਹਿੰਦੇ ਤੂੰ ਨਿਕਲ ਜਾ ਇਹਦੇ 'ਚੋਂ। ਉਹ ਇੱਕ ਪਾਸੇ ਨਿਕਲ ਗਿਆ, ਅੱਖਾਂ ਤੋਂ ਅੰਨਾ ਹੋ ਗਿਆ ਪਰ ਜਿਉਂਦਾ ਰਿਹਾ। ਕੰਨਾਂ ਦੇ ਕਹਿੰਦੇ ਤੂੰ ਨਿਕਲ ਜਾ ਇਹਦੇ 'ਚੋਂ। ਕੰਨਾਂ ਤੋਂ ਬੋਲਾ ਹੋ ਗਿਆ, ਉਹ ਸੁਣਨ ਤੋਂ ਹਟ ਗਿਆ ਪਰ ਜਿਉਂਦਾ ਰਿਹਾ। ਜੀਵ ਨੂੰ ਕਹਿੰਦੇ ਤੂੰ ਵੀ ਨਿਕਲ ਜਾ। ਜੀਵ ਖਤਮ ਹੋ ਗਈ ਤੇ ਗੂੰਗਾ ਹੋ ਗਿਆ ਪਰ ਜਿਉਂਦਾ ਰਿਹਾ। ਨਾਸਕਾਂ ਨੂੰ ਨਿਕਲ ਜਾ, ਦੁਰਗੰਧੀ ਆਉਣ ਤੋਂ ਹਟ ਗਈ ਪਰ ਜਿਉਂਦਾ ਰਿਹਾ। ਇੱਕ ਇੱਕ ਇੰਦਰਾ ਕਰਕੇ ਸਾਰੇ ਬਾਹਰ ਕੱਢ ਦਿੱਤੇ, ਸਰੀਰ ਜਿਉਂਦਾ ਰਿਹਾ। ਮੁੜ ਕੇ ਕਹਿੰਦੇ ਵੀ ਆ ਜਾਓ ਸਰੀਰ ਦੇ ਵਿੱਚ। ਮੁੜ ਕੇ ਫੇਰ ਸਰੀਰ 'ਚ ਜਿਵੇਂ ਜਾਦੂ ਗਰ ਕੀ ਹੈ, ਮਦਾਰੀ ਤਮਾਸ਼ਾ ਦਿਖਾਉਂਦੇ ਨੇ। ਬ੍ਰਹਮਾ ਨੇ ਵੀ ਇੱਕ ਮਦਾਰੀ ਬਣ ਕੇ ਤਮਾਸ਼ਾ ਦਿਖਾਇਆ। ਪ੍ਰਾਣਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਨਿਕਲ ਜਾਓ। ਕਹਿੰਦੇ ਦੇਖੋ ਬਾਕੀ ਤੁਸੀਂ ਇੱਥੇ ਵਿੱਚ ਹੀ ਰਹੋ, ਪ੍ਰਾਣ ਨਿਕਲਣਗੇ ਵਿੱਚੋਂ। ਪ੍ਰਾਣ ਨਿਕਲੇ, ਕੰਬ ਕੇ ਸਰੀਰ ਧਰਮ ਕੇ ਧਰਤੀ 'ਤੇ ਡਿੱਗ ਪਿਆ। ਕਹਿਣ ਲੱਗੇ ਵੀ ਸਮਝ ਆ ਗਈ ਕੁਛ। ਕਹਿੰਦੇ ਬ੍ਰਹਮਾ ਨੂੰ ਨਮਸਕਾਰ ਕਰਕੇ ਕਹਿੰਦੇ ਜੀ ਅੱਜ ਤੋਂ ਬਾਅਦ ਅਸੀਂ ਝਗੜਾ ਨਹੀਂ ਕਰਾਂਗੇ। ਪ੍ਰਾਣ ਸਾਡੇ ਵਿੱਚ ਜਿਹੜੇ ਨੇ ਇਹ ਰਾਜਾ ਰੂਪ ਨੇ, ਰਾਜਾਂ ਦਾ ਰਾਜਾ ਰੂਪ ਹੋ ਕੇ ਸੋਭ ਰਹੇ ਨੇ ਸਰੀਰ ਵਿੱਚ। ਤਾਂ ਇਸ ਕਰਕੇ ਇਹ ਪ੍ਰਮਾਣ ਦੇ ਨਾਲ ਗੱਲ ਸਮਝ ਆ ਜਾਂਦੀ ਹੈ। ਭਾਵੇਂ ਅੱਜ ਬਹੁਤੇ ਪ੍ਰਮਾਣ ਦੇਣ ਦਾ ਸਮਾਂ ਨਹੀਂ, ਪਰ ਮੁਸ਼ਕਿਲ ਇਹ ਵੀ ਇਹ ਤੋਂ ਬਿਨਾਂ ਸਮਝ ਵੀ ਨਹੀਂ ਆਉਂਦੀ। ਇਸ ਕਰਕੇ ਅੱਗੇ ਦੱਸਦੇ ਹਨ, ਇਹ ਸਿੱਧੋ ਸੁਣਨਾ ਕਰੋ ਜੀ। ਪੰਚਾਂ ਕਾ ਗੁਰ ਏਕ ਧਿਆਨ। ਇਹ ਪੰਜਾਂ ਤੱਤਾਂ ਦਾ, ਪੰਜਾਂ ਪ੍ਰਾਣਾਂ ਦਾ ਇੱਕ ਗੁਰੂ ਆ। ਕੌਣ? ਚੇਤਨ ਪਰਮਾਤਮਾ। ਤੇ ਉਹਦਾ ਧਿਆਨ ਕਰੋ ਤੁਸੀਂ। ਇਹ ਜਿਹੜੇ ਪ੍ਰਾਣ ਅਪਮਾਨ ਸਮਾਨ ਉਦਾਨ ਬਿਆਨ, ਇਹਨਾਂ ਦੇ ਨਾਂ ਨੇ। ਇਹ ਹੈ ਕਿ ਪ੍ਰਾਣ ਕਿਹਨੂੰ ਕਹਿੰਦੇ ਨੇ? ਪ੍ਰਾਣ ਨਾਮ ਹਵਾ ਦਾ ਹੈ। ਤੇ ਹਵਾ ਜਿਹੜੀ ਸਾਡੇ ਸਰੀਰ ਦੇ ਵਿੱਚ ਕਿਰਿਆ ਤੇ ਅਸਥਾਨ ਭੇਦ ਕਰਕੇ ਵੱਖਰੀ ਵੱਖਰੀ ਹੈ। ਜਿੱਥੇ ਹਵਾ ਦੀ ਕਿਰਿਆ ਬਦਲ ਗਈ ਔਰ ਉਹਦਾ ਟਿਕਾਣਾ ਬਦਲ ਗਿਆ, ਉਹਦਾ ਨਾਮ ਵੀ ਬਦਲ ਗਿਆ। ਉਹ ਕਿਸ ਤਰ੍ਹਾਂ ਹੈ? ਉਹ ਇਸ ਤਰ੍ਹਾਂ ਪ੍ਰਾਣ ਹਿਰਦੇ ਵਿੱਚ ਰਹਿੰਦੇ ਨੇ ਤੇ ਹਿਰਦੇ ਵਿੱਚ ਰਹਿ ਕੇ ਭੁੱਖ ਪਿਆਸ ਦਾ ਕੰਮ ਕਰਦੇ ਨੇ। ਅਪਾਨ ਗੁਦਾ ਦੇ ਵਿੱਚ ਰਹਿੰਦੇ ਨੇ, ਮਲ ਮੂਤਰ ਵਾਲੀ ਜਗ੍ਹਾ। ਉਹ ਜਿਹੜੀ ਮਲ ਹੈ, ਬਿਸ਼ਟ ਹੈ, ਉਹਨੂੰ ਸਰੀਰ ਚੋਂ ਬਾਹਰ ਕੱਢਦੇ। ਹੈ ਤਾਂ ਹਵਾ ਹੀ, ਉਹ ਹਵਾ ਦੇ ਧੱਕੇ ਤੋਂ ਬਿਨਾਂ ਮਲ ਬਾਹਰ ਜਾ ਹੀ ਨਹੀਂ ਸਕਦੀ। ਸਮਾਨ ਨਾਭੀ ਦੇ ਵਿੱਚ ਹੈ। ਇਹ ਸਾਰੀ ਜਗ੍ਹਾ ਪ੍ਰਾਣ ਦੀ ਗੰਢ ਇੱਥੇ ਬੰਨੀ ਹੈ। ਤੇ ਇਸ ਕਰਕੇ ਉਦਿਆਨ ਕੰਠ ਦੇ ਵਿੱਚ ਹੈ, ਸਵਾਸ ਆਉਣ ਜਾਣ ਦਾ ਕੰਮ ਕਰਦੇ ਨੇ। ਬਿਆਨ ਸਾਰੇ ਸਰੀਰ ਦੇ ਵਿੱਚ ਹੈ, ਨਹੀਂ ਤਾਂ ਪਸੀਨਾ ਹੀ ਨਾ ਬਾਹਰ ਨਿਕਲੇ। ਤੇ ਨਾਭੀ ਦੇ ਵਿੱਚ ਕਰਕੇ ਇਹ ਸਾਰੇ ਰਸ ਧਾਤੂਆਂ ਦੇ ਮੇਲਣ ਦਾ ਕੰਮ ਕਰਦੇ ਹੈ। ਇਹ ਤਾਂ ਹੈਗੇ ਪ੍ਰਾਣ। ਇੱਕ ਰਾਸ਼ਟਰਪਤੀ ਹੁੰਦਾ, ਦੂਜਾ ਕਹਿੰਦੇ ਉਪ ਰਾਸ਼ਟਰਪਤੀ। ਪ੍ਰਧਾਨ ਮੰਤਰੀ, ਉਪ ਪ੍ਰਧਾਨ ਮੰਤਰੀ ਹੁੰਦਾ ਨਾ। ਇਸੇ ਤਰ੍ਹਾਂ ਇਹਦੇ 'ਚ ਉਪ ਪ੍ਰਾਣ ਵੀ ਨੇ। ਕਿਰਕਲ ਕਹੇ ਤੇ ਸਮਝ ਨਹੀਂ ਆਈ ਹੋਊਗੀ ਤੁਹਾਨੂੰ। ਕਿਰਕਲ ਦਾ ਮਤਲਬ ਹੈ ਜਿਹੜੀ ਨਿਛ ਆਉਂਦੀ ਹੈ, ਛਿੱਕ ਆਉਂਦੀ ਹੈ ਨਾ, ਇਹ ਵੀ ਇੱਕ ਹਵਾ ਕਰਕੇ ਆਉਂਦੀ ਹੈ। ਇਹ ਵੇ ਨਾਗ, ਕੂਰਮ, ਕਿਰਕਲ, ਦੇਵਦੱਤ, ਧਨਿਜਾ, 5 ਤੇ 5 10 ਪ੍ਰਾਣ। ਇਹਦੇ ਕਰਕੇ ਆਪਾਂ ਨੂੰ ਪ੍ਰਾਣੀ ਕਹਿੰਦੇ ਨੇ। ਜੇ ਪ੍ਰਾਣ ਨਾ ਹੋਣ ਪ੍ਰਾਣੀ ਨਹੀਂ, ਫਿਰ ਮੁਰਦਾ ਕਹਿੰਦੇ। ਤੇ ਕੂਰਮ ਨੇਤਰਾਂ ਦੀਆਂ ਪਲਕਾਂ ਵੱਜ ਕੇ ਖੁੱਲ੍ਹਦੀਆਂ ਨੇ ਫੜ ਇਸ ਤਰ੍ਹਾਂ, ਇਹ ਵੀ ਹਵਾ ਹੈ। ਨਾਗ ਜੋ ਢਕਾਰ ਆਉਂਦਾ ਹੈ, ਕਹਿੰਦਾ ਵੀ ਰੱਜ ਗਿਆ ਢਕਾਰ ਮਾਰ ਕੇ, ਇਹ ਕੀ ਹੈ? ਨਾਗ। ਇਹ ਹਵਾ ਡਕਾਰ ਲਿਆਉਂਦੀ ਹੈ। ਦੇਵਦੱਤ ਜਿਹੜੀ ਅਵਾਸੀ ਆਉਂਦੀ ਹੈ, ਕਿਤੇ ਸੁਸਤ ਹੋ ਜਾਂਦਾ ਨਾ, ਆਦਾ ਕਹਿੰਦਾ ਕੀ ਵੱਲ ਤੂੰ ਐ ਮੂੰਹ ਵੱਢ ਕੇ ਇਹਦੇ ਵਾਸੀਆਂ ਲਈ ਜਾਣਾ। ਅਵਾਸੀ ਐਵੇਂ ਨਹੀਂ ਆਉਂਦੀ। ਦੇਵਦੱਤ ਨਾਮ ਦਾ ਪ੍ਰਾਣ ਹੈ। ਧਨਿਜੈ ਇਹ ਮਰਨ ਤੋਂ ਬਾਅਦ ਪੇਟ ਨੂੰ ਫੈਲਾਉਂਦੀ ਹੈ। ਇਸ ਕਰਕੇ ਇਹ ਜਿਹੜੇ ਤੱਤ ਨੇ ਇਹਨਾਂ ਦਾ ਟਿਕਾਣਾ, ਤੇ ਇਹਦੇ 'ਚ ਪ੍ਰਾਣ
ਰਾਜਿਆਂ ਦਾ ਰਾਜਾ ਰੂਪ ਹੋ ਕਰਕੇ ਰਹਿ ਰਹੇ। ਸਿੱਧਾ ਨੇ ਫਿਰ ਪ੍ਰਸ਼ਨ ਕਰ ਲਿਆ, ਕਹਿੰਦੇ ਸਰੀਰ ਦੀ ਰਚਨਾ ਬਾਰੇ ਜਿਹੜਾ ਤੁਸੀਂ ਇਹ ਗਿਆਨ ਕਰਾਇਆ ਹੈ, ਹੁਣ ਸਾਡਾ ਸਵਾਲ ਦੇਖੋ, ਸਵਾਲ ਦੇ ਵਿੱਚ ਨੇ ਕਿ ਚਲਾਕੀ ਲੁਕੀ ਹੋਈ ਹੈ। ਉਹ ਕਹਿੰਦੇ ਸਰੀਰ ਨੂੰ ਜੋਗੀ ਜਨ ਕਿਹੜੇ ਤਰੀਕੇ ਨਾਲ ਸਫਲਾ ਕਰਦੇ ਨੇ, ਵੀ ਯੋਗ ਦੀ ਪ੍ਰਕਿਰਿਆ ਕਹੋ। ਹੁਣ ਉਹਨਾਂ ਦੇ ਇਹ ਵਿਉਂਤ ਦੇ ਅਨੁਸਾਰ ਸੀ ਗੱਲ ਸਾਰੀ, ਵੀ ਇਹਨਾਂ ਤੋਂ ਯੋਗ ਦੀ ਪ੍ਰਕਿਰਿਆ ਦੱਸਣੀ ਹੋਣੀ। ਅਸੀਂ ਕਹਾਂਗੇ ਵੀ ਸਾਡਾ ਚੇਲਾ ਬਣ ਜਾ, ਤੈਨੂੰ ਅਸੀਂ ਸਿਖਾਲਦੇ ਹਾਂ। ਮਾਰੇ ਕਹਿੰਦੇ ਤੁਸੀਂ ਬਈ ਵੈਸੇ ਤਾਂ ਸਾਡੇ ਗੁਰਮਤ ਦੇ ਵਿੱਚ ਤਾਂ ਇਹਨਾਂ ਗੱਲਾਂ ਨੂੰ ਨਹੀਂ ਹੈ ਕੋਈ ਥਾਂ, ਪਰ ਚਲੋ ਮੇਰੇ ਗੁਰਸਿੱਖਾਂ ਨੂੰ ਜਾਣਕਾਰੀ ਵੀ ਹੋ ਜੂਗੀ। ਅਤੇ ਜੇ ਤੁਸੀਂ ਇਸ ਗੱਲ 'ਤੇ ਖੁਸ਼ ਹੈ, ਮੈਂ ਦੱਸ ਦੇਣਾ ਯੋਗੀ ਕਿਵੇਂ ਸਫਲਾ ਕਰਦੇ ਨੇ, ਯੋਗੀਆਂ ਦਾ ਕੀ ਮਤ ਹੈ। ਇਹ ਫਿਰ ਯੋਗ ਮਤ ਅਨੁਸਾਰ ਕਰਕੇ ਸਾਰਿਆਂ ਅਰਥਾਂ ਤੋਂ ਇਹ ਜਿਹੜਾ ਅਰਥ ਹੈ ਨਾ ਪੰਜਵਾਂ, ਇਹ ਥੋੜ੍ਹਾ ਜਿਹਾ ਜ਼ਿਆਦਾ ਗਹਿਰਾ ਉਤਰੂਗਾ। ਅਤੇ ਇਹਨਾਂ ਹੀ ਤੁਕਾਂ ਦੁਆਰਾ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪੰਜਵੇਂ ਪ੍ਰਸ਼ਨ ਦਾ ਉੱਤਰ ਦੇ ਕੇ ਇਹਨਾਂ ਤੁਕਾਂ ਦੁਆਰਾ ਹੀ ਕਹਿੰਦੇ ਹਨ, ਪੰਜ ਪਰਵਾਨ ਪੰਜ ਪ੍ਰਧਾਨ। ਸਿੱਧੋ ਇਹ ਸਰੀਰ ਨੂੰ ਸਫਲਿਆ ਕਰਨ ਦੇ ਲਈ 5 ਪ੍ਰਕਾਰ ਦੇ ਪ੍ਰਾਣ ਸਮਾਨ ਉਦਾਨ ਬਿਆਨ ਜਿਹੜੇ ਨੇ ਯੋਗ ਮਤ ਦੇ ਅਨੁਸਾਰ ਇਹਨਾਂ ਨੂੰ ਰੋਕ ਕੇ ਅਤੇ ਇਹਨੂੰ ਸਾਧ ਕੇ ਪ੍ਰਾਣਾਯਾਮ ਦੁਆਰਾ ਉਹ ਪ੍ਰਵਾਨ ਹੁੰਦੇ ਨੇ ਜਿਹੜੇ ਯੋਗੀ ਜਨ ਤੁਹਾਡੇ ਵਿੱਚੋਂ। ਫਿਰ ਉਹ 5 ਪ੍ਰਕਾਰ ਦੀ ਪੌਣ ਵਸੀਕਰਨ ਕਰਕੇ ਸੰਸਾਰ ਦੀ ਪ੍ਰਧਾਨ ਮੁਖੀ ਕਹਾਉਂਦੇ ਨੇ, ਅਤੇ ਰਾਜੇ ਮਹਾਰਾਜੇ ਤੁਹਾਨੂੰ ਮੰਨਦੇ ਫਿਰਦੇ ਜਿਹੜੇ ਤੁਹਾਡੇ ਵਿੱਚ ਐਸਾ ਕਰਦੇ ਹਨ। ਪੰਚੇ ਪਾਵਹਿ ਦਰਗਹਿ ਮਾਨ। ਉਹ ਯੋਗੀ ਜਨ ਪੰਜੇ ਅਵਸਥਾ ਖੇਚਰੀ ਭੂਚਰੀ ਚਰਚਰੀ ਗੋਚਰੀ ਉਨਮਨੀ ਦੁਆਰਾ ਉਹ ਦਰ 10ਵੇਂ ਦੁਆਰ ਦੇ ਵਿੱਚ, ਇੱਥੇ ਦਰ 10ਵੇਂ ਦੁਆਰ ਨੂੰ ਕਿਉਂਕਿ ਯੋਗ ਮਤ ਅਨੁਸਾਰ ਅਰਥ ਹੈ ਇਹਦਾ, ਗਹਿ ਜਗ੍ਹਾ ਨੂੰ ਮਾਨ ਗਿਆਨ ਨੂੰ ਪਾਵਹਿ ਪਾ ਲੈਂਦੇ ਨੇ, ਮਾਨ ਸਤਿਕਾਰ ਦੀ ਪ੍ਰਾਪਤੀ ਕਰਦੇ ਨੇ। ਯੋਗ ਦੀਆਂ ਜਿਹੜੀਆਂ 5 ਅਵਸਥਾ ਨੇ ਇਹ, ਹੁਣ ਜਿਵੇਂ ਮੈਂ ਪਹਿਲਾਂ ਕਿਹਾ ਵੀ ਖੇਚਰੀ ਭੂਚਰੀ ਚਰਚਰੀ ਗੋਚਰੀ ਉਨਮਨੀ, ਕੀ ਪਤਾ ਲੱਗਿਆ ਇਹਦਾ ਵੀ ਕੀ ਹੁੰਦੀ ਹੈ। ਇਹਦਾ ਅਰਥ ਹੈ ਖੇਚਰੀ ਕੀ ਕਹਿੰਦੇ ਨੇ, ਯੋਗ ਮਤ ਦੇ ਵਿੱਚ ਜਿਹੜੀ ਜੀਭ ਹੈ ਆਪਣੇ ਮੂੰਹ ਦੇ ਵਿੱਚ, ਇਹ ਯੋਗੀਆਂ ਦੇ ਬੜੇ ਪੁੱਠੇ ਪੁੱਠੇ ਕੰਮ ਨੇ। ਇਹਨਾਂ ਦੇ ਆਪਣੇ ਮਤ ਅਨੁਸਾਰ ਸਿੱਧੇ ਹੋਣਗੇ, ਫਿਰ ਗੁਰਮਤ ਦੇ ਅਨੁਸਾਰ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੰਮ ਟੇਢਾ ਹੈ। ਉਹ ਮੱਖਣੀ ਲੈ ਕੇ ਜੀਭ ਨੂੰ ਇਸ ਤਰ੍ਹਾਂ ਦੋਨਾਂ ਹੱਥਾਂ ਨਾਲ ਮਲਦੇ ਹੈ, ਅਤੇ ਜੀਭ ਨੂੰ ਬਲੇਟ ਨਾਲ ਹੇਠਾਂ 'ਤੇ ਥੋੜ੍ਹੀ ਥੋੜ੍ਹੀ ਕੱਟ ਕੇ ਇਹਨੂੰ ਲੰਮੀ ਐਡੀ ਸਾਰੀ ਗਿੱਟ ਸਾਰੀ ਜੀਭ ਬਣਾ ਲੈਂਦੇ। ਇੰਨੀ ਲੰਮੀ ਜੀਭ ਬਣਾ ਲੈਂਦੇ ਨੇ ਵੀ ਤਾਲੂਏ ਜਿਹੜਾ ਸਰਾਖ ਹੈ ਉੱਪਰ 10 ਦੁਆਰ ਵਾਲੇ ਪਾਸੇ ਨੂੰ, ਉਹਦੇ ਵਿੱਚ ਇਹਨੂੰ ਪਤਲੀ ਹੋਈ ਜੀਭ ਉਹਦੇ ਵਿੱਚ ਫਸਾ ਕੇ ਉੱਪਰ 10ਵੇਂ ਦੁਆਰ ਦੇ ਵਿੱਚ ਲੈ ਜਾਂਦੇ ਨੇ, ਜਿੱਥੇ ਮਿੱਠੀ ਕਫ ਹੈ। ਉਹਨਾਂ ਨੂੰ ਜੋਗੀਆਂ ਨੇ ਅੰਮ੍ਰਿਤ ਮੰਨਿਆ ਹੋਇਆ, ਇਹਦਾ ਨਾਮ ਖੇਚਰੀ ਨਾਮ ਰੱਖਿਆ ਹੈ। ਅਤੇ ਇਸ ਕਰਕੇ ਇਹ ਕਿਰਿਆ ਦੁਆਰਾ ਜੋਗੀ ਆਕਾਸ਼ੀ ਗਿਆਨ ਪ੍ਰਾਪਤ ਕਰ ਲੈਂਦੇ ਨੇ। ਕਹਿੰਦੇ ਤੁਹਾਨੂੰ ਆਕਾਸ਼ ਦੇ ਵਿੱਚ ਵਿਚਰਨ ਦਾ ਗਿਆਨ ਹੋ ਜਾਂਦਾ ਹੈ, ਪਰ ਰੱਬ ਨਹੀਂ ਮਿਲਦਾ। ਦੇਖੋ ਗੁਰੂ ਨਾਨਕ ਸਾਹਿਬ ਨੇ ਕੈਸਾ ਭੰਡਾਰਾ ਗੁਰੂ ਨਾਨਕ ਸਾਹਿਬ ਨੇ ਖੋਲ੍ਹਿਆ। ਫਿਰ ਭੂਚਰੀ ਦੋਵਾਂ ਪ੍ਰਵੱਟਿਆਂ ਦੇ ਵਿਚਕਾਰ ਧਿਆਨ ਟਿਕਾਉਂਦੇ ਹੈ, ਇਹਦੇ ਨਾਲ ਪ੍ਰਿਥਵੀ ਦੇ ਵਿੱਚ ਵਿਚਰਨ ਦੀ ਸ਼ਕਤੀ ਹੋ ਜਾਂਦੀ ਹੈ। ਚਰਚਰੀ ਅਤੇ ਇਹ ਜਿਹੜੀ ਹੈ ਤ੍ਰਿਕੁਟੀ ਦੇ ਵਿੱਚ ਧਿਆਨ ਨੂੰ ਟਿਕਾ ਲੈਂਦੇ ਹੈ, ਜਿਹਦੇ ਨਾਲ ਜਲ ਦੇ ਵਿੱਚ ਚੱਲਣ ਦੀ ਗਮਤਾ ਸ਼ਕਤੀ ਆ ਜਾਂਦੀ, ਪਾਣੀ ਦੇ ਉੱਤੇ ਧਰਤੀ ਵਾਂਗੂ ਤੁਰਿਆ ਫਿਰੇ। ਯੋਗੀਆਂ ਦੇ ਵਿੱਚ ਇਹ ਸ਼ਕਤੀਆਂ ਹੁੰਦੀਆਂ। ਮਹਾਰਾਜ ਕਹਿੰਦੇ ਤੁਹਾਨੂੰ ਐ ਮਿਲੀਆਂ ਨੇ, ਐਕਣ ਤੁਸੀਂ ਸ਼ਕਤੀਆਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਲਈਆਂ ਨੇ। ਅਗੋਚਰੀ ਸਰੀਰ ਦੇ ਜਿਹੜੇ 6 ਚੱਕਰ ਨੇ, ਅਤੇ ਉਹਨਾਂ 6 ਚੱਕਰਾਂ ਨੂੰ ਮੂਲਾਧਾਰ ਚੱਕਰ ਹੈ, ਸੋਏ ਸਥਾਨ ਚੱਕਰ ਹੈ, ਅਨਾਹਤ ਚੱਕਰ ਹੈ, ਇਹ ਚੱਕਰ ਇਹਨਾਂ ਦੀ ਗੱਲ ਅੱਗੇ ਆ ਜਾਊਗੀ। ਉਹ 10ਵੇਂ ਦੁਆਰ 'ਚ ਪ੍ਰਵੇਸ਼ ਕਰਕੇ ਸਮਾ ਜਾਂਦੇ, 10ਵੇਂ ਦੁਆਰ 'ਤੇ ਸਹੰਸਰ ਦਰ ਕਮਲ ਨੂੰ ਦੇਖ ਲੈਂਦੇ ਹੈ। ਇਹ ਤੁਹਾਡੇ ਮੱਤ ਦੇ ਵਿੱਚ ਨੇ ਇਹ ਗੱਲਾਂ। ਉਨਮਨੀ 10ਵੇਂ ਦੁਆਰ 'ਚ ਤਾਲੂਏ ਦੁਆਰਾ ਜਿਹੜੇ ਸਵਾਸਾਂ ਨੂੰ ਖਿੱਚ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਨੀ। 10ਵੇਂ ਦੁਆਰ ਵਿੱਚ ਚੇਤਨ ਦੀ ਜਿਹੜੀ ਜੋਤ ਹੈ ਉਹਦਾ ਮਿਲਾਪ ਕਰਨਾ। ਬ੍ਰਹਮ ਰੁਦਰ ਨੂੰ ਭੰਨ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਨੀ। ਬ੍ਰਹਮ ਰੁਦਰ 10ਵੇਂ ਦੁਆਰ ਨੂੰ ਭੰਨ ਕੇ ਪ੍ਰਾਣਾਂ ਨੂੰ ਤਿਆਗਣਾ ਯੋਗ ਦਾ ਕਮਾਲ ਸਮਝਿਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਗੱਲ ਕਿਵੇਂ ਸਮਝਾਈ ਆਪਾਂ ਨੂੰ। ਕਹਿੰਦੇ ਬਰਮ ਰੁਦਨ ਕੋ ਫੋਰ ਮਨੀਸ਼ਰ ਕੀ ਜੋਤ ਸੋ ਜੋਤ ਕੇ ਮੋਦ ਮਿਲਾਨੀ। 10ਵੇਂ ਗ੍ਰੰਥ 'ਚ ਮਹਾਰਾਜ ਨੇ ਕਿਹਾ, ਇੱਕ ਜੋਗੀ ਦੀ ਗੱਲ ਕਰਦੇ ਹਾਂ। ਬਰਮ ਰਤਨ ਕੋ ਫੋਰ ਮਨੀਸ਼ਰ ਨੇ ਬਰਮ ਰਤਨ ਨੂੰ ਭੰਨਿਆ ਅਤੇ ਉਹਦੀ ਕੀ ਉਹਦੀ ਜੋਤ ਜਿਹੜੀ ਜੋਤ ਦੇ ਵਿੱਚ ਮਿਲਾ ਦਿੱਤੀ। ਬਰਮ ਰਤਨ ਕੋ ਫੋਰ ਮਨੀਸ਼ਰ ਕੀ ਜੋਤ ਸੋ ਜੋਤ ਕੇ ਮੋਦ ਮਿਲਾਨੀ। ਇਹ ਪ੍ਰਮਾਣ ਦਿੱਤਾ ਹੈ ਅਤੇ ਉਹਨੂੰ ਯੋਗ ਦਾ ਕਮਾਲ ਸਮਝਦੇ ਹੈ। ਇਹ ਬ੍ਰਹਮ ਲੋਕ ਦੀ ਪ੍ਰਾਪਤੀ ਕਰਦੇ ਹੋ ਤੁਸੀਂ,
ਤੇ ਮਹਾਰਾਜ ਸਾਹਿਬ ਜੀ ਫਿਰ ਅੱਗੇ ਦੱਸਦੇ ਹਨ ਜੀ, ਪੰਚੇ ਸੋਹ ਹੈ ਦਰ ਰਾਜਾਨ। ਜੋਗੀ ਜਨ ਪੰਜੇ ਕਲੇਸ਼ਾਂ ਅਵਿਦਿਆ ਅਸਮਤਾ ਅਭੀਨ ਵੇਸ ਰਾਗ ਦਵੈਸ਼, ਇਹਨਾਂ ਦੀ ਨਿਵਰਤੀ ਰਾਜਨ ਰਾਜਿਆਂ ਦੇ ਰਾਜਿਆਂ ਦੀ ਨਿਆਂ ਨਿਸ਼ਚਿਤ ਹੋ ਕੇ ਦਰ ਦੁਆਰਿਆਂ ਵਾਲੇ ਸੰਸਾਰ ਵਿੱਚ ਸੋਹੇ ਸ਼ੋਭਦੇ ਨੇ। ਪੰਜ ਕਲੇਸ਼ ਕਿਹੜੇ ਨੇ? ਅਵਿਦਿਆ, ਆਤਮ ਸਰੂਪ ਦੇ ਪ੍ਰਕਾਸ਼ ਤੋਂ ਰਹਿਤ ਹੋਣਾ, ਅਸਮਤਾ ਬਿਰਤੀ ਦੀ ਆਸਮਾਨਤਾ, ਅਭਿਨ ਵੇਸ਼ ਵੇਦ ਸ਼ਾਸਤਰਾਂ ਤੇ ਗੁਰਾਂ ਦੀ ਕਹੀ ਹੋਈ ਗੱਲ ਤੋਂ ਵਿਪਰੀਤ ਹਟ ਕਰਨਾ, ਰਾਗ ਬਹੁਤੇ ਹੀ ਮੋਹ ਕਰਨਾ ਕਿਸੇ ਨਾਲ, ਦਵੈਸ਼ ਕਿਸੇ ਨਾਲ ਵੈਰ ਕਰਨਾ। ਤੋ ਇਸ ਕਰਕੇ ਤੇ ਉਹ ਜਿਹੜਾ ਹੁਣ ਅੱਗੇ ਇਹ ਸਾਰਾ ਜੋਗ ਮਤ ਅਨੁਸਾਰਾ ਸਾਰਾ ਦੱਸਦੇ ਹਨ ਕਿ ਇਹ ਪੰਜ ਕਲੇਸ਼ ਨੇ, ਇਹਨਾਂ ਦੀ ਨਿਵਰਤੀ ਇਸ ਪ੍ਰਕਾਰ ਕਰਦੇ ਹੋ। ਪੰਚਾ ਕਾ ਗੁਰ ਏਕ ਧਿਆਨ। ਜੋਗੀ ਕੀ ਕਰਦੇ ਨੇ? ਪੰਜਾਂ ਤੱਤਾਂ ਦਾ ਧਿਆਨ ਕਰਦੇ ਨੇ। ਏਕ ਇੱਕ ਗੁਰ ਚੇਤਨ ਬ੍ਰਹਮ ਨੂੰ ਧਿਆਉਂਦੇ, ਤੇ ਉਹਨੂੰ ਬ੍ਰਹਮ ਨੂੰ ਧਿਆਉਂਦੇ ਹੋਏ ਦਸਮ ਦੁਆਰ ਵਿੱਚ ਚੇਤਨ ਦੀ ਲਾਟ ਹੈ, ਉਹਦਾ ਦਰਸ਼ਨ ਕਰਦੇ ਨੇ। ਭਾਵ ਕੀ ਹੈ? ਇਹ ਸਾਧਨਾ ਦੁਆਰਾ ਉਹਨਾਂ ਦਾ ਚੇਤਨ ਬ੍ਰਹਮ ਵਿੱਚ ਧਿਆਨ ਜੁੜਦਾ ਹੈ, ਉਹ ਫਿਰ ਆਪਣੇ ਸਰੀਰ ਨੂੰ ਸਫਲਾ ਕਰਦੇ ਨੇ। ਯੋਗ ਸਾਧਨਾ ਦੁਆਰਾ ਜੋਗੀ ਬ੍ਰਹਮ ਲੋਕ ਦੀ ਪ੍ਰਾਪਤੀ ਕਰ ਲੈਂਦੇ ਆ। ਤੇ ਪੰਜਾਂ ਤੱਤਾਂ ਦਾ ਧਿਆਨ ਕਿਵੇਂ ਕਰਦੇ ਆ? ਧਰਤੀ ਦਾ ਧਿਆਨ ਕਰਦੇ ਆ ਗੋਡਿਆਂ ਤੱਕ। ਇਹ ਤੋਂ ਸਿੱਧ ਹੋ ਜਾਵੇ ਨਾ ਜੇ ਧਰਤੀ ਦਾ ਧਿਆਨ ਜੋਗੀਆਂ ਦਾ, ਉਹ ਧਰਤੀ 'ਚ ਦੱਬਿਆ ਹੋਇਆ ਵੀ ਚਾਹੇ ਕਿ ਉਹਨੂੰ 20 ਫੁੱਟ ਹੇਠਾਂ ਧਰਤੀ ਦੱਬ ਦਿਓ, ਉਹ ਵਿੱਚੋਂ ਦੱਬਿਆ ਹੋਇਆ ਆਪਣੇ ਆਪ ਨਿਕਲ ਆਊਗਾ ਬਾਹਰ। ਇਹ ਸਮਰੱਥਾ ਹੈ ਕਿਉਂਕਿ ਇਹ ਯੋਗ ਸਾਧਨਾ ਕੀਤੀ ਹੈ। ਫਿਰ ਉਹ ਗੋਡਿਆਂ ਤੋਂ ਲੈ ਕੇ ਲੱਕ ਤੱਕ ਧਿਆਨ ਧਰਦੇ ਆ। ਇਹਦੇ 'ਚ ਪਾਣੀ ਦਾ ਧਿਆਨ ਧਰਦੇ ਨੇ। ਇਹ ਪਾਣੀ ਦੇ 'ਚ ਡੁੱਬਣ ਦੀ ਜਿਹੜੀ ਹੈ, ਗੋਡਿਆਂ ਤੋਂ ਲੱਕ ਤੱਕ ਦਾ ਜਿਹੜਾ ਧਿਆਨ ਸਾਧਨ ਹੋ ਜਾਵੇ, ਪਾਣੀ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਡੂੰਘਾ ਉਹਨੂੰ ਤਾਂ ਉੱਥੋਂ ਨਿਕਲ ਆਊਗਾ ਜਿਉਂਦਾ। ਤੇ ਫਿਰ ਲੱਕ ਤੋਂ ਨਾਭੀ ਤੱਕ ਦਾ ਧਿਆਨ, ਤੇ ਇਹਦੇ ਵਿੱਚ ਅਗਨੀ 'ਚ ਸੜਦਾ ਨਹੀਂ। ਫਿਰ ਇਹੋ ਜਿਹੀ ਸਮਰੱਥਾ ਉਹਦੇ ਅੱਗ ਦੇ ਵਿੱਚ ਬਹਿ ਜਾ ਜਿਉਂਦਾ, ਅੱਗ ਨੇੜੇ ਨਹੀਂ ਆਊ। ਨਾਭੀ ਤੋਂ ਲੈ ਕੇ ਕੰਠ ਤੱਕ ਆ ਜਿਹੜੀ ਧੁਨੀ ਹੈ ਆਪਣੀ। ਹਵਾ ਦਾ ਧਿਆਨ ਧਰਦੇ ਹੋ ਤੁਸੀਂ, ਜਿਹੜੇ ਕਰਕੇ ਪਾਉਣ ਦੇ ਵਿੱਚ ਉੜਦੇ ਫਿਰਦੇ ਹੋ। ਕਹਿੰਦੇ ਆ ਤੁਸੀਂ ਕਈ ਇੱਲਾਂ ਵਾਂਗੂ ਤੁਰੇ ਫਿਰਦੇ ਹੋ, ਤੁਸੀਂ ਇੱਥੋਂ ਹੀ ਸ਼ਕਤੀਆਂ ਲਈਆਂ। ਤੁਸੀਂ ਉਹ ਤਾਂ ਹੈਰਾਨ ਹੋਈ ਜਾਣ ਵੀ ਸੱਚੇ ਪਾਤਸ਼ਾਹ ਨੂੰ ਇੰਨਾ ਸਾਰਾ ਗਿਆਨ ਹੈ। ਕਹਿੰਦੇ ਇਸ ਤੋਂ ਕਿ ਕੰਠ ਤੋਂ ਦਸਮ ਦੁਆਰ ਤੱਕ ਆਕਾਸ਼ ਦਾ ਧਿਆਨ ਧਰਦੇ ਹੋ, ਜਿਹਦੇ ਕਾਰਨ ਇੱਕ ਥਾਂ ਬੈਠੀਆਂ ਸਾਰੀਆਂ ਗੱਲਾਂ ਤੁਹਾਨੂੰ ਪਤਾ ਲੱਗ ਜਾਂਦਾ, ਸੁਣਨ ਲੱਗ ਜਾਂਦੀਆਂ ਨੇ। ਦੂਰ ਥਾਂ ਦੀ ਗੱਲ ਆਵਾਜ਼ ਸੁਣਦੀ ਹੈ। ਇਹ ਤਰੀਕੇ ਦੇ ਨਾਲ ਇਹ ਜਿਹੜੇ ਯੋਗੀ ਨੇ ਪੁਰਾਣੇ, ਕਹਿੰਦੇ ਇਹ ਕਠਨ ਘਾਲਣਾ ਕਰਦੇ ਤੇ ਯੋਗ ਸਾਧਨਾ ਦੁਆਰਾ ਇਹਨਾਂ ਸ਼ਕਤੀਆਂ ਦੇ ਮਾਲਕ ਬਣ ਜਾਂਦੇ ਆ। ਤੇ ਇਸ ਕਰਕੇ ਯੋਗੀ ਜਿਹੜੇ ਲੋਕ ਨੇ ਇਹ ਸਾਧਨਾ ਤਰੀਕਿਆਂ ਦੇ ਨਾਲ, ਤੇ ਪੰਜ ਯੋਗੀ ਨੇ ਉਹਨਾਂ ਦਾ ਗੁਰ ਕੀ ਹੈ? ਚੇਤਨ ਦੀ ਲਾਟ, ਚੌਮੁਖ ਦੀਵਾ, ਜੋਤ ਦੁਆਰਾ ਮੰਨਦੇ ਆ ਨਾ, ਉਹਦੇ ਵਿੱਚ ਧਿਆਨ ਲੱਗ ਜਾਂਦਾ। ਇਹ ਤਰੀਕੇ ਦੇ ਨਾਲ ਯੋਗ ਦਾ ਫਲ ਪ੍ਰਾਪਤ ਕਰਦੇ ਨੇ। ਬ੍ਰਹਮ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿੰਨਾ ਚਿਰ ਬ੍ਰਹਮਾ ਦੀ ਉਮਰ ਹੈ ਉਨੀ ਦੇਰ ਤੱਕ ਬ੍ਰਹਮ ਲੋਕ 'ਚ ਆਨੰਦ ਮਾਣਨਗੇ। ਜਦੋਂ ਬ੍ਰਹਮਾ ਦੀ ਉਮਰ ਸਮਾਪਤ ਹੋ ਗਈ ਤੇ ਫਿਰ ਉਸੇ ਜਨਮ ਵਿੱਚ ਗਿਆਨ ਦੀ ਪ੍ਰਾਪਤੀ ਹੋ ਗਈ, ਤਾਂ ਕਿਤੇ ਮੁਕਤੀ ਹੁੰਦੀ ਹੈ ਫਿਰ ਉਹਨਾਂ ਦੀ। ਇਹ ਧਿਆਨ ਰੱਖਣਾ ਹੈ। ਇਹ ਅਰਥ ਸਾਡੇ ਗੁਰਮਤਿ ਦੇ ਜਿਹੜੇ ਨੇ ਗੁਰਸਿੱਖਾਂ ਦੇ ਧਾਰਨ ਯੋਗ ਨਹੀਂ, ਇਹ ਜਾਣਕਾਰੀ ਹਿੱਤ ਹੈ। ਇਹਦੀ ਜਾਣਕਾਰੀ ਹੈ, ਪਰ ਇਹ ਯੋਗਾ ਅਭਿਆਸੀ ਯੋਗੀਆਂ ਦੇ ਲਈ ਅਰਥ ਹੈ, ਕਿਉਂਕਿ ਯੋਗੀਆਂ ਦੇ ਨਾਲ ਚਰਚਾ ਹੋ ਰਹੀ ਹੈ ਤਾਂ ਅਰਥ ਕੀਤਾ ਹੈ। ਤੇ ਗੁਰਮਤਿ ਅਨੁਸਾਰ ਕੀ ਹੈ? ਇਹ ਸਾਰੀ ਪ੍ਰਕਿਰਿਆ ਨੂੰ ਜੇ ਗੁਰਮਤਿ ਅਨੁਸਾਰ ਸਮਝਣਾ ਹੈ, ਪ੍ਰਾਣ ਪਰਮੇਸ਼ਰ ਦੀ ਪਛਾਣ ਕਰਨੀ, ਪ੍ਰਾਣ ਅਪਮਾਨ ਦੁਨੀਆ ਦੀ ਪਛਾਣ ਤੋਂ ਰਹਿਤ ਹੋ ਜਾਣਾ, ਅਪਾਨ ਵਾਯੂ ਤੋਂ ਸਿੱਖਿਆ, ਬਿਆਨ ਵਾਯੂ ਤੋਂ ਦਵੈਸ ਤੋਂ ਰਹਿਤ ਹੋਣਾ, ਸਮਾਨ ਵਾਯੂ ਤੋਂ ਪਰਮਾਤਮਾ ਨੂੰ ਵਿਆਪਕ ਸਮਝਣਾ, ਉਦਿਆਨ ਬਾਜੂ ਤੋਂ ਸੰਸਾਰ ਨੂੰ ਉਜਾੜ ਸਮਝਣਾ, ਖੇਚਰੀ ਚਿਦਾਕਾਸ਼ ਵਿੱਚ ਵਿਚਰਨ ਵਾਲੇ ਹੋਣਾ, ਭੂਚਰੀ ਭੂਮਾ ਰੂਪ ਬ੍ਰਹਮ ਵਿੱਚ ਬਿਰਤੀ ਦਾ ਵਿਚਰਨਾ, ਚਰਚਰੀ ਵਾਹਿਗੁਰੂ ਦੇ ਚਾਅ ਉਤਸ਼ਾਹ ਵਿੱਚ ਬਿਰਤੀ ਦਾ ਚੜੀ ਰਹਿਣਾ, ਅਗੋਚਰੀ ਇੰਦਰੀਆਂ ਦੇ ਵਿਸ਼ੇ ਪਦ ਦੀ ਪ੍ਰਾਪਤੀ, ਉਨਮਣੀ ਤੁਰੀਆ ਅਵਸਥਾ। ਤੇ ਇਹਨੂੰ ਅੱਗੇ ਜਪਜੀ ਸਾਹਿਬ ਦੇ ਜਿੱਥੇ ਖੰਡ ਚੱਲਣਗੇ ਉੱਥੇ ਗੱਲ ਖੁੱਲ੍ਹ ਜੂਗੀ ਸਾਰੀ। ਖੇਚਰੀ ਸਤਸੰਗੀ ਧਰਮਖੰਡ, ਭੂਚਰੀ ਸੇਵਕ ਗਿਆਨਖੰਡ, ਚਰਚਰੀ ਸਿੱਖ ਦੇ ਵਾਸਤੇ ਸਰਮਖੰਡ, ਅਗੋਚਰੀ ਸਨਮੁਖ ਕਰਮ ਬਖਸ਼ਿਸ਼ ਦਾ ਖੰਡ, ਉਨਮਣੀ ਗੁਰਮੁਖ ਦੀ ਅਵਸਥਾ ਤੇ ਸੱਚਖੰਡ ਦੀ ਪ੍ਰਾਪਤੀ ਹੈ। ਤੇ ਇਹ ਫਿਰ ਸਿੱਧਾਂ ਨੇ ਸਵਾਲ ਕੀਤਾ ਨਵਾਂ, ਉਹ ਨਿਰਗੁਣ ਨਿਰਾਕਾਰ ਵਾਹਿਗੁਰੂ ਤੇ ਕਿਸੇ ਦੇ ਪ੍ਰਮਾਣ ਦਾ ਵਿਸ਼ਾ ਹੈ? ਤੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਸਿੱਧੋ, ਉਹ ਪਰਮਾਤਮਾ ਵਿਧੀ ਪੱਖ ਦੇ ਜੇ ਲਈਏ
ਤੇ ਵਿਧੀ ਪੱਖ ਦੇ ਵਿਸ਼ੇ ਤਾਂ ਕਥਨ ਕੀਤਾ ਜਾ ਸਕਦਾ ਹੈ, ਨਿਖੇਧ ਪੱਖ ਦੇ ਅਵਿਸ਼ੇ ਹੈ। ਉਹ ਅਵਿਸ਼ੇ ਵੀ ਹੈ, ਉਹ ਵਿਸ਼ੇ ਵੀ ਹੈ। ਵਿਧੀ ਪੱਖ ਦੇ ਵਿਸ਼ੇ ਹੈ, ਨਿਖੇਧ ਪੱਖ ਦੇ ਅਵਿਸ਼ੇ ਹੈ। ਉਹਨੂੰ ਇਸੇ ਤਰ੍ਹਾਂ ਜੇ ਤੁਸੀਂ ਸਮਝਣਾ ਚਾਹੁੰਦੇ ਤਾਂ ਸਮਝੋ। ਮਹਾਰਾਜ ਸਾਹਿਬ ਜੀ ਨੇ ਫਿਰ ਇਹ ਅਗਲਾ ਅਰਥ ਜਿਹੜਾ ਹੈ ਗਰੀਬ ਨਿਵਾਜ ਸਤਿਗੁਰੂ ਨੇ 6ਵਾਂ ਅਰਥ ਫਿਰ ਇਸੇ ਤੁਕਾਂ ਦਾ ਇਉਂ ਕੀਤਾ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ। ਇਹ ਸਿੱਧੋ ਪੰਜ ਪ੍ਰਮਾਣ, ਪ੍ਰਮਾਣ ਸ਼ਬਦ ਪ੍ਰਮਾਣ, ਅਨੁਮਾਨ ਪ੍ਰਮਾਣ, ਉਪਮਾਨ ਪ੍ਰਮਾਣ, ਅਰਥਾਵਤੀ ਪ੍ਰਮਾਣ, ਅਨਪੁਲਬਧੀ ਪ੍ਰਮਾਣ, ਅਤੇਜਿਕ ਪ੍ਰਮਾਣ। ਅਨਪੁਲਬਧੀ ਦੇ ਦੋ ਨਾਂ। ਇਹਨਾਂ ਪੰਜਾਂ ਪ੍ਰਮਾਣਾਂ ਤੇ 6ਵਾਂ ਜਿਹੜਾ ਪ੍ਰਤੱਖ ਪ੍ਰਮਾਣ ਹੈ ਉਹ ਪੰਜ ਕੀ ਹੈ, ਸ੍ਰੇਸ਼ਟ ਹੈ। ਪ੍ਰਧਾਨ ਕੀ ਹੈ, ਮੁਖੀ ਹੈ, ਕਿਉਂਕਿ ਸਾਰਿਆਂ ਪ੍ਰਮਾਣਾਂ ਦੀ ਸਿੱਧੀ ਪ੍ਰਤੱਖ ਪ੍ਰਮਾਣ ਦੁਆਰਾ ਹੁੰਦੀ ਹੈ। ਪੰਚੇ ਪਾਵਹਿ ਦਰਗਹਿ ਮਾਨ। ਇਹ ਪੰਜੇ ਪ੍ਰਮਾਣ ਜਿਹੜੇ ਪ੍ਰਮਾਣ ਦਰਗਹਿ ਦਰ ਜਮਾ ਗਹਿ, ਦਰ ਵਿੱਚ ਗਹਿ ਜਗ੍ਹਾ, ਭਾਵ ਅੰਤਸ਼ਕਰਨ ਰੂਪੀ ਜਗ੍ਹਾ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਮਾਨ ਗਿਆਨ ਪ੍ਰਤੱਖ ਦੁਆਰਾ ਹੀ ਪਾਵੈ ਪਾਉਂਦੇ ਹਨ। ਪੰਚੇ ਸੋਹੈ ਦਰ ਰਾਜਾਨ। ਇਹਨਾਂ ਪੰਜੇ ਪ੍ਰਮਾਣਾਂ ਦਾ ਦਰ ਕੀ ਵਿੱਚ ਰਾਜਾਨ, ਰਾਜਾਂ ਦਾ ਰਾਜਾ ਰੂਪ ਹੋ ਕਰਕੇ ਪ੍ਰਤੱਖ ਪ੍ਰਮਾਣੀ ਸੋਹੇ ਸ਼ੋਭਦਾ ਹੈ। ਪੰਚਾ ਕਾ ਗੁਰ ਏਕ ਧਿਆਨ। ਇਹਨਾਂ ਪੰਜਾਂ ਪ੍ਰਮਾਣਾਂ ਦਾ ਜੋ ਗੁਰ ਏਕ, ਇੱਕ ਪ੍ਰਤੱਖ ਪ੍ਰਮਾਣ ਹੀ ਇਹਨਾਂ ਦਾ ਪੂਜਨੀਕ ਹੈ, ਉਹ ਦੁਆਰਾ ਸਤਿਗੁਰੂ ਦਾ ਧਿਆਨ ਧਰੋ। ਤੇ ਦੂਸਰਾ ਭਾਵ ਦੱਸਦੇ ਹਨ ਜੇ ਇਹ ਦੱਸਿਆ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ। ਪੰਜ ਪ੍ਰਵਾਨ ਪੰਜ ਪ੍ਰਧਾਨ, ਇਹ ਦੂਸਰਾ ਭਾਵ ਇਹ ਦੱਸਿਆ ਕਹਿੰਦੇ ਜਿਹੜਾ ਅਨੁਮਾਨ ਪ੍ਰਮਾਣ ਪੰਜ ਸ੍ਰੇਸ਼ਟ ਵਾਹਿਗੁਰੂ ਸਰਵ ਵਿਆਪਕ ਦਰਸਾਉਣ ਦੇ ਲਈ ਆਕਾਸ਼ ਆਦਿ ਦੀ ਉਪਮਾ ਦੇ ਕੇ ਪ੍ਰਮਾਣ ਨਹੀਂ ਕਰੀਦਾ, ਪਰ ਅਨੁਮਾਨ ਪ੍ਰਮਾਣ ਦੁਆਰਾ ਪੰਜ ਸ੍ਰੇਸ਼ਟ ਵਾਹਿਗੁਰੂ ਨੂੰ ਦੁਨੀਆ ਦਾ ਪ੍ਰਧਾਨ ਮੁਖੀ ਕਰਕੇ ਜਾਣੀਦਾ ਹੈ। ਪੰਚੇ ਪਾਵਹਿ ਦਰਗਹਿ ਮਾਨ। ਅਰਥਾਪਤੀ ਪ੍ਰਮਾਣ ਦੁਆਰਾ ਦਰਗਹਿ ਅੰਤਕਰਨ ਦੀ ਜਗ੍ਹਾ ਦੇ ਵਿੱਚ ਉਸ ਦੇ ਮੰਨਣ ਗਿਆਨ ਨੂੰ ਪਾਵੇ ਪਾਈਦਾ ਹੈ। ਪੰਚੇ ਸੋਹੈ ਦਰ ਰਾਜਾਨ। ਅਨਪੁਲਬਧੀ ਪ੍ਰਮਾਣ ਅਤੇਜਿਕ ਪ੍ਰਮਾਣ ਦੁਆਰਾ ਪੰਚੇ ਸ੍ਰੇਸ਼ਟ ਸੰਤ ਜਨ ਰਾਜਨ, ਰਾਜਿਆਂ ਦੇ ਨਿਆਈ ਸਤ ਸੰਗ ਦਰ ਦੇ ਵਿੱਚ ਸੋਹੇ ਸ਼ੋਭਦੇ ਪ੍ਰਤੱਖ ਪ੍ਰਭੂ ਨੂੰ ਪਾਉਂਦੇ ਹਨ। ਪੰਚਾ ਕਾ ਗੁਰ ਏਕ ਧਿਆਨ। ਗੁਰ ਸਤਿਗੁਰਾਂ ਦੇ ਸ਼ਬਦ ਪ੍ਰਮਾਣ ਕਰਕੇ ਪ੍ਰਤੱਖ ਪ੍ਰਮਾਣਾਂ ਦੁਆਰਾ ਇੱਕ ਅਦਵੈਤ ਸਰੂਪ ਕੌਣ ਹੈ, ਵਾਹਿਗੁਰੂ, ਉਹਦੇ ਵਿੱਚ ਧਿਆਨ ਰੱਖੋ। ਪੰਜਾਂ ਪ੍ਰਮਾਣਾਂ ਦੇ ਅੰਦਰ ਜੋ ਗੁਰੂ ਬ੍ਰਹਮ ਪ੍ਰਤੱਖ ਚੇਤਨ ਹੈ ਉਹਨੂੰ ਧਿਆਕਾਰ ਬਿਰਤੀ ਕਰਕੇ ਧਿਆਉਣਾ ਕਰੋ। ਹੇ ਸਿੱਧੋ, ਇਸ ਪ੍ਰਕਾਰ ਪਰਮਾਤਮਾ ਦੇ ਖੱਟ ਪ੍ਰਮਾਣਾਂ ਦੇ ਵਿਧੀ ਪੱਖ ਦੁਆਰਾ ਵਿਸ਼ੇ ਹੈ, ਨਿਖੇਧ ਪੱਖ ਦੁਆਰਾ ਸਵੈ ਅਨੁਭਵ ਪ੍ਰਮਾਣ, ਸੋਏ ਸਰੂਪ ਉਹ ਆਪਣਾ ਆਪ ਹੀ ਜਾਣਦਾ ਹੈ, ਹੋ ਕਿਸੇ ਪ੍ਰਮਾਣ ਦੁਆਰਾ ਉਹ ਜਾਣਿਆ ਨਹੀਂ ਜਾਂਦਾ। ਐਸਾ ਅਗੰਮੀ ਪਰਮੇਸ਼ਰ ਵਾਹਿਗੁਰੂ ਹੈ। ਪੰਚੇ ਮੁਖੀ ਪੁਰਸ਼ਾਂ ਦਾ ਦਰ ਦੁਆਰਿਆਂ ਵਾਲੇ ਸੰਸਾਰ ਵਿੱਚ ਰਾਜਨ ਰਾਜਾ ਰੂਪ ਹੋ ਕੇ ਸੋਹੇ ਸ਼ੋਭਦੇ ਨੇ। ਚੇਤਨ ਬ੍ਰਹਮ ਕਰਕੇ ਹੀ ਰਾਜਨ ਰਾਜਿਆਂ ਆਦਿਕ ਦੇ ਇਹ ਜਿਹੜੇ ਬਣੇ ਹੋਏ ਸ਼ੋਭਨੇ ਨੇ, ਇਹ ਵੀ ਬ੍ਰਹਮ ਚੇਤਨ ਕਰਕੇ ਹੈ ਜਿਹੜੇ ਰਾਜੇ ਮਹਾਰਾਜੇ ਬਣੇ ਫਿਰਦੇ ਹੈ। ਪੰਜ ਪ੍ਰਸਿੱਧ ਅਕਾਲ ਪੁਰਖ ਪਰਮਾਤਮਾ ਦੇ ਚੇਤਨ ਸਰੂਪ ਨੂੰ ਗੁਰ ਏਕ ਇੱਕ ਸਤਿਗੁਰਾਂ ਦੁਆਰਾ ਹੀ ਧਿਆਉਣਾ ਚਾਹੀਦਾ। ਭਾਵ ਕੀ ਹੈ, ਸਾਰਿਆਂ ਦੇ ਅੰਦਰ ਗੁਰ ਚੇਤਨ ਸੱਤਾ ਦੇਣ ਵਾਲਾ ਪਰਮਾਤਮਾ ਹੈ। ਤਤਵੇ ਤੇ ਉਸ ਬ੍ਰਹਮ ਚੇਤਨ ਦਾ ਹੀ ਧਿਆਨ ਕਰਦੇ ਨੇ, ਉਹਦੇ ਵਿੱਚ ਇਹਦੇ ਨਾਲ ਜੁੜੇ ਰਹਿੰਦੇ ਨੇ। ਪੰਚਾਂ ਦਾ ਈਸ਼ਵਰ ਵਿਸ਼ਨੂੰ ਸ਼ਿਵ ਸੂਰਜ ਗਣੇਸ਼ ਇਹ ਪੰਜ ਈਸ਼ਵਰ ਮੰਨੇ ਨੇ। ਰਮਾਇਣ ਦੇ ਅੰਦਰ ਇਹਨਾਂ ਦਾ ਵੇਰਵਾ ਹੈ, ਹੋਰਾਂ ਗ੍ਰੰਥਾਂ 'ਚ ਵੀ ਹੈ। ਉਹਨਾਂ ਦਾ ਗੁਰ ਚੇਤਨ ਕੌਣ ਹੈ, ਵਾਹਿਗੁਰੂ। ਉਹ ਚੇਤਨੀ ਉਹਨਾਂ ਦਾ ਗੁਰੂ ਹੈ ਸਾਰਿਆਂ ਦਾ। ਅਤੇ ਉਸ ਕਰਕੇ ਇੱਕ ਪਰਮੇਸ਼ਰ ਦੇ ਵਿੱਚ ਧਿਆਨ ਲਾਉਣ ਦੀ ਲੋੜ ਹੈ। ਤੁਸੀਂ ਇਹੋ ਜਿਹੇ ਸਿੱਧ ਜਿਹੜੇ ਸਿੱਧਾਂ ਨੂੰ ਕਹਿੰਦੇ ਸਿੱਧੇ ਰਸਤੇ ਦਾ ਗਿਆਨ ਕਿਉਂ ਨਹੀਂ ਪ੍ਰਾਪਤ ਕਰਦੇ? ਤੁਸੀਂ ਇਹ ਪ੍ਰਸ਼ਨਾਂ ਦੇ ਵਿੱਚ ਜਾਲ ਕਿਉਂ ਵਿਛਾਉਂਦੇ? ਪ੍ਰਸ਼ਨਾਂ ਦਾ ਤੁਸੀਂ ਪ੍ਰਸ਼ਨ ਕਰੀ ਜਾਓਗੇ, ਮੈਂ ਉੱਤਰ ਦੇਈ ਜਾਊਂ। ਕੋਈ ਬੰਦਗੀ ਦੀ ਗੱਲ ਕਰੋ, ਕੋਈ ਉਹੀ ਜਿਹੀ ਗੱਲ ਕਰੋ ਜਿਹਦੇ 'ਚ ਸੁਣਨ ਵਾਲਿਆਂ ਨੂੰ ਲਾਭ ਪ੍ਰਾਪਤ ਹੋਵੇ। ਉਹ ਕਹਿੰਦੇ ਜੀ ਠੀਕ ਹੈ, ਆਪ ਦੇ ਤੁਹਾਡੇ ਕਹੇ ਅਨੁਸਾਰ ਪਰਮਾਤਮਾ ਬੇਅੰਤ ਹੈ, ਅਤੇ ਫਿਰ ਕੋਈ ਤਾਂ ਐਸਾ ਹੋਊਗਾ ਜਿਹੜਾ ਸੰਪੂਰਨ ਉਹਦੀ ਵਿਚਾਰ ਨੂੰ ਕਹਿ ਸਕਦਾ ਹੋਊਗਾ। ਮਹਾਰਾਜ ਕਹਿੰਦੇ ਹੱਦ ਹੋ ਗਈ, ਸੰਪੂਰਨ ਵਿਚਾਰ ਨੂੰ ਐਡਾ ਸਮਰੱਥ ਕਿਹੜਾ ਹੈ? ਅਤੇ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਕਥਨ ਕਰਦੇ ਹਨ, ਦੱਸਦੇ ਹਨ, ਜੇ ਕੋ ਕਹੈ ਕਰੈ ਵਿਚਾਰ। ਹੇ ਸਿੱਧੋ, ਜੇਕਰ ਕੋਈ ਕਹੇ ਕਿ ਮੈਂ ਉਸ ਪਰਮਾਤਮਾ ਦੇ ਵਿਚਾਰ ਸੰਪੂਰਨ ਤੌਰ 'ਤੇ ਕਹੇ ਕਿ ਇਹ ਕਹਿ ਸਕਦਾ, ਉਹਦਾ ਅੰਤ ਪਾ ਸਕਦਾ, ਤਾਂ ਫਿਰ ਉਸ ਦੀ ਭੁੱਲ ਹੋਏਗੀ, ਉਹਦੀ ਗਲਤੀ ਹੋਏਗੀ।
ਕਿਉਂਕਿ ਦੱਸਦੇ ਹਨ ਜੀ ਕਰਤੇ ਕੈ ਕਰਣ ਨਾਹੀ ਸਮਾਰ। ਉਹ ਕਰਤਾ ਪੁਰਖ ਵਾਹਿਗੁਰੂ ਦੇ ਕਰਨੇ ਕੀਤੇ ਹੋਏ ਕਰਤੱਵਾਂ, ਭਾਵ ਉਹਦੇ ਰਚੇ ਹੋਏ ਸੰਸਾਰ ਨੂੰ, ਉਹਦੀ ਸੁਮਾਰ ਗਿਣਤੀ ਨਹੀਂ ਆਉਂਦੀ, ਨਾ ਹੀ ਕਹੀਏ ਨਹੀਂ ਆ ਸਕਦੀ। ਫਿਰ ਪਰਮਾਤਮਾ ਦਾ ਸੰਪੂਰਨ ਵਿਚਾਰ ਤਾਂ ਕਿਵੇਂ ਹੋ ਸਕਦਾ ਹੈ? ਉਹਦੇ ਤਾਂ ਕਰਤੇ ਕੀਤੇ ਹੋਏ ਦੀ ਗਿਣਤੀ ਨਹੀਂ ਆਉਂਦੀ। ਤੇ ਸਿੱਧੇ ਇੱਥੇ ਵੇ ਕਹਿੰਦੇ ਨੇ, ਕਹਿੰਦੇ ਕਰਤੱਵਾਂ ਦਾ ਇਹ ਤਾਂ ਪਤਾ ਲੱਗ ਹੀ ਰਿਹਾ। ਕਹਿੰਦੇ ਕਿਵੇਂ? ਇਹ ਕਰਤੇ ਪੁਰਖ ਨੇ ਜਿਹੜੇ 84 ਲੱਖ ਜੂਨ ਬਣਾਈ ਹੈ ਤੇ 50 ਕਰੋੜ ਜੋਜਨ ਧਰਤੀ ਬਣਾਈ ਹੈ। ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਵੀ 50 ਕਰੋੜ ਹੈ, ਉਹਦਾ ਹੀ ਪ੍ਰਮਾਣ ਮਹਾਰਾਜ ਨੇ ਬਸ ਇੱਕ ਕੋਟ 50। ਕਹਿੰਦੇ ਧੌਲੇ ਬਲਦ ਦੀ ਚੁੱਕੀ ਹੋਈ ਹੈ, ਚਿੱਟੇ ਰੰਗ ਦਾ ਬਲਦ ਹੈ ਜਿਹਨੇ ਧਰਤੀ ਚੱਕੀ ਹੋਈ ਹੈ। ਤੇ ਕਹਿੰਦੇ ਦੇਖੋ ਉਹ ਜਿਹੜਾ ਧੌਲਾ ਬਲਦ ਹੈ, ਕਹਿੰਦੇ ਮਹਾਰਾਜ ਨੂੰ ਕਹਿੰਦੇ ਕਿੱਡੀ ਸ਼ਕਤੀ ਵਾਲਾ ਹੋਊਗਾ, ਉਹ ਕਿਹੋ ਜਿਹੇ ਸਰੂਪ ਵਾਲਾ ਹੋਊਗਾ ਜੋ ਸਾਰਾ ਐਡਾ ਵੱਡਾ ਭਾਰ ਚੱਕੀ ਖੜਾ ਹੈ। ਇਹ ਕਿੱਡਾ ਵੱਡਾ ਕਰਤੱਵ ਹੈ। ਮਹਾਰਾਜ ਨੇ ਕਿਹਾ, ਕਹਿੰਦੇ ਇਹ ਸੁਣ ਕੇ ਮਹਾਰਾਜ ਫਰਮਾਉਂਦੇ ਕਿ ਸਿੱਧੋ ਤੁਸੀਂ ਬਹੁਤ ਬੜੇ ਭੁਲੇਖੇ ਦੇ ਵਿੱਚ ਹੋ, ਭੁਲੇਖਾ ਦੂਰ ਕਰੋ ਆਪਣਾ। ਧੌਲ ਧਰਮ ਦਇਆ ਕਾ ਪੂਤ। ਤੁਸੀਂ ਜਿਹੜਾ ਗਾਂ ਦਾ ਬੱਚਾ ਮੰਨਿਆ ਵੀ ਉਹ ਧੌਲਾ ਬਲਦ ਹੈ, ਧੌਲ ਧਰਮ, ਕਹਿੰਦੇ ਧੌਲਾ ਬਲਦ ਤਾਂ ਹੈਗਾ ਪਰ ਗਾਂ ਨੂੰ ਨਹੀਂ ਜੰਮਿਆ ਹੋਇਆ। ਕਿਉਂ? ਕਹਿੰਦੇ ਭਾਈ ਗੱਲ ਇਹ ਹੈ, ਉਹ ਦਇਆ ਤੋਂ ਪੈਦਾ ਹੋਇਆ, ਦਇਆ ਦਾ ਪੁੱਤਰ ਹੈ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋੜੀਐ, ਜਬ ਲਗ ਘਟ ਮੈਂ ਪ੍ਰਾਨ। ਧੌਲ ਧਰਮ ਦਇਆ ਕਾ ਪੁੱਤ। ਸੱਚ ਤਾਂ ਇਹ ਆ ਵੀ ਧੌਲਾ ਬਲਦ ਤੁਸੀਂ ਜਿਹਦਾ ਜ਼ਿਕਰ ਕੀਤਾ ਉਹ ਹੱਡ ਚੰਮ ਦਾ ਨਹੀਂ ਬਣਿਆ ਹੋਇਆ, ਗਾਂ ਨੂੰ ਨਹੀਂ ਜੰਮਿਆ। ਜਿਹਦੇ ਆਸਰੇ ਧਰਤੀ ਖੜੀ ਆ ਉਹ ਦਇਆ ਦਾ ਪੁੱਤਰ ਧਰਮ ਹੈ। ਧਰਮ ਤੋਂ ਦਇਆ ਪੈਦਾ ਹੁੰਦੀ ਹੈ, ਦਇਆ ਤੋਂ ਬਿਨਾਂ ਹਿਰਦੇ 'ਚ ਧਰਮ ਦੀ ਉਤਪਤੀ ਨਹੀਂ ਹੁੰਦੀ। ਇਸ ਕਰਕੇ ਧਰਮ ਹੀ ਧਰਤੀ ਦਾ ਆਸਰਾ ਹੈ। ਸਾਰੀ ਧਰਤੀ ਧਰਮ ਦੇ ਆਸਰੇ ਸਥਿਤ ਹੈ। ਧਰਮ ਨਾਮ ਹੀ ਧਾਰਨ ਕਰਨ ਯੋਗ ਦਾ ਹੈ, ਕਿਉਂਕਿ ਸੰਸਕ੍ਰਿਤ ਧਰੀ ਧਾਤੂ ਤੋਂ ਧਰਮ ਬਣਿਆ। ਧਰਮ ਦੀ ਹੋਂਦ, ਉਹ ਧਾਰਨੇ ਯੋਗ ਹੋਣ ਕਰਕੇ ਧਰੀ ਦਾ ਅਰਥ ਹੈ ਧਾਰਨੇ ਯੋਗ। ਧਰਮ ਦੀ ਹੋਂਦ ਦੁਆਰਾ ਧਰਤੀ ਟਿਕੀ ਹੋਈ ਹੈ। ਤੇ ਜਦੋਂ ਵੀ ਧਰਤੀ ਉੱਪਰ ਧਰਮ ਦੀ ਹਾਨੀ ਹੁੰਦੀ ਹੈ, ਉਦੋਂ ਪਰਮੇਸ਼ਰ ਨੂੰ ਆਪ ਫਿਰ ਆਉਣਾ ਪੈਂਦਾ ਹੈ ਧਰਤੀ ਦੇ ਉੱਤੇ। ਤੇ ਤੁਸੀਂ ਇਹ ਜਿਹੜਾ ਗਾਂ ਦਾ ਬੱਚਾ ਮੰਨਿਆ ਹੈ, ਇਹ ਤੁਸੀਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਇਹ ਮੰਨ ਲਿਆ ਹੈ? ਤੇ ਇਸ ਕਰਕੇ ਇਹ ਤੁਹਾਡਾ ਅਗਿਆਨ ਹੈ। ਇਹਨੂੰ ਆਪਣੇ ਅਗਿਆਨ ਨੂੰ ਕਰੋ ਦੂਰ। ਤੇ ਉਹ ਕੋਈ ਗਾਂ ਦਾ ਬੱਚਾ ਨਹੀਂ ਹੈ। ਜੇ ਤੁਸੀਂ ਗਾਂ ਦਾ ਬੱਚਾ ਮੰਨ ਲਿਆ ਤਾਂ ਫਿਰ ਤੁਸੀਂ ਇਹ ਸਮਝ ਲਓ ਵੀ ਆਪਣੇ ਕੀਤੇ ਹੋਏ ਪ੍ਰਸ਼ਨਾਂ ਦੇ ਵਿੱਚ ਤੁਸੀਂ ਆਪ ਹੀ ਫਸ ਜਾਣਾ। ਉਹ ਧਰਤੀ ਦੇ ਭਾਰ ਚੁੱਕਣ ਵਾਲਾ ਬਲਦ ਨਹੀਂ, ਧਰਮ ਹੈ। ਤੇ ਅੱਗੇ ਦੱਸਦੇ ਹਨ ਫਿਰ ਸੰਤੋਖ ਥਾਪ ਰਖਿਆ ਜਨ ਸੂਤ। ਕਹਿੰਦੇ ਜਿਸ ਪ੍ਰਭੂ ਨੇ ਸਾਰੇ ਜਗਤ ਨੂੰ ਸੂਤ ਮਰਿਆਦਾ ਵਿੱਚ ਤੇ ਉਹ ਪ੍ਰਬੰਧ ਨੂੰ ਧਰਮ ਰੂਪੀ ਬਲਦ ਦੇ ਉੱਪਰ ਸੰਤੋਖ ਦੇ ਨਾਲ ਸਥਾਪਨਾ ਕੀਤੀ ਹੋਈ ਹੈ। ਇਹ ਸੰਤੋਖ ਦੇ ਨਾਲ ਉਹਨੇ ਸਾਰਾ ਇਸ ਨੂੰ ਬੰਨ੍ਹ ਕੇ ਰੱਖਿਆ ਹੋਇਆ। ਸੂਤ ਨਾਮ ਮਰਿਆਦਾ ਦਾ ਜਾਣਨਾ। ਜੇ ਕੋ ਬੁੱਝੈ ਹੋਵੇ ਸਚਿਆਰ। ਜੇ ਕੋਈ ਇਸ ਭੇਦ ਨੂੰ ਬੁੱਝੇ ਸਮਝ ਲੈਂਦਾ ਹੈ, ਉਹ ਸਚਿਆਰ ਕੌਣ ਹੈ? ਪਰਮਾਤਮਾ ਉਹਦਾ ਰੂਪ ਹੋ ਜਾਂਦਾ ਹੈ। ਇਸੇ ਤੋਂ ਜੇ ਕੋਈ ਇੰਨੀ ਵਿਚਾਰ ਨੂੰ ਬੁੱਝ ਕੇ ਸਚਿਆਰ ਸਚਾਈ ਵਾਲਾ ਜਾਣ ਕੇ ਵੀ ਇਹ ਕਹੇ ਵੀ ਗਾਂ ਦਾ ਬੱਚਾ ਬਲਦ ਦੀ ਧਰਤੀ ਚੁੱਕੀ ਖੜਾ ਹੈ, ਤਾਂ ਫਿਰ ਮਹਾਰਾਜ ਕਹਿੰਦੇ ਅਸੀਂ ਇੱਕ ਪ੍ਰਸ਼ਨ ਕਰਦੇ ਹਾਂ। ਹੁਣ ਤੁਸੀਂ ਤਾਂ ਪ੍ਰਸ਼ਨ ਕਰ ਲਏ ਬਹੁਤ, ਹੁਣ ਮੈਂ ਇੱਕ ਪ੍ਰਸ਼ਨ ਕਰਦਾ ਜਿਹੜਾ ਤੁਸੀਂ ਬਲਦ ਦੇ ਬੱਚੇ ਵਾਲੀ ਗੱਲ ਕੀਤੀ ਹੈ। ਕਹਿੰਦੇ ਜੀ ਦੱਸੋ। ਮਹਾਰਾਜ ਸਾਹਿਬ ਨੇ ਫਿਰ ਅੱਗੇ ਪ੍ਰਸ਼ਨ ਰੂਪ ਦੇ ਪੰਕਤੀ ਉਚਾਰੀ ਹੈ। ਧਵਲ ਹੈ ਉੱਪਰ ਕੀਤਾ ਭਾਰ। ਜਿਹੜੀ ਚਿੱਟੇ ਰੰਗ ਦੇ ਬਲਦ ਨੇ ਧਰਤੀ ਚੁੱਕੀ ਹੋਈ ਹੈ, ਕਹਿੰਦੇ ਉਹਦੇ ਉੱਪਰ ਕਿੰਨਾ ਕੁ ਭਾਰ ਵਜਨ ਹੋਊਗਾ? ਧਰਤੀ ਦਾ ਕਿਤੇ ਥੋੜਾ ਭਾਰ ਹੈ। ਤੇ ਫਿਰ ਉਹ ਬਲਦ ਕਿੰਨਾ ਬਲਵਾਨ ਹੋਊਗਾ? ਸਿੱਧੋ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਲਦ ਹੀ ਚੁੱਕੇ, ਫਿਰ ਤਾਂ ਬਲਦ ਬਹੁਤ ਤਕੜਾ ਹੋਣਾ ਹੈ ਜਿਹੜਾ ਐਡਾ ਬੜਾ ਭਾਰ ਚੱਕੀ ਫੜਾ ਹੈ। ਉਹ ਕਿੰਨਾ ਕੁ ਭਾਰ ਚੁੱਕ ਸਕਦਾ? ਇਹਦੀ ਵਿਚਾਰ ਕਰੋ ਵੀ ਇੱਕ ਬਲਦ ਕਿੰਨਾ ਭਾਰ ਚੁੱਕ ਸਕਦਾ ਹੈ। ਤੇ ਉਹ ਹੁਣ ਸੋਚਣ ਲੱਗ ਪਏ ਵੀ ਗੱਲ ਤਾਂ ਇਹ ਠੀਕ ਹੈ, ਕਿੰਨਾ ਕੁ ਬਲਵਾਨ ਹੈ। ਸਿੱਧਾ ਨੇ ਕਿਹਾ ਮਹਾਰਾਜ ਵੀ ਇਹ ਵੀ ਤਾਂ ਹੋ ਸਕਦਾ ਵੀ ਜਿੱਡੀ ਬੜੀ ਧਰਤੀ ਹੈ ਉੱਡਾ ਬੜਾ ਹੀ ਬਲਦ ਹੋਵੇ, ਉੱਡਾ ਸ਼ਕਤੀ ਵਾਲਾ ਹੋਵੇ। ਇਹ ਸੁਣ ਕੇ ਮਹਾਰਾਜ ਕਹਿਣ ਲੱਗੇ ਸਿੱਧੋ
ਇਹ ਗੱਲ ਮੰਨਣ ਵਾਲੀ ਤਾਂ ਨਹੀਂ ਹੈ। ਪਰ ਜੇ ਤੁਹਾਡਾ ਚਿੱਤ ਇਹਦੇ 'ਚ ਪ੍ਰਸੰਨ ਹੁੰਦਾ ਹੈ ਵੀ ਮੈਂ ਇਹਨੂੰ ਮੰਨ ਕੇ ਇੱਕ ਹੋਰ ਪ੍ਰਸ਼ਨ ਕਰੂੰ ਫਿਰ ਤੁਹਾਡੇ ਤੇ, ਕਹਿੰਦੇ ਦੱਸੋ, ਜੇ ਮੰਨ ਲਓ ਵੀ ਧਰਤੀ ਵੱਡਾ ਸਾਰਾ ਇੱਕ ਬਲਦ ਹੈ, ਤੁਸੀਂ ਮੰਨ ਲਿਆ ਗਾਂ ਨੂੰ ਜੰਮਿਆ ਹੋਇਆ, ਪਹਿਲੀ ਤਾਂ ਗੱਲ ਹੈ ਫਿਰ ਉਹਦੀ ਮਾਂ ਜਿਹੜੀ ਹੈ ਗਾਂ, ਉਹ ਵੀ ਬਹੁਤ ਵੱਡੀ ਬਲਵਾਨ ਹੋਊ। ਇਹ ਨਿਆਣਿਆਂ ਵਾਲੀਆਂ ਬੱਚਿਆਂ ਵਾਲੀਆਂ ਗੱਲਾਂ ਤੁਹਾਡੀਆਂ। ਪਰ ਚਲੋ ਤੁਹਾਡੀ ਗੱਲ ਨੂੰ ਮੰਨ ਕੇ ਮੈਂ ਇੱਕ ਪ੍ਰਸ਼ਨ ਕਰਦਾ, ਇਹ ਦੱਸੋ, ਕਹਿੰਦੇ ਉਹ ਜਿਹੜੇ ਬਲਦ ਨੇ ਧਰਤੀ ਚੁੱਕੀ ਹੋਈ ਹੈ, ਤੇ ਉਹ ਬਲਦ ਦੇ ਪੈਰਾਂ ਹੇਠ ਕੀ ਆਸਰਾ ਹੈ? ਜਦੋਂ ਕੋਈ ਵਜਨ ਚੁੱਕੂਗਾ ਪੈਰਾਂ ਤੇ ਭਾਰ ਪੈਂਦਾ, ਤੇ ਉਹਦੇ ਹੇਠਾਂ ਦੱਸੋ ਕੀ ਹੈ? ਤਾਂ ਫਿਰ ਉਹਦੇ ਹੇਠਾਂ ਮੰਨਣਾ ਪਊਗਾ ਵੀ ਉਹਦੇ ਹੇਠਾਂ ਧਰਤੀ ਹੈ। ਉਹਨਾਂ ਕਿਹਾ ਜੀ ਉਹਦੇ ਹੇਠਾਂ ਇੱਕ ਸਿੱਧ ਬੋਲਿਆ ਕਾਲੀ ਦੇ ਵਿੱਚ, ਕਹਿੰਦੀ ਉਹਦੇ ਹੇਠਾਂ ਇੱਕ ਹੋਰ ਧਰਤੀ ਹੈਗੀ, ਉਹਦੇ ਤੇ ਬਲਦ ਖੜਾ ਹੈ। ਮਾਰੇ ਕਹਿੰਦੇ ਚਲੋ ਤੁਹਾਡੀ ਗੱਲ ਮੰਨ ਲੈਂਦੇ ਹਾਂ। ਅੱਗੇ ਦੱਸਦੇ ਹਨ ਜੀ, ਧਰਤੀ ਹੋਰ ਪਰੈ ਹੋਰ ਹੋਰ। ਇਹ ਹੁਣ 5 ਵਾਰੀ ਉਹੀ ਗੱਲ ਆ ਗਈ ਜਿਹੜੀ ਉਲਟਾ ਉਲਟਾ ਕੇ ਕਹੀਏ ਤਾਂ ਇਹਦੇ ਅਰਥ ਔਖੇ। ਜੇ ਉਸ ਬਲਦ ਦੇ ਹੇਠਾਂ ਹੋਰ ਧਰਤੀ ਤੁਸੀਂ ਮੰਨ ਲਈ ਵੀ ਹੋਰ ਹੈਗੀ, ਤਾਂ ਉਸ ਧਰਤੀ ਦੇ ਪਰੇ ਉਹਦੇ ਹੇਠਾਂ ਫਿਰ ਉਹ ਧਰਤੀ ਕਿਹਦੇ ਆਸਰੇ ਹੈ? ਪਹਿਲੀ ਧਰਤੀ ਦਾ ਆਸਰਾ ਬਲਦ ਹੋ ਗਿਆ, ਬਲਦ ਦਾ ਆਸਰਾ ਇੱਕ ਧਰਤੀ ਹੋ ਗਈ। ਉਹ ਧਰਤੀ ਦਾ ਆਸਰਾ ਉਹ ਕਹਿੰਦੇ ਜੀ ਹੋਰ ਬੈਲ ਮੰਨਣਾ ਪਊ। ਫਿਰ ਉਹ ਕਹਿੰਦੇ ਹਾਂ ਜੀ ਹੇਠਾਂ ਇੱਕ ਹੋਰ ਬੈਲ ਹੈਗਾ, ਫਿਰ ਉਹਦੇ ਹੇਠ ਧਰਤੀ ਮੰਨਣੀ ਪਊ। ਕਹਿੰਦੇ ਇਹ ਅਨੇਕਾਂ ਧਰਤੀਆਂ ਅਨੇਕਾਂ ਬਲਦ ਬਣਾ ਲਓਗੇ ਇਸ ਤਰ੍ਹਾਂ ਤੁਸੀਂ, ਇਹ ਗੱਲ ਨਹੀਂ ਐਕਣ ਮੰਨਣੀ ਪਊ। ਇਹਦਾ ਅਖੀਰ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਇਉਂ ਨਿਬੇੜਾ ਹੋ ਸਕਦਾ ਹੈ, ਜਿਸ ਤੇ ਭਾਰ ਤਲੈ ਕਵਣ ਜੋਰ। ਕਹਿੰਦੇ ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਵੀ ਸਭ ਤੋਂ ਹੇਠਲੀ ਧਰਤੀ ਜਾਂ ਸਭ ਤੋਂ ਹੇਠਲਾ ਬਲਦ, ਅਖੀਰ ਤੇ ਪਹੁੰਚ ਜਾਓ ਵੀ ਉਹ ਦੱਸੋ ਕਿਹਦੇ ਆਸਰੇ ਖੜਾ ਹੈ। ਤਿਸ ਤੇ ਭਾਰ ਤਲੈ ਕਵਣ ਜੋਰ, ਉਹ ਬਲਦ ਦੇ ਤਲੇ ਹੇਠਾਂ ਕਵਣ ਕਿਹਦਾ ਜੋਰ ਹੈ, ਬਲ ਹੈ, ਆਸਰਾ। ਉਹ ਬਲਦ ਕਿਹਦੇ ਆਸਰੇ ਜਿਹੜਾ ਸਾਰੀਆਂ ਧਰਤੀਆਂ ਤੋਂ ਹੇਠ ਹੈ। ਸਿੱਧਾ ਨੇ ਕਿਹਾ ਮਹਾਰਾਜ ਵੀ ਹੋ ਸਕਦਾ ਹੈ ਉਹ ਧੌਲ ਬਲਦ ਆਪਣੇ ਆਪ ਹੀ ਸਹਾਰੇ ਖੜਾ ਹੋਵੇ। ਮਹਾਰਾਜ ਕਹਿੰਦੇ ਸਿੱਧੋ ਐਕਣ ਨਹੀਂ ਗੱਲ ਚਲੇਗੀ, ਇਹਦੇ 'ਚ ਇੱਕ ਦੋਸ਼ ਆਏਗਾ। ਉਹਨੂੰ ਕਹਿੰਦੇ ਆਤਮ ਆਸਰੇ, ਵਿਦਵਾਨ ਕਹਿੰਦੇ ਆਤਮ ਆਸਰੇ ਦੋਸ਼ ਆਏਗਾ। ਕੋਈ ਵੀ ਵਸਤੂ ਆਪਣੇ ਆਸਰੇ ਨਹੀਂ ਖੜੀ ਹੋ ਸਕਦੀ। ਬਿਰਸ਼ ਖੜੇ ਨੇ ਉਹਦੇ ਹੇਠਾਂ ਜੜ੍ਹਾਂ ਨੇ, ਮਕਾਨ ਖੜਿਆ ਉਹਦੇ ਹੇਠਾਂ ਨਹੀਂ ਹੈ। ਸਿੱਧੇ ਨੇ ਕਿਹਾ ਮਹਾਰਾਜ ਜੇਕਰ ਐਸੀ ਗੱਲ ਹੈ ਤਾਂ ਫਿਰ ਬਲਦ ਕਿਸੇ ਹੋਰ ਧਰਤੀ ਦੇ ਆਸਰੇ ਖੜਾ ਹੋਊਗਾ, ਜਿਵੇਂ ਪਿੱਛੇ ਕਿਹਾ ਸੀ, ਉਹਦਾ ਹੀ ਅਰਥ ਦੁਬਾਰੇ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਸਿੱਧੋ ਜੇ ਧਰਤੀ ਕਿਸੇ ਹੋਰ ਦੇ ਆਸਰੇ ਬਲਦ ਦੀ ਖੜੀ ਹੈ, ਤੇ ਜਿਵੇਂ ਤੁਸੀਂ ਇਹ ਕਹਿ ਰਹੇ ਹੋ, ਤੇ ਇੱਕ ਸਿੱਧ ਬੋਲਿਆ ਸੀ ਨਾ ਪਰ ਇੱਕ ਹੋਰ ਧਰਤੀ ਹੈ ਹੋਰ। ਜੇ ਪਹਿਲੇ ਦੇ ਆਸਰੇ ਦੂਜੀ ਧਰਤੀ ਖੜੀ ਹੈ ਤਾਂ ਸਤਿਗੁਰੂ ਮਹਾਰਾਜ ਨੇ ਕਿਹਾ ਜੇ ਪਹਿਲੇ ਬਲਦ ਨੂੰ ਦੂਜੇ ਦੇ ਆਸਰੇ, ਦੂਜੇ ਬਲਦ ਨੂੰ ਪਹਿਲੇ ਦੇ ਆਸਰੇ ਮੰਨਾਂਗੇ ਤਾਂ ਅੰਨਿਓ ਅੰਨੇ ਆਸਰੇ ਦੋਸ਼ ਆਏਗਾ। ਇਹ ਦੋਸ਼ ਦੀ ਨਿਵਰਤੀ ਲਈ ਸਿੱਧਾਂ ਨੇ ਕਿਹਾ ਇੱਕ ਹੋਰ ਤੀਜੀ ਧਰਤੀ ਮੰਨ ਲਵਾਂਗੇ, ਬੈਲ ਉਹਦੇ ਆਸਰੇ ਹੈ। ਮਹਾਰਾਜ ਕਹਿੰਦੇ ਫਿਰ ਇਹ ਪਹਿਲਾ ਬੈਲ ਦੂਜੇ ਦੇ ਆਸਰੇ, ਦੂਜਾ ਬੈਲ ਤੀਜੇ ਦੇ ਆਸਰੇ, ਤੀਜਾ ਪਹਿਲੇ ਦੇ ਆਸਰੇ। ਜੇ ਇਸ ਪ੍ਰਕਾਰ ਮੰਨੋਗੇ ਚੱਕਰ ਕਾ ਦੋਸ਼ ਆਊਗਾ। ਇਹ ਦੋਸ਼ ਦੀ ਨਿਵਰਤੀ ਵਾਸਤੇ ਸਿੱਧਾਂ ਨੇ ਕਿਹਾ ਅਸੀਂ ਇੱਕ ਹੋਰ ਬਲਦ ਮੰਨਾਂਗੇ, ਉਹਦੇ ਆਸਰੇ ਧਰਤੀ ਖੜੀ ਹੈ। ਮਹਾਰਾਜ ਕਹਿੰਦੇ ਗਿਣਦੇ ਹਾਂ ਬਹੁਤ ਗਿਣਤੀ ਹੋ ਗਈ। ਤਾਂ ਗੁਰੂ ਸਾਹਿਬ ਨੇ ਕਿਹਾ ਇਸ ਤਰ੍ਹਾਂ ਅਨਵਸਥਾ ਦੋਸ਼ ਆਏਗਾ। ਤੇ ਫਿਰ ਸਿੱਧਾਂ ਨੇ ਦੋਸ਼ ਦੀ ਨਿਵਰਤੀ ਲਈ ਬੋਲੇ ਅਸੀਂ ਜੀ ਪਿਛਲੇ ਨੂੰ ਆਸਰਾ ਮੰਨ ਲੈਂਦੇ ਹਾਂ ਜਿਹੜਾ ਸਭ ਤੋਂ ਪਹਿਲਾਂ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਸਿੱਧੋ ਹੁਣ ਨਹੀਂ ਏਕਣ ਚੱਲਣਾ, ਇਸ ਦੇ ਨਾਲ ਪ੍ਰਾਗਲਾਪ ਦੋਸ਼ ਆਏਗਾ ਜੋ ਪਹਿਲਿਆਂ ਦਾ ਅਭਾਵ ਕਰਕੇ ਪਿਛਲੇ ਨੂੰ ਇੱਕ ਨੂੰ ਮੰਨ ਲਿਆ। ਸਿੱਧ ਨੇ ਕਿਹਾ ਜੀ ਅਸੀਂ ਸਾਰਿਆਂ ਦੇ ਵਿੱਚੋਂ ਜਿੰਨੇ ਵੀ ਕਹੇ ਨੇ ਅਸੀਂ ਇੱਕ ਨੂੰ ਆਸਰਾ ਮੰਨ ਲੈਂਦੇ ਹਾਂ। ਮਹਾਰਾਜ ਕਹਿੰਦੇ ਹੁਣ ਇਹ ਗੱਲ ਚੱਲਣੀ ਨਹੀਂ। ਜੇ ਤੁਸੀਂ ਸਾਰਿਆਂ ਹੀ ਛੱਡ ਕੇ ਇੱਕ ਨੂੰ ਹੁਣ ਤੁਸੀਂ ਮੰਨਦੇ ਹੋ, ਇਹਦੇ 'ਚ ਜੁਗਤੀ ਦਾ ਅਭਾਵ ਹੋ ਜਾਏਗਾ। ਦੂਸਰਾ ਇਸ ਤਰ੍ਹਾਂ ਕਰਨ ਦੇ ਬਿਨ ਗਮ ਨੇ ਬ੍ਰਹ ਦੋਸ਼ ਆਏਗਾ। ਵਿਦਵਾਨਾਂ ਨੇ ਇਹ ਜਿਹੜੇ ਦੋਸ਼ ਮੰਨੇ, ਇਹ ਸੁਣ ਕੇ ਸਿੱਧ ਨਿਰੁੱਤਰ ਹੋ ਗਏ, ਸਿਰ ਝੁਕ ਗਏ। ਸਿੱਧ ਬੋਲਣ ਸ਼ੁਭ ਵਚਨ ਧਨ ਨਾਨਕ ਤੇਰੀ ਬੜੀ ਕਮਾਈ। ਸਾਧੂ ਨੂੰ ਕਿਹਾ ਸਿੱਧੋ ਤੁਸੀਂ ਇਹਨਾਂ ਚੱਕਰਾਂ 'ਚੋਂ ਨਿਕਲੋ, ਇੱਕ ਸ੍ਰਿਸ਼ਟੀ ਦੀ ਸੱਚਾਈ ਜਿਹੜੀ ਹੈ ਉਹ ਇਹ ਕਬੂਲ ਕਰੋ, ਤੁਸੀਂ ਧਰਤੀ ਦਾ ਭਾਰ ਚੁੱਕਣ ਵਾਲਾ ਕੋਈ ਬਲਦ ਗਊ ਦਾ ਜਾਇਆ ਨਹੀਂ ਹੈ, ਸਗੋਂ ਦਇਆ ਦਾ ਪੈਦਾ ਕੀਤਾ ਹੋਇਆ ਧਰਮ ਰੂਪੀ ਉਹਦਾ ਪੁੱਤਰ ਬੈਲ ਉਹ ਹੈ। ਧੌਲ ਧਰਮ ਦਇਆ ਕਾ ਪੂਤ, ਹੋਰ ਕੋਈ ਬਲਦ ਨਹੀਂ ਹੈ। ਦਇਆ ਦਾ ਪੁੱਤਰ ਭਾਵ ਧਰਮ ਹੈ, ਜਿੱਥੋਂ ਦਇਆ ਉਤਪਤ ਨਹੀਂ ਹੈ। ਇਸ ਕਰਕੇ ਧਰਮ ਰੂਪੀ ਧੌਲ ਬਲਦ ਨੇ ਸਾਰੀ ਧਰਤੀ ਨੂੰ ਚੁੱਕਿਆ ਹੋਇਆ ਹੈ।
ਇਹ ਜਿਹੜੇ 6 ਪ੍ਰਕਾਰ ਦੇ ਦੋਸ਼ ਸੀ ਨਾ, ਤੇ ਇਹਨਾਂ ਨੂੰ ਥੋੜਾ ਜਿਹਾ ਹੋਰ ਸਿਮਰਤੀ ਚ ਲੈ ਲਈਏ, ਜਿਹਦੇ ਕਰਕੇ ਥੋੜਾ ਜਿਹਾ ਸੌਖਾ ਹੋ ਜਾਊਗਾ। ਆਤਮਾਸ਼ਰੇ ਦੋਸ਼ ਕਿਹਨੂੰ ਕਹਿੰਦੇ ਨੇ? ਕਿਸੇ ਕਿਰਿਆ ਦੇ ਕਰਤਾ ਨੂੰ ਕਿਰਿਆ ਦਾ ਕਰਮ ਮੰਨ ਲਈਏ। ਜੋ ਪ੍ਰਸੰਗ ਆਪਣੇ ਆਪ ਹੀ ਭੇਜਦਾ ਹੋਵੇ ਨਾ, ਜਿੱਥੇ ਕੋਈ ਆਪ ਕਿਰਿਆ ਕਰਦਾ ਹੋਵੇ, ਆਪ ਹੀ ਕਰਮ ਹੋਵੇ, ਉੱਥੇ ਆਤਮਾਸ਼ਰੇ ਦੋਸ਼ ਹੁੰਦਾ ਹੈ। ਜਿਵੇਂ ਘੁਮਿਆਰ ਘੜੇ ਨੂੰ ਉਹ ਕਿਰਿਆ ਕਰਦਾ ਹੈ, ਤੇ ਘੜਾ ਉਹਦਾ ਕਰਮ ਹੈ। ਕਿਰਿਆ ਦਾ ਕਰਤਾ ਕਰਮ ਪਰਸਪਰ ਭਿੰਨ ਹੁੰਦੇ ਨੇ, ਵੱਖਰੇ ਹੁੰਦੇ ਨੇ, ਪਰ ਦੋਨਾਂ ਨੂੰ ਇੱਕ ਮੰਨਣਾ, ਇਹਨੂੰ ਕਹਿੰਦੇ ਆਤਮ ਆਸਰੇ ਦੋਸ਼। ਜਿਵੇਂ ਸਿੱਧਾ ਨੇ ਧਰਤੀ ਦੇ ਮਾਮਲੇ 'ਚ ਮੰਨਿਆ। ਅੰਨਿਓ ਆਸਰੇ ਦੋਸ਼ ਕਿਹੜਾ ਹੁੰਦਾ ਹੈ? ਪਰਸਪਰ ਦੀ ਸਿੱਧੀ ਵਾਸਤੇ ਇੱਕ ਦੂਜੇ ਦੀ ਲੋੜ ਭਾਵ ਕਿਸੇ ਦੂਸਰੇ ਨੂੰ ਕਿਸੇ ਹੋਰ ਦੂਸਰੇ ਦੀ ਕਲਪਨਾ ਦੇ ਆਧਾਰ 'ਤੇ ਇੱਕ ਦੂਜੇ ਦੇ ਆਸਰੇ ਮੰਨਣਾ। ਪਹਿਲੇ ਨੂੰ ਦੂਜੇ ਦੇ ਕਰਤਾ ਅੰਗੀਕਾਰ ਕੀਤਾ ਜਾਵੇ ਤਾਂ ਉੱਥੇ ਅੰਨਿਓ ਆਨੇ ਆਸਰੇ ਦੋਸ਼ ਕਥਨ ਕੀਤਾ ਜਾਂਦਾ। ਚੱਕਰ ਕਾ ਦੋਸ਼ ਕਹਿੰਦੇ ਨੇ ਮੁੜ ਕਿੜ ਕੇ ਦਲੀਲ ਦਾ ਉੱਥੇ ਆ ਜਾਣਾ, ਜੁਗਤੀ ਦੇ ਅੱਗੇ ਨਾ ਵਧਣਾ, ਤੇ ਦਲੀਲ ਨੂੰ ਅੱਗੇ ਰਸਤਾ ਹੀ ਨਹੀਂ ਦੇਣਾ, ਮੁੜ ਮੁੜ ਕੇ ਉੱਥੇ ਹੀ ਲਈ ਜਾਣਾ। ਪਹਿਲੇ ਦੂਜਾ ਦਾ ਜਾਣਿਆ ਹੋਵੇ, ਦੂਜਾ ਤੀਜੇ ਤੇ ਤੀਜਾ ਪਹਿਲੇ ਦੇ, ਪਹਿਲੇ ਨੇ ਫੇਰ ਦੂਜੇ ਦਾ ਕਰਤਾ ਅੰਗੀਕਾਰ ਕਰ ਲਿਆ, ਉਹਨੂੰ ਚੱਕਰ ਕਾ ਦੋਸ਼ ਕਹਿੰਦੇ। ਅਨਵਸਥਾ ਦੋਸ਼, ਜਿੱਥੇ ਜੁਗਤੀ ਦੀ ਸਮਾਪਤੀ ਨਹੀਂ ਹੁੰਦੀ। ਅਨਵਸਥਾ ਨਾਮ ਧਾਰਾ ਦਾ ਹੈ, ਜਿੱਥੇ ਪਹਿਲੇ ਨੂੰ ਦੂਜੇ, ਦੂਜੇ ਨੂੰ ਤੀਜੇ, ਤੀਜੇ ਨੂੰ ਚੌਥੇ ਦੇ, ਚੌਥੇ ਨੂੰ ਪੰਜਵੇਂ ਦਾ। ਜਿਵੇਂ ਇਸ ਧਰਤੀ ਹੋਰ ਪਰੇ ਹੋਰ ਇਹਦੇ ਵਿੱਚ ਆਇਆ ਹੈ 5 ਵਾਰੀ ਕਿ ਇਹ ਧਰਤੀ ਆ ਹੋਰ, ਇਹਨੂੰ ਅੰਗੀਕਾਰ ਕਰਦੇ ਹਾਂ, ਇਹ ਧਾਰਾ ਪ੍ਰਵਾਨ ਕੀਤੀ, ਉਹਨੂੰ ਅਨਵਸਥਾ ਦੋਸ਼ ਕਿਹਾ ਜਾਂਦਾ ਹੈ। ਬਿਨ ਗਮਨੇ ਬ੍ਰਹਾ ਦੋਸ਼, ਬਹੁਤੇ ਕਰਤਿਆਂ ਵਿੱਚ ਉਸੇ ਇੱਕ ਨੂੰ ਮੰਨ ਲੈਣਾ। ਜਿਵੇਂ ਸਿੱਧਾ ਨੇ ਕਹਿਦਾ ਸੀ ਇੱਥੇ ਇੱਕ ਨੂੰ ਹੀ ਮੰਨ ਲੈਂਦੇ ਹਾਂ, ਤੇ ਉਸ ਵਿੱਚ ਬਿਨ ਗਮਨ ਬ੍ਰਹਾ ਦੋਸ਼ ਆ ਜਾਂਦਾ ਹੈ। ਪ੍ਰਾਗਲੋ ਦੋਸ਼, ਜਿੱਥੇ ਕਰਤਿਆਂ ਦੀ ਧਾਰਾ ਦਾ ਪ੍ਰਵਾਹ ਹੋ ਕੇ ਇੱਕ ਕਰਤੇ ਨੂੰ ਧਾਰਾ ਦਾ ਅੰਤ ਅੰਗੀਕਾਰ ਕੀਤਾ ਜਾਵੇ ਨਾ, ਉਸ ਨੂੰ ਪਹਿਲਾਂ ਦੇ ਸਾਰੇ ਕਰਤਿਆਂ ਦਾ ਭਾਵ ਮੰਨ ਲੈਣਾ, ਪ੍ਰਾਗਲੋਭ ਦੋਸ਼ ਕਹਿੰਦੇ ਨੇ ਇਸ ਨੂੰ। ਤੋ ਇਸ ਕਰਕੇ ਮਹਾਰਾਜ ਕਹਿੰਦੇ ਸਿੱਧੋ ਇਹ ਸਾਰੇ ਚੱਕਰ ਨੂੰ ਛੱਡ ਕੇ ਤੁਸੀਂ ਸਿੱਧੀਆਂ ਗੱਲਾਂ ਕਰੋ। ਕਹਿੰਦੇ ਜੀ ਚਲੋ ਅਸੀਂ ਤੁਹਾਡੇ ਵਾਲੀ ਗੱਲ ਕਰਦੇ ਹਾਂ ਵੀ ਤੁਸੀਂ ਸਾਨੂੰ ਸਾਡੀ ਗੱਲ ਦੇ ਵਿੱਚੋਂ ਉੱਤਰ ਦੇ ਕੇ ਇਹ ਠੀਕ ਹੈ ਵੀ ਅਸੀਂ ਨਿਰੁੱਤਰ ਹੋ ਗਏ, ਪਰ ਹੁਣ ਅਸੀਂ ਇੱਕ ਗੱਲ ਪੁੱਛਦੇ ਹਾਂ। ਜਿਹੜਾ ਤੁਹਾਡਾ ਧਰਮ ਰੂਪੀ ਬਲਦ ਹੈ ਜਿਹਨੇ ਭਾਰ ਚੁੱਕਿਆ ਹੋਇਆ, ਵੀ ਬਲਦ ਪੱਠੇ ਖਾਣ ਤੋਂ ਬਿਨਾਂ, ਖੁਰਾਕ ਖਾਣ ਤੋਂ ਬਿਨਾਂ ਉਹ ਬਲਵਾਨ ਨਹੀਂ ਰਹਿ ਸਕਦਾ। ਇਹ ਤੁਹਾਡੇ ਵਾਲਾ ਜਿਹੜਾ ਧਰਮ ਰੂਪੀ ਧੌਲ ਹੈ, ਜਿਹੜਾ ਦਇਆ ਦਾ ਪੁੱਤਰ ਪੈਦਾ ਕੀਤਾ ਹੈ, ਇਹ ਫਿਰ ਕੀ ਖਾਂਦਾ ਹੈ? ਇੱਕ ਤਾਂ ਇਹ ਦੱਸੋ, ਤੇ ਕਿਹੜੇ ਪੱਠੇ ਖਾਂਦਾ ਇਹ? ਤਾਂ ਗੁਰੂ ਸਾਹਿਬ ਜੀ ਕਹਿੰਦੇ ਧਰਮ ਰੂਪੀ ਬੈਲ ਸੰਤੋਖ ਰੂਪੀ ਚਾਰਾ ਚਰਦਾ ਹੈ, ਇਹ ਸੰਤੋਖ ਦਾ ਖਾਣਾ ਖਾਂਦਾ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਸ ਦਇਆ ਦੇ ਪੁੱਤਰ ਨੇ ਸੰਤੋਖ ਦੁਆਰਾ ਸਾਰੀ ਸ੍ਰਿਸ਼ਟੀ ਦੀ ਮਰਿਆਦਾ ਨੂੰ ਸਥਾਪਨ ਕਰਕੇ ਇਸਤਤ ਕਰਕੇ ਰੱਖਿਆ। ਸਿੱਧ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਪਿੱਛੇ ਕਿਹਾ ਸੀ ਵੀ ਇਹ ਜਿਹੜੇ ਕਰਤਬਾਂ ਦਾ ਅੰਤ ਨਹੀਂ ਆਉਂਦਾ, ਤੇ ਇਹ ਕਹਿ ਦਿੱਤਾ ਹੈ ਪਰ 84 ਲੱਖ ਜੂਨਾਂ ਵਾਹਿਗੁਰੂ ਦੀ ਰਚਨਾ ਹੈ ਪਰਮੇਸ਼ਰ ਦੀ, ਤੇ ਫਿਰ ਇਹ ਜਿਹੜਾ 84 ਲੱਖ ਜੂਨਾਂ ਫਿਰ ਅੰਤ ਤਾਂ ਆ ਹੀ ਗਿਆ, ਜਦੋਂ ਇਹ ਹੱਦ ਹੀ ਹੋ ਗਈ ਨਾ ਵੀ 84 ਲੱਖ ਜੂਨ ਹੈ। ਗੁਰੂ ਸਾਹਿਬ ਜੀ ਨੇ ਫਿਰ ਉਸ ਵੇਲੇ ਫਰਮਾਨ ਕੀਤਾ, ਅੱਗੇ ਦੱਸਦੇ ਹਨ ਜੀ ਜਾਤ ਰੰਗਾ ਕੇ ਨਾਵ। ਇਹ ਸਿੱਧੋ ਇੱਕ ਜੂਨ ਵਿੱਚ ਕਿੰਨੇ ਜੀ ਜੰਤ ਨੇ, ਜਾਤੀਆਂ ਨੇ, ਕਿੰਨੇ ਰੰਗਾਂ ਦੇ ਨੇ, ਨਾਮ ਕਿੰਨੇ ਨੇ ਉਹਨਾਂ ਦੇ ਵੱਖਰੇ ਵੱਖਰੇ। ਉਹ ਜੀ ਜੰਤ ਜਿੰਨੇ ਵੀ ਜਾਤੀਆਂ ਦੇ ਬਣਾ ਕੇ ਫਿਰ ਰੰਗਾਂ ਦੇ ਭਾਵ ਵੱਖਰੇ ਵੱਖਰੇ ਸਭ ਦੇ ਨਾਮ ਬਣਾਏ ਨੇ। ਤੇ ਇਸ ਕਰਕੇ ਸਿੱਧਾ ਨੇ ਪ੍ਰਸ਼ਨ ਕੀਤਾ ਜੀਵਾਂ ਦੇ ਮੱਥੇ ਉੱਪਰ ਜਿਹੜਾ ਲੇਖ ਵੱਖਰੇ ਵੱਖਰੇ ਲਿਖੇ ਨੇ, ਉਹ ਨਾਮ ਨੂੰ ਫਿਰ ਉਹ ਪਰਮਾਤਮਾ ਸਾਰਿਆਂ ਨੂੰ ਜਾਣਦਾ ਵੀ ਕਿਹੜੇ ਦਾ ਲਿਖ ਕਿੱਥੇ ਕੀ ਲਿਖਿਆ। ਮਹਾਰਾਜ ਕਹਿੰਦੇ ਨੇ ਜਿਨ ਜਿਸ ਪਰਮਾਤਮਾ ਨੇ ਸੰਤੋਖ ਦੇ ਸਾਰੇ ਤੱਤਾਂ ਆਦਿ ਨੂੰ ਸੂਤ ਮਰਿਆਦਾ ਵਿੱਚ ਥਾਪ ਰੱਖਿਆ, ਸਥਾਪਨ ਕਾਇਮ ਰੱਖਿਆ ਹੈ। ਵਿਰੋਧੀ ਤੱਤ ਹੁਕਮ ਵਿੱਚ ਬੰਨੇ ਹੋਏ ਨੇ, ਇੱਕ ਦੂਜੇ ਨੂੰ ਨਾਸ ਨਹੀਂ ਕਰਦੇ। ਧਰਤੀ ਨਾਲੋਂ ਪਾਣੀ ਕਈ ਗੁਣਾ ਵੱਧ ਹੈ, ਧਰਤੀ ਨੂੰ ਡੋਬਦਾ ਨਹੀਂ। ਅਗਨੀ ਜਲ ਨੂੰ ਸੁਕਾਉਂਦੀ ਨਹੀਂ, ਤੇ ਅਗਨੀ ਨੂੰ ਹਵਾ ਨਹੀਂ ਉਡਾਉਂਦੀ, ਸਾਰੇ ਉਹਦੇ ਹੁਕਮ ਦੇ ਵੀ ਚੱਲਦੇ ਨੇ। ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ। ਇਹ ਧਰਮ ਰੂਪੀ ਧੌਲ ਸੰਤੋਖ ਰੂਪੀ ਸੂਤ ਰੱਸੇ ਨਾਲ ਬੰਨਿਆ ਹੋਇਆ ਪਰਮਾਤਮਾ ਨੇ ਐਂ ਬੰਨ੍ਹ ਕੇ ਰੱਖਿਆ। ਸਾਰੇ ਸੰਸਾਰ ਦੀ ਮਰਿਆਦਾ ਧਰਮ ਉੱਪਰ ਆਧਾਰਿਤ ਕੀਤੀ ਹੈ, ਤੇ ਇਸ ਕਰਕੇ ਇਹਨਾਂ ਪ੍ਰਸਥਿਤੀਆਂ ਦਾ ਇਹ ਅਰਥ ਸਪਸ਼ਟ ਕਰਨ ਦੇ ਲਈ ਵੀ ਥੋੜ੍ਹਾ ਜਿਹਾ ਅਨਵੇਂ ਕਰਕੇ ਕੀਤਾ ਹੈ। ਹਾਂਜੀ ਅੱਗੇ ਦੱਸਦੇ ਨੇ ਸਭਨਾ ਲਿਖਿਆ ਊੜੀ ਕਲਾਮ। ਇਹ ਸਿੱਧੋ ਵਾਹਿਗੁਰੂ ਦੇ ਹੁਕਮ ਕਲਾਮ, ਕਲਮ ਬੂੜੀ ਵਗਦੀ ਹੈ ਨਾ, ਜਦੋਂ ਕਲਾਮ ਤਾਂ ਕਲਮ ਹੋ ਗਈ, ਬੂੜੀ ਵਗਦੀ ਹੈ, ਬੂੜੀ ਦਾ ਅਰਥ ਹੈ ਵਗਦੀ ਹੈ, ਤਾਂ ਉਸ ਵੇਲੇ ਪ੍ਰਤੱਖ ਕਲਮ ਸਿਆਹੀ ਤੋਂ ਬਿਨਾਂ ਹੀ ਇੱਕੋ ਵਾਰੀ ਸਭਨਾਂ ਦੇ ਜੀਵਾਂ ਦੇ ਮਸਤਕ ਦੇ ਉੱਤੇ
ਲੇਖ ਵੱਖ-ਵੱਖ ਲਿਖੇ ਜਾਂਦੇ ਨੇ, ਇਹ ਉਹਦੇ ਹੁਕਮ ਰੂਪੀ ਹੈ। ਹੁਕਮ ਪਰਮੇਸ਼ਰ ਵਾਹਿਗੁਰੂ ਦਾ ਹੁਕਮੀ ਲਿਖਿਆ ਸਿਰਲੇਖ, ਬਿਨ ਕਲਮ ਮਸਬਾਣੀਆਂ, ਨਾ ਸ਼ਾਹੀ ਨਾ ਦੁਆ ਦੀ ਲੋੜੀ, ਹੱਥ ਕਲਮ ਅਗਮ ਮਸਤਕ ਲਿਖਾਵਤੀ, ਕਰੀ ਲੋਹ ਕਰਮੰ ਲਿਖੋ ਲੇਖ ਮਾਥੰ। ਸ੍ਰੀ ਦਸਮ। ਤੇ ਜਿਸ ਵੇਲੇ ਕਲਾਮ ਬਾਣੀ ਬੁੜੀ ਉਚਰੀ ਤੇ ਉੱਪਰ ਲੇਖ ਲਿਖਿਆ ਗਿਆ, ਤਾਂ ਪ੍ਰਭੂ ਨੇ ਏਕ ਹੂੰ ਬਹੁ ਸਿਆਮਾ ਪ੍ਰਜਾਇਆ, ਤੇ ਸਾਰੇ ਜੀਵ ਪੈਦਾ ਹੋ ਗਏ। ਸਿੱਧਾ ਨੇ ਕਿਹਾ ਮਹਾਰਾਜ ਸਾਰੇ ਜੀਵਾਂ ਦੇ ਮੱਥਿਆਂ ਉੱਪਰ ਕਲਮ ਵਗਦੀ ਹੈ, ਸਾਰੀ ਸ੍ਰਿਸ਼ਟੀ ਆਪੋ ਆਪਣੇ ਲੇਖਾਂ ਹਿਸਾਬ ਕਿਤਾਬ ਦੇ ਵਿੱਚ ਆ ਗਈ, ਫਿਰ ਤਾਂ ਆਏਗੀ ਹਿਸਾਬ ਕਿਤਾਬ 'ਚ। ਮਾਰੇ ਕਹਿੰਦੇ ਨਾ ਸਿੱਧੋ ਇਹ ਚਤਰਾਈ ਹੁਣ ਕੰਮ ਚੱਲਣਾ ਨਹੀਂ, ਚਤਰਾਈ ਨਾਲ ਤੁਹਾਡਾ ਐਕਣ ਨਹੀਂ ਗੱਲ ਬਣਨੀ, ਜਿਹੜੀਆਂ ਚਤਰਾਈਆਂ ਕਰਦੇ ਹੋ ਤੁਸੀਂ। ਅੱਗੇ ਤੋਂ ਉਚਾਰਨ ਕਰਕੇ ਦੱਸਦੇ ਨਾ, ਇਹੋ ਲੇਖਾ ਲਿਖ ਜਾਣ ਕੋਏ। ਇਹੋ ਇਹ ਪ੍ਰਲਬਧ ਰੂਪੀ ਲੇਖਾ, ਜਿਹਦੇ ਅਨੁਸਾਰ ਸਾਨੂੰ ਦੁੱਖ ਸੁੱਖ ਮਿਲਦੇ ਨੇ। ਲੇਖ ਨੂੰ ਜੇਕਰ ਕੋਈ ਜਾਣਦਾ ਹੈ ਨਾ, ਤਾਂ ਫਿਰ ਦੱਸੋ ਕੋਈ ਵੀ ਨਹੀਂ ਜਾਣ ਸਕਦਾ, ਕਿਉਂਕਿ ਜੇ ਕੋਈ ਕਹੇ ਕਿ ਮੈਂ ਜਾਣਦਾ ਹਾਂ, ਤਾਂ ਫਿਰ ਇਹਦੇ ਉੱਤਰ ਦੀ ਮਹਾਰਾਜ ਕਹਿੰਦੇ ਹਨ, ਲੇਖਾ ਲਿਖਿਆ ਕੀਤਾ ਹੋਏ। ਉਸ ਵਾਹਿਗੁਰੂ ਦਾ ਲੇਖਾ ਲਿਖਿਆ ਉਹ ਕੀਤਾ ਕਿੰਨਾ ਕੁ ਹੋ ਸਕਦਾ ਹੈ। ਕੀਤਾ ਤਾਣ ਸਵਾਲਿਓ ਰੂਪ। ਉਹ ਵਾਹਿਗੁਰੂ ਦਾ ਤਾਣ ਬਲ ਕਿੰਨਾ ਕੁ ਹੈ, ਉਹਦਾ ਸੁੰਦਰ ਸਰੂਪ ਸਵਾਲਿਓ ਸਲਾਂਘਾ ਭਾਵ ਸਿਫਤ ਕਿੰਨੀ ਕੁ ਹੈ। ਸਵਾਲਿਓ ਸਲਾਹੁਣੇ ਯੋਗ ਉਸ ਪ੍ਰਭੂ ਦਾ ਰੂਪ ਕਿਹੋ ਜਿਹਾ, ਜਿਸ ਵਾਹਿਗੁਰੂ ਨੇ ਸਾਰੀ ਦੁਨੀਆ ਨੂੰ ਸਵਾਲਿਓ ਕੀ ਸਵਾਰਿਆ, ਉਹਦਾ ਰੂਪ ਸਰੂਪ ਕਿਹੋ ਜਿਹਾ ਹੈ। ਕੀਤਾ ਕਿੰਨਾ ਕੁ ਕਿਸੇ ਜੀਵ ਦੇ ਵਿੱਚ ਤਾਣ ਬਲ ਹੈ ਜਿਹੜਾ ਉਹਦੇ ਸੁੰਦਰ ਸਰੂਪ ਦੀ ਸਵਾਲਿਓ ਸੁਲਾਂਘਾ ਕਰੇ, ਸਿਫਤ ਕਰ ਸਕੇ, ਨਹੀਂ ਕਰ ਸਕਦਾ ਹੈ। ਕੀਤੀ ਦਾਤ ਜਾਣੈ ਕੌਣ ਕੂਤ। ਹੇ ਸਿੱਧੋ ਉਹ ਪ੍ਰਭੂ ਦੀ ਜੀਵਾਂ ਨੂੰ ਕੀਤੀ ਕਿੰਨੀ ਕੁ ਦਾਤ ਬਖਸ਼ਿਸ਼ ਹੈ, ਇਹ ਗੱਲ ਨੂੰ ਕੌਣ ਕੂਤ, ਕੁਵਤ ਵਾਲਾ, ਕੁਵਤ ਨਾਮ ਬਲ ਦਾ ਹੁੰਦਾ ਹੈ, ਤਾਕਤ ਦਾ ਹੁੰਦਾ ਹੈ, ਜਾਣ ਸਕਦਾ ਹੈ। ਕੌਣ ਕੂਤ ਹਿਸਾਬੀ ਕਿਤਾਬੀ ਜਾਣ ਸਕਦਾ ਹੈ। ਕੌਣ ਕੂਤ ਕੱਛਣ ਵਾਲਾ ਭਾਵ ਜਿਵੇਂ ਕਾਨੂੰਗੋ ਮੁਨਸ਼ੀ ਹੁੰਦੇ ਨੇ, ਜਾਣ ਸਕਦਾ, ਨਹੀਂ ਜਾਣ ਸਕਦਾ। ਕੌਣ ਕੂਤ ਕਥੀਰ ਭਾਵ ਕਥਨ ਕਰਨ ਵਾਲੇ ਜਾਣ ਸਕਦਾ ਹੈ। ਕੌਣ ਕੂਤ ਖੁਰਾਕ ਰੋਜੀ ਨੂੰ ਜਾਣ ਸਕਦਾ ਹੈ। ਉਹ ਪ੍ਰਭੂ ਸਾਰਿਆਂ ਨੂੰ ਕਿੰਨੀ ਕੁ ਖੁਰਾਕ ਰੋਜੀ ਦਿੰਦਾ ਹੈ, ਭਾਵ ਕੋਈ ਵੀ ਹੋਰ ਜਾਣ ਨਹੀਂ ਸਕਦਾ। ਸਿੱਧੋ ਉਹ ਪ੍ਰਭੂ ਇੰਨਾ ਸ਼ਕਤੀਸ਼ਾਲੀ ਹੈ, ਐਸਾ ਪ੍ਰਭੂ ਹੈ, ਉਹਦੀ ਸਮਰੱਥਾ ਹੈ। ਕੀਤਾ ਪਸਾਉ ਏਕੋ ਕਵਾਉ। ਜਿਸ ਨੇ ਆਪਣੀ ਏਕੋ ਕਵਾਉ ਕੀ, ਇਹ ਬਾਣੀ ਦੇ ਨਾਲ, ਬਚਨ ਦੇ ਨਾਲ ਇਹ ਸਾਰੇ ਸੰਸਾਰ ਦਾ ਪਸੌ ਪਸਾਰਾ ਪਸਰ ਗਿਆ। ਖੰਡ ਦੀਪ ਸਭ ਲੋਆ, ਏਕ ਕਵਾਵੈ ਤੇ ਸਭ ਹੋਆ। ਪ੍ਰਥਮ ਕਾਲ ਜਬ ਕਰਾ ਪਸਾਰਾ, ਓੰਕਾਰ ਤੇ ਸ੍ਰਿਸ਼ਟੋ ਪਾਰਾ। ਸ੍ਰੀ ਦਸਮ। ਉਹ ਇੱਕੋ ਇੱਕ ਵਾਹਿਗੁਰੂ ਕਵਾਓ, ਕਾ ਵਾ ਓ। ਕਵਾਓ ਦੇ 3 ਅੱਖਰ ਨਾ, ਕਾ ਤੋਂ ਕਰਤਾ ਬ੍ਰਹਮਾ, ਵਾ ਤੋਂ ਬਾਵਾ ਤੋਂ ਵਿਸ਼ਨੂੰ, ਊ ਤੋਂ ਉਮਾਪਤ ਸ਼ਿਵ ਜੀ। ਇਹ ਤਿੰਨੇ ਦੇਵਤਿਆਂ ਦੁਆਰਾ ਸ੍ਰਿਸ਼ਟੀ ਦਾ ਪਸੌ ਪਸਾਰਾ ਕੀਤਾ ਹੈ। ਤਿੰਨੇ ਦੇਵਤਿਆਂ ਨੂੰ ਆਪਣੇ ਸੰਸਾਰ ਦੇ ਪਸਾਰੇ ਨੂੰ ਉਹਨੇ ਇੱਕ ਪ੍ਰਭੂ ਨੇ ਮਾਇਆ ਰੂਪੀ ਕਵਾਓ ਪੋਸ਼ਾਕ ਦੁਆਰਾ ਪਸੌ ਪਸਾਰਨਾ ਕੀਤਾ। ਕਵਾਓ ਨਾਮ ਫਾਰਸੀ ਵਿੱਚ ਪੋਸ਼ਾਕ ਦਾ ਹੈ, ਤਾਂ ਇਹ ਅਰਥ ਕੀਤਾ ਹੈ। ਭਾਵ ਕਿ ਉਸ ਵਾਹਿਗੁਰੂ ਨੇ ਮਾਇਆ ਰੂਪੀ ਕਵਾਓ ਪੋਸ਼ਾਕ ਦੁਆਰਾ ਜਗਤ ਨੂੰ, ਸਾਰੇ ਸੰਸਾਰ ਦਾ ਪਸੌ ਕੀਤਾ। ਉਹ ਏਕੋ ਇੱਕ ਪਰਮਾਤਮਾ ਨੇ ਆਪਣੀ ਇੱਕ ਕਵਾਓ ਫੁਰਨੇ ਦੁਆਰਾ ਸਾਰੇ ਸੰਸਾਰ ਦਾ ਪਸੌ ਪਸਾਰਾ ਕਰ ਲਿਆ। ਉਹ ਪਰਮਾਤਮਾ ਨੇ ਇੱਕ ਫੁਰਨਾ ਕੀਤਾ ਕਿ ਮੈਂ ਇੱਕ ਤੋਂ ਅਨੇਕਾਂ ਹੋ ਜਾ। ਇਸ ਫੁਰਨੇ ਦੇ ਨਾਲ ਸੰਸਾਰ ਵਗਿਆ। ਏਕ ਹੂੰ ਬਹੁ ਸਿਆਮ ਪ੍ਰਜਾ ਜਾਇਆ। ਤੇ ਇਸ ਪ੍ਰਕਾਰ ਦੱਸਦੇ ਹਨ, ਤਿਸ ਤੇ ਹੋਏ ਲੱਖ ਦਰਿਆਓ। ਉਸ ਵਾਹਿਗੁਰੂ ਦੇ ਪ੍ਰਬੰਧ, ਇਹ ਉਸ ਸੰਸਾਰ ਦੇ ਪ੍ਰਬੰਧ ਲਈ ਤਿਸ ਉਸ ਵਾਹਿਗੁਰੂ ਤੋਂ ਲੱਖ ਲੱਖਾਂ ਦਰਿਆਓ ਉਹਦੇ ਹੁਕਮ ਦੇ ਵਿੱਚ ਹੋ ਗਏ। ਨਦੀਆਂ ਹੋ ਗਈਆਂ, ਸਮੁੰਦਰ ਹੋ ਗਏ, ਪਹਾੜ ਹੋ ਗਏ, ਧਰਤੀ ਹੋ ਗਈ, ਸਾਰੀਆਂ ਚੀਜ਼ਾਂ ਪੈਦਾ ਹੋ ਗਈਆਂ। ਦਰਿਆ ਆਦਿ ਲੱਖਾਂ ਲਹਿਰਾਂ ਉੱਠਦੀਆਂ ਨੇ ਜਿਵੇਂ, ਤੇ ਉਸੇ ਤਰ੍ਹਾਂ ਫੁਰਨਿਆਂ ਤੋਂ ਲੱਖਾਂ ਬ੍ਰਹਮੰਡ ਇਹ ਹੋਂਦ ਵਿੱਚ ਆ ਗਏ। ਵਾਹਿਗੁਰੂ ਦੇ ਫੁਰਨੇ ਨੇ ਸਾਰੇ। ਤੇ ਲੱਖ ਲਖਣਾ ਕਰੋ ਕਿ ਉਸ ਵਾਹਿਗੁਰੂ ਦਰਿਆਓ ਦਰਬੀਭੂਤ ਹੈ, ਸਾਰਿਆਂ ਵਿੱਚ ਚੇਤਨ ਸਰੂਪ ਹੈ, ਹੋ ਕੇ ਚੱਲ ਰਿਹਾ ਹੈ, ਪਸੀਜ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ। ਤਿਸ ਤੇ ਉਸ ਵਾਹਿਗੁਰੂ ਤੋਂ ਲੱਖਾਂ ਹੀ ਦਰਿਆਓ ਬ੍ਰਹਮੰਡ, ਦਰਿਆਵ ਦੀ ਨਿਆਈ ਇਹ ਪੈਦਾ ਹੋ ਜਾਂਦੇ ਨੇ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀ ਆਕਾ ਦਾਤਾਰੇ।
ਸੋ ਅੱਗੇ ਦੱਸਦੇ ਹਨ ਜੀ, ਕੁਦਰਤ ਕਵਣ ਕਹਾ ਵਿਚਾਰ। ਇਹ ਸਿੱਧੋ ਉਸ ਕੁਦਰਤ ਕਿਸ ਦੇ ਨਾਲ? ਸ਼ਕਤੀ। ਉਹਦੀ ਸ਼ਕਤੀ ਦਾ ਵਿਚਾਰ ਕਵਣ ਕੌਣ ਕਹਿ ਸਕਦਾ ਹੈ? ਕਵਣ ਕਿਸ ਵਿੱਚ ਕੁਦਰਤ ਸ਼ਕਤੀ ਹੈ ਕਿ ਉਹ ਉਹਦੇ ਵਿਚਾਰ ਨੂੰ ਕਹਿ ਸਕੇ? ਕੁਦਰਤ ਸ਼ਕਤੀ ਦਾ ਆਪ ਕੀ ਚੀਜ਼ ਹੈ? ਸ਼ਕਤੀ ਆਪ ਕੀ ਚੀਜ਼ ਹੈ ਜੋ ਪ੍ਰਭੂ ਦੇ ਵਿਚਾਰ ਨੂੰ ਕਹਿ ਸਕੇ? ਸ਼ਕਤੀ। ਤੇ ਇਹ ਕੁਦਰਤ ਜਿਹੜੀ ਹੈ ਕਾਦਰ ਦੇ ਅਧੀਨ ਹੈ, ਉਹਦਾ ਪਰਛਾਵਾਂ ਹੈ, ਉਹਦੇ ਅਧੀਨ ਹੈ। ਤੇ ਗੁਰੂ ਸਾਹਿਬ ਜੀ ਨਿਮਰਤਾ ਸਾਹਿਬ ਕਹਿੰਦੇ ਨੇ, ਹੇ ਸਿੱਧ ਪੁਰਸ਼ੋ, ਸਾਡੇ ਇਸ ਕਵਣ ਕਿਹੜੀ, ਸਾਡੇ ਵਿੱਚ ਕਿਹੜੀ ਕੁਦਰਤ ਕੀ ਇਹ ਸ਼ਕਤੀ ਹੈ ਕਿ ਅਸੀਂ ਪ੍ਰਭੂ ਦੇ ਪੂਰੇ ਵਿਚਾਰ ਨੂੰ ਕਹਿ ਸਕੀਏ? ਵਾਰਿਆ ਨਾ ਜਾਵਾ ਏਕ ਵਾਰ। ਹੇ ਸਿੱਧੋ, ਪ੍ਰਭੂ ਬੇਅੰਤ ਹੈ, ਏਕ ਵਾਰ ਇੱਕ ਬਾਲ ਰੋਮ ਮਾਤਰ ਵੀ ਵਾਰਿਆ ਵਰਣ ਨਹੀਂ ਕੀਤਾ ਜਾ ਸਕਦਾ। ਇੱਥੇ ਬਾਰ ਰਾਰਾ ਅੱਖਰ ਹੈ ਨਾ, ਇਹਨੂੰ ਸਵਰਨੀ ਮੰਨ ਕੇ ਲੱਲਿਆ ਇਹਦਾ ਸਥਾਨ ਲੈ ਜਾਂਦਾ ਹੈ ਵਿਆਕਰਨ ਦੇ ਅਨੁਸਾਰ, ਤੇ ਇਸ ਕਰਕੇ ਬਾਲ ਅਰਥ ਕੀਤਾ ਹੈ। ਉਹ ਰੋਮ ਮਾਤਰ ਵੀ ਵਰਣ ਨਹੀਂ ਹੋ ਸਕਦਾ। ਵਰਣ ਨਾ ਸਾਕੋ ਏਕ ਟੁਲੇ ਰਹਿ। ਮੈਂ ਉਸ ਏਕ ਵਾਰ ਇੱਕ ਵਾਰੀ ਨਹੀਂ, ਮਹਾਰਾਜ ਕਹਿੰਦੇ ਜਾਵਾਂ, ਵਾਰਿਆ ਨਾ ਜਾਵਾਂ, ਬਲਿਹਾਰ ਨਹੀਂ ਜਾ ਸਕਦਾ। ਅਨੇਕਾਂ ਵਾਰੀ, ਇੱਕ ਵਾਰੀ ਨਹੀਂ, ਅਨੇਕਾਂ ਵਾਰ ਬਲਿਹਾਰ ਜਾਂਦਾ ਹਾਂ। ਮੈਂ ਉਸ ਵਾਹਿਗੁਰੂ ਦੇ ਇੱਕ ਵਾਰ ਇੱਕ ਦਿਨ ਵਿੱਚ ਵਾਰਿਆ ਕੁਰਬਾਨ ਨਹੀਂ ਜਾਂਦਾ, ਸਗੋਂ ਹਰ ਰੋਜ਼ ਬਲਿਹਾਰ ਜਾਂਦਾ। ਗੁਰਮੁਖ ਇੱਕ ਵਾਰ ਵਾਰੀ ਸਤਸੰਗਤ ਰੂਪੀ ਤੇ ਵਾਰਿਆ, ਵਾਰ ਜਮਾ ਆ, ਵਾਰ ਵਾੜ ਹੱਦ ਦੇ ਬਾਰ ਦਰਵਾਜ਼ੇ ਵਿੱਚ ਆ ਗਿਆ, ਉਹ ਮੁੜ ਕੇ ਨਾ ਜਾਵਾ, ਆਗਾ ਵਗਨ ਚ ਨਹੀਂ ਜਾਂਦਾ ਹੈ। ਹੇ ਸਿੱਧੋ, ਤੁਹਾਡਾ ਵਾਰਿਆ ਵਰਜਨ ਕੀਤਾ ਹੋਇਆ, ਉਹ ਰੋਕਦੇ ਸੀ ਨਾ ਮਹਾਰਾਜ ਸੱਚਖੰਡ ਨੂੰ ਜਾਂਦੇ ਸੀ ਇਸ ਰਸਤੇ, ਮੈਂ ਪਰਮੇਸ਼ਰ ਦਾ ਜਸ ਉਚਾਰਨ ਕਰ ਤੋਂ ਤੁਹਾਡਾ ਰੋਕਿਆ ਰੁਕੂ ਨਹੀਂ, ਇਸੇ ਰਸਤੇ ਸੱਚਖੰਡ ਜਾਊਂ। ਫਿਰ ਸਿੱਧਾ ਨੇ ਪੁੱਛਿਆ ਸੀ, ਮਹਾਰਾਜ ਵਾਹਿਗੁਰੂ ਬੇਅੰਤ ਹੈ, ਅਕਥ ਹੈ, ਉਹਦੀ ਪ੍ਰਾਪਤੀ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਮਹਾਰਾਜ ਸਾਹਿਬ ਨੇ ਕਹਿੰਦੇ, ਹੇ ਸਿੱਧ ਪੁਰਸ਼ੋ, ਉਸ ਬੇਅੰਤ ਪ੍ਰਭੂ ਦੀ ਤਾਈ ਇਹ ਕਹਿਣਾ ਬਣਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ, ਜੋ ਤੈਨੂੰ ਭਾਉਂਦੀ ਹੈ ਨਾ ਕਿਰਤ, ਤੇ ਜੋ ਤੈਨੂੰ ਭਾ ਰਹੀ ਹੈ ਸਾਈ, ਉਹੀ ਸਾਡੇ ਲਈ ਭਲੀ ਚੰਗੀ ਹੈ। ਪ੍ਰਭੂ ਦੇ ਕੀਤੇ ਤੇ ਕਿੰਤੂ ਨਾ ਕਰੋ। ਜੋ ਤੁਧ ਤੁਹਾਨੂੰ ਭਗਤੀ ਰੂਪੀ ਕਾਰ ਕਿਰਤ ਭਾਵੈ ਭਾਉਂਦੀ ਹੈ, ਸਾਡੇ ਲਈ ਉਹੀ ਕਾਰ ਕਰਨੀ ਚੰਗੀ ਹੈ, ਭਲੀ ਹੈ। ਸਿੱਧੋ ਸਾਨੂੰ ਭਗਤੀ ਕਰਨੀ ਚਾਹੀਦੀ ਹੈ। ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ, ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ ਉਹੀ ਚੰਗੀ ਹੈ ਜੀ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਸਿੱਧੋ ਉਸ ਕਰਤੇ ਪ੍ਰਭੂ ਦੇ ਲਈ, ਉਸ ਕਰਤੇ ਪ੍ਰਭੂ ਵਾਸਤੇ ਸਾਡਾ ਇਹੀ ਕਹਿਣਾ ਬਣਦਾ, ਹੈ ਨਿਰੰਕਾਰ ਨਿਰਾਕਾਰ। ਪ੍ਰਭੂ ਜੀ ਤੂੰ ਸਦਾ ਕੀ ਹੈ, ਹਮੇਸ਼ਾ ਸਲਾਮਤ ਨਾਮ ਹੈ, ਇਸਤਤ ਰੂਪ ਹੈ। ਹੈ ਨਿਰੰਕਾਰ ਨਿਰਾਕਾਰ ਪ੍ਰਭੂ ਜੀ, ਤੁਸੀਂ ਸਦਾ ਹਮੇਸ਼ਾ ਹੀ ਭਾਵ ਭੂਤ ਕਾਲ, ਵਰਤਮਾਨ, ਭਵਿੱਖਤ ਕਾਲ ਵਿੱਚ ਸਲਾਮਤ ਕਾਇਮ ਰਹਿਣ ਵਾਲੇ ਹੋ। ਜੈਸਾ ਕਿ ਕਾਇਮ ਦੈਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਇਸ ਪ੍ਰਕਾਰ ਪ੍ਰਭੂ ਦੇ ਭਾਣੇ ਨੂੰ ਮੰਨੀਏ, ਅੱਗੇ ਬੇਨਤੀ ਕਰੀਏ, ਸਿਫਤਾਂ ਕਰੀਏ, ਉਹ ਪਰਮਾਤਮਾ ਦੀ ਸਿਖਿਆਤਾਕਾਰ ਹੋ ਜਾਂਦੀ ਹੈ। ਤੇ ਇਸ ਤੋਂ ਬਾਅਦ ਜਿਹੜਾ ਸੱਤਵਾਂ ਅਰਥ ਹੈ, ਉਹ ਸਾਰੀ ਪੌੜੀ ਦਾ ਹੀ ਸਮੁੱਚੇ ਰੂਪ ਵਿੱਚ ਹੋਊਗਾ। ਉਹਦੇ ਅਖੀਰ ਦੇ ਵਿੱਚ ਮਹਾਰਾਜ ਨੇ ਜਿਹੜਾ ਸਿੱਧਾਂ ਦਾ ਇੱਕ ਪ੍ਰਸ਼ਨ ਰਹਿ ਗਿਆ, ਉਹਦਾ ਫਿਰ ਕਿ ਜਿਹੜਾ ਜੀਵ ਤੇ ਈਸ਼ ਦੀ ਏਕਤਾ ਬਾਰੇ ਸਰਵਣ ਮੰਨਣ ਅਧਿਆਸਨ ਤਤ ਤੋਂ ਪਦ ਦਾ ਸੁਸ਼ੋਧਨ ਜਿਹੜਾ ਸੀ, ਉਹ ਅਖੀਰਲੀ ਤੋਂ ਕੁਝ ਦੱਸਣਗੇ। ਤੇ ਆਓ ਜਿਸ ਪ੍ਰਕਾਰ ਇਹ ਵਿਚਾਰ ਅੱਗੇ ਫਿਰ ਪੰਜ ਪ੍ਰਮਾਣ ਦੀ ਤੁਕ ਫਿਰ ਇੱਥੋਂ ਕਰਕੇ ਸਾਰੇ ਸ਼ਬਦ ਦੇ ਸੰਖੇਪ ਨਾਲ ਅਰਥ ਹੋਣਗੇ। ਸੁਣੋ ਜੀ। ਪੰਜ ਪ੍ਰਵਾਨ ਪੰਜ ਪ੍ਰਧਾਨ। ਤੇ ਪਹਿਲਾਂ ਆਪਾਂ ਪੰਜ ਪ੍ਰਮਾਣ ਦੀ ਗੱਲ ਲੈਂਦੇ ਹਾਂ, ਕਿਉਂਕਿ ਇਹਦੇ ਅਰਥ ਜ਼ਿਆਦਾ ਨੇ। ਇਹਦੇ ਪੰਜ ਸ਼ਬਦ ਆਇਆ ਹੈ, ਤੇ ਕੋਸ਼ਾਂ ਦੇ ਵਿੱਚ ਪੰਜ ਦੇ ਕਈ ਅਰਥ ਮਿਲਦੇ ਨੇ। ਪੰਜ ਦਾ ਅਰਥ ਇੱਕ ਤਾਂ ਹੈ ਫੈਲਿਆ ਹੋਇਆ, ਵਿਦਾਨ ਤੁਨਾ ਸਮ ਪੰਚ ਦਾ ਨਾਮ ਹੈ ਚੇਤਨ। ਤੇ ਕਾਵ ਰਚਨਾ ਦੇ ਅਨੁਸਾਰ ਪੰਜ ਨਾਮ ਜਿਹੜਾ ਫੈਲਾਉਣ ਵਾਲੇ ਦਾ, ਪੰਜਾਬੀ ਭਾਸ਼ਾ ਦੇ ਵਿੱਚ ਪੰਚਮੁਖੀ ਨੂੰ ਕਹਿੰਦੇ ਨੇ। ਅੱਗੇ ਆ ਗਿਆ ਪ੍ਰਵਾਨ, ਪਰ ਜਮਾ ਵਾਹਣ। ਪਰ ਦੇ ਵੀ ਕਈ ਅਰਥ ਹਨ। ਪਰ ਨਾਮ ਦੁਸ਼ਮਣ ਦਾ ਵੀ ਹੈ, ਪਰ ਨਾਮ ਪਰੇ ਦਾ ਵੀ ਹੈ ਦੂਜਾ ਅਰਥ, ਪਰ ਨਾਮ ਉਤਕ੍ਰਿਸ਼ਟਾ ਦਾ ਤੀਜਾ ਅਰਥ, ਪਰ ਨਾਮ ਖੰਭਾਂ ਦਾ ਪੰਛੀ ਦੇ ਜਿਵੇਂ ਪਰ ਹੁੰਦੇ ਨੇ। ਅੱਗੇ ਆ ਗਿਆ ਬਾਣ, ਪਰ ਜਮਾ ਬਾਣ, ਪੰਚ ਪਰ ਬਾਣ, ਤਿੰਨਾਂ ਦੇ ਪਦਾਂ ਦੇ ਅਰਥ ਨੇ ਇਹ। ਬਾਣ ਨਾਮ ਤੀਰ ਦਾ ਹੈ, ਬਾਣ ਨਾਮ ਦੁੱਖ ਦਾ ਹੈ, ਬਾਣ ਨਾਮ ਆਦਤ ਦਾ, ਬਾਣ ਨਾਮ ਮੰਜੇ ਦਾ ਜਿਵੇਂ ਬੁਣਿਆ ਜਾਂਦਾ ਬਾਣ ਰਸੀ। ਇਹ ਸਾਰੇ ਅਰਥ ਢੁਕਦੇ ਨੇ।
ਪੰਜ ਜੋ ਸਾਰਿਆਂ ਨੂੰ ਫੈਲਾਉਣ ਵਾਲਾ, ਪ੍ਰਫੁੱਲਿਤ ਕਰਨ ਵਾਲਾ ਕੌਣ? ਚੇਤਨ ਸਰੂਪ ਵਾਹਿਗੁਰੂ। ਉਹ ਸਾਰਿਆਂ ਵਿੱਚ ਫੈਲਿਆ ਹੋਇਆ ਚੇਤਨ ਸਰੂਪ ਹੈ, ਸਾਰਿਆਂ ਵਿੱਚ ਵਿਆਪਕ ਹੈ। ਉਹ ਸਾਰੇ ਪ੍ਰਪੰਚ ਰੂਪ ਹੈ। ਪੰਜ ਚੇਤਨ ਅਤੇ ਬਾਣ ਦੁੱਖਾਂ ਤੋਂ ਪਰੇ ਹੈ। ਉਹਦੇ ਸਰੂਪ ਵਿੱਚ ਕੋਈ ਦੁੱਖ ਕਲੇਸ਼ ਨਹੀਂ, ਸਦਾ ਸੱਚਦਾਨੰਦ ਸਰੂਪ ਹੈ। ਉਹ ਪੰਜ ਚੇਤਨ ਪਰਪਰਾ ਉਤਕ੍ਰਿਸ਼ਟ ਹੈ। ਅਤੇ ਵਾਹਿਗੁਰੂ ਕਾਲ ਰੂਪੀ ਬਾਣ ਕੀ ਤੀਰ ਤੋਂ ਪਰੇ ਹੈ। ਉਸ ਨੂੰ ਕਾਲ ਰੂਪੀ ਤੀਰ ਪੋਹ ਨਹੀਂ ਸਕਦਾ। ਪ੍ਰਮਾਣ ਰੂਪ ਸੂਖਮ ਤੋਂ ਸੂਖਮ ਰੂਪ ਵਾਹਿਗੁਰੂ ਸੂਖਮ ਤੇ ਸੂਖਮ ਕਰ ਚੀਨੇ। ਪਰਪਰਾ ਰੂਪ ਪੰਚਮੁਖੀ ਹੈ। ਪਰ ਨਾਮ ਦੁਸ਼ਮਣ ਦਾ ਹੁੰਦਾ ਹੈ, ਬਾਣ ਨਾਮ ਤੀਰ ਦਾ। ਜਿਹੜਾ ਭਗਤਾਂ ਦਾ ਵਿਰੋਧੀ ਹੋਵੇ ਨਾ, ਉਹਨਾਂ ਨੂੰ ਤੀਰ ਦੀ ਤਰ੍ਹਾਂ ਉਹਨਾਂ ਦੇ ਹੱਕ 'ਚ ਵੱਜਦਾ ਹੈ। ਜੇ ਕੋ ਸਰਸੰਦਾ ਜਨ ਉੱਪਰ, ਫਿਰ ਉਲਟੋ ਤਿਸੇ ਲਗਾਵੇ ਕੋ ਮੁਲਟਾ, ਉਸੇ ਨੂੰ ਮਾਰਦਾ। ਫਿਰ ਹਰ ਜੁਗ ਜੋ ਭਗਤੋ ਪਾਇਆ ਪੈ ਰੱਖਦਾ ਹੈ ਰਾਮ ਰਾਜੇ। ਹਰਨਾਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਨਰਸਿੰਘ ਦਾ ਰੂਪ ਧਾਰਨ ਕਰਕੇ ਰੱਖਿਆ ਕੀਤੀ, ਹਰਨਾਕਸ਼ ਦੁਸ਼ਟ ਨੂੰ ਮਾਰ ਦਿੱਤਾ। ਇਉਂ ਭਗਤਾਂ ਦਾ। ਇਸੇ ਤਰ੍ਹਾਂ ਅਗਿਆਨ ਜਿਹੜਾ ਰੂਪ ਦੁਸ਼ਮਣ ਹੈ, ਉਹਨੂੰ ਮਿਟਾਉਣ ਲਈ ਪ੍ਰਭੂ ਦਾ ਬਾਣ ਤੀਰ ਦੀ ਨਿਆਈ ਸ਼ਬਦ ਹੈ। ਬਾਣ ਨਾਮ ਆਦਤ ਦਾ ਹੁੰਦਾ ਹੈ। ਉਹ ਪੰਜ ਚੇਤਨ ਬਾਣ ਆਦਤਾਂ ਤੋਂ ਪਰੇ ਹੈ। ਪਰ ਕੀ ਹੈ? ਪਰੇ ਹੈ। ਜੋ ਸਾਰਿਆਂ ਵਿੱਚ ਪੰਚਮੁਖੀ ਹੈ, ਉਹ ਪ੍ਰਮਾਣ ਪ੍ਰਮਾਣਿਕ ਹੈ। ਪਰ ਵਿਸ਼ੇਸ਼ ਕਰਕੇ ਪੰਚਮੁਖੀ ਹੈ। ਬਾਣ ਵਤ ਜਿਵੇਂ ਸੂਤਰ ਦੀ ਤਰ੍ਹਾਂ, ਤਾਣੇ ਪੇਟੇ ਦੀ ਤਰ੍ਹਾਂ ਸਾਧਾਂ ਦੇ ਵਿੱਚ ਮਿਲਿਆ ਹੋਇਆ। ਪੰਜ ਪ੍ਰਧਾਨ, ਪੰਜ ਪ੍ਰਧਾਨ ਪੰਜੇ ਚੇਤਨ ਜੜ ਤੱਤਾਂ ਦੇ ਵਿੱਚ ਪ੍ਰਧਾਨ ਮੁਖੀ ਰੂਪ ਹੈ। ਉਹ ਤੋਂ ਬਿਨਾਂ ਹਵਾ ਨਹੀਂ ਚੱਲ ਸਕਦੀ, ਪਾਣੀ ਬਹਿ ਨਹੀਂ ਸਕਦਾ, ਅਗਨੀ ਪ੍ਰਕਾਸ਼ ਨਹੀਂ ਸਕਦੀ। ਸਾਰੇ ਤੱਤਾਂ 'ਚ ਪ੍ਰਧਾਨ ਮੁਖੀ ਪ੍ਰਕਾਸ਼ਵਾਨ ਹੈ। ਉਹਦੀ ਸੱਤਾ ਦੇ ਨਾਲ ਸਰੀਰ ਬਣ ਕੇ ਹਰਕਤ ਕਰ ਰਹੇ ਨੇ। ਇਹ ਗੁਣ ਕੀ ਸਾਮਿਆ ਅਵਸਥਾ ਜੋਈ, ਨਾਮ ਪ੍ਰਧਾਨ ਕਹਾ ਵੈ ਸੋਈ ਮੋਕਸ਼ ਪੰਥ। ਇਸ ਢੰਗ ਦੇ ਨਾਲ ਪ੍ਰਧਾਨ ਮੁਖੀ ਹੈ। ਉਹ ਪੰਜ ਚੇਤਨ ਸੱਤਾ ਤਿਰਗੁਣ ਹੋਈ ਹੈ, ਰਜੋਗੁਣ ਸਤੋਗੁਣ ਤਮੋਗੁਣ। ਅਤੇ ਇਸ ਕਰਕੇ ਉਹ ਪ੍ਰਧਾਨ ਦਾ ਪ੍ਰਕਾਸ਼ ਪ੍ਰਧਾਨ ਰੂਪ ਆਪ ਹੀ ਹੈ। ਅਤੇ ਪ੍ਰਕਾਸ਼ ਹੋਣੇ ਕਰਕੇ ਪੰਜ ਚੇਤਨ ਰੂਪ ਹੀ ਆਪ ਪ੍ਰਧਾਨ ਮੁਖੀ ਹੈ। ਪੰਜੇ ਪਾਵਹਿ ਦਰਗਹਿ ਮਾਨ, ਪੰਜੇ ਚੇਤਨ ਕਰਕੇ ਹੀ ਗੁਰਮੁਖ ਦਰ ਅੰਦਰ ਦਾ ਨਾਮ ਹੈ। ਗਹਿ ਜਗ੍ਹਾ ਤੁਰਿਆ ਪਦ ਦੇ ਖਟ ਪ੍ਰਮਾਣਾਂ ਦੇ ਵਿਸ਼ੇ ਹੈ। ਸੋਏ ਪ੍ਰਮਾਣ ਅਨੁਸਾਰ ਹੈ। ਉਸ ਦੇ ਮਾਨ ਗਿਆਨ ਨੂੰ ਪਾਵਹਿ ਪਾਉਂਦੇ ਨੇ। ਉਹ ਪੰਚੇ ਚੇਤਨ ਦੇ ਆਸਰੀ ਪਾਈਦਾ ਹੈ। ਪੰਚੇ ਸੁਹਹਿ ਦਰ ਰਾਜਾਨ, ਉਹ ਪੰਜ ਚੇਤਨ ਪ੍ਰਭੂ ਦੀ ਸੱਤਾ ਕਰਕੇ ਉਸ ਵਾਹਿਗੁਰੂ ਦੇ ਦਰ ਵਿੱਚ ਮਿਲ ਕੇ ਰਾਜਾਨ ਪ੍ਰਕਾਸ਼ ਰੂਪ ਦੀ ਪ੍ਰਾਪਤੀ ਹੋ ਕੇ ਉਹ ਤਤ ਬੇਤੇ ਸੋਹੇ ਸ਼ੋਭਨੀਕ ਹੁੰਦੇ ਹਨ। ਪੰਚਾ ਕਾ ਗੁਰ ਏਕ ਧਿਆਨ, ਪੰਜ ਸ੍ਰੇਸ਼ਟ ਵਾਹਿਗੁਰੂ ਦਾ ਮਿਲਾਪ ਏਕ ਇੱਕ ਪੂਰਨ ਗੁਰੂ ਜਿਹੜਾ ਹੈ ਸਤਿਗੁਰਾਂ ਦੁਆਰਾ ਨਾਮ ਦੇ ਧਿਆਨ ਕਰਕੇ ਹੁੰਦਾ ਹੈ। ਇਸ ਕਰਕੇ ਸਤਿਗੁਰਾਂ ਦੇ ਦਿੱਤੇ ਹੋਏ ਉਪਦੇਸ਼ ਦਾ ਧਿਆਨ ਕਰਨਾ ਹੁੰਦਾ ਹੈ। ਉਹ ਪੰਜ ਸ੍ਰੇਸ਼ਟ ਧਿਆਨ ਚੇਤਨ ਸਰੂਪ ਪ੍ਰਭੂ ਦੇ ਅੰਦਰ ਉਹਦੇ ਵਿੱਚ ਬਿਰਤੀ ਨੂੰ ਟਿਕਾਉਂਦੇ ਰਹਿੰਦੇ। ਗੁਰ ਚੇਤਨ ਸਰੂਪ ਹੋ ਜਾਈਦਾ। ਜਿਹੜਾ ਧਿਆਨ ਟਿਕਾਉਂਦਾ ਉਹਦਾ ਰੂਪ ਹੀ ਬਣ ਜਾਂਦਾ। ਪੰਚਾਂ ਚੇਤਨ ਨੇ ਹੀ ਗੁਰੂ ਸਰੂਪ ਧਾਰਨ ਕੀਤਾ ਹੋਇਆ ਹੈ। ਉਹ ਚੇਤਨ ਦਾ ਸਰੂਪ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਕਰਕੇ ਉਹ ਅਦਵੈਤ ਸਰੂਪ ਚੇਤਨ ਨੂੰ ਗੁਰਾਂ ਦੁਆਰਾ ਧਿਆਉਣਾ ਚਾਹੀਦਾ ਹੈ। ਜੇ ਕੋ ਕਹਿ ਕਰੈ ਵਿਚਾਰ, ਜੇਕਰ ਕੋਈ ਸ਼ੰਕਾ ਹੈ ਸਿੱਖਾ ਤੇਰੇ ਅੰਦਰ ਹੈ ਤਾਂ ਤਿਸ ਨੂੰ ਕਹਿਣਾ ਕਰ। ਇਹ ਸਿੱਖ ਮੁਖ ਦੁਆਰਾ ਸੰਗ ਹੈ। ਤੇਰੀ ਤਾਂ ਅਸੀਂ ਵਿਚਾਰ ਨਿਰਣਾ ਕਰਕੇ ਦੱਸ ਦਈਏ, ਤੇਰੀ ਸ਼ੰਕਾ ਨਿਵਰਤ ਹੋ ਜਾਏਗੀ। ਜੇ ਕੋਈ ਕਹੇ ਕਿ ਇਹ ਕੈਸਾ ਹੈ ਤਾਂ ਕਰੇ ਵਿਚਾਰ ਕਰੇ ਕਿ ਉਹ ਪਰਮੇਸ਼ਰ ਅਨੁਭਵ ਰੂਪ ਹੈ। ਅਤੇ ਉਹ ਜਾਣਨ ਦਾ ਵਿਸ਼ੇ ਨਹੀਂ। ਇਸ ਤਰ੍ਹਾਂ ਸਿੱਖ ਮੁਖ ਦੁਆਰਾ ਸਤਿਗੁਰੂ ਬ੍ਰਹਮ ਗਿਆਨ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ ਅਧਿਕਾਰੀ ਨੂੰ ਕਿਹੜੇ ਸਾਧਨ ਕਰਨੇ ਚਾਹੀਦੇ ਨੇ, ਉਹਦਾ ਉੱਤਰ ਦਿੰਦੇ ਹਨ। ਕਰਤੇ ਕਾ ਕਰਣੈ ਨਾਹੀ ਸਵਾਰ, ਹੇ ਗੁਰਸਿੱਖਾ, ਕਰਤੇ ਅਧਿਕਾਰੀ ਸਾਧਨ ਕਰਨ ਵਾਲੇ ਗੁਰਮੁਖ ਨੂੰ ਉਹ ਕਿੰਨੇ ਕਰਨੇ ਚਾਹੀਦੇ ਨੇ ਸਾਧਨ? ਉਹਨਾਂ ਸਾਧਨਾਂ ਦੀ ਸੁਮਾਰ ਗਿਣਤੀ ਨਹੀਂ, ਕਿੰਨੇ ਕਰਨੇ ਚਾਹੀਦੇ ਪਏ। ਉਹ ਸਾਧਨ ਬਹੁਤੇ ਨੇ, ਉਹ ਕਹੇ ਨਹੀਂ ਜਾਂਦੇ। ਵਿਦਾਂਤ ਮਤ ਵਾਲਿਆਂ ਨੇ ਬੈਰਾਗ, ਵਿਵੇਕ, ਖਟ ਸੰਮਤੀ, ਮੋਖ, ਇੱਛਾ, ਨਿਸ਼ਕਾਮ ਕਰਮ ਇਹ ਦੱਸੇ ਨੇ। ਜਿਹੜੇ ਯੋਗ ਮਤ ਨੇ ਉਹਨੇ ਯਾਮ, ਨੇਮ, ਆਸਣ, ਪ੍ਰਾਣਾਯਾਮ, ਧਾਰਨਾ, ਧਿਆਨ, ਸਮਾਧ, ਪ੍ਰਾਤਾਹਾਰ ਆਦਿ ਦੱਸੇ ਨੇ। ਪੂਰਵ ਮਾਸਾਂ ਵਾਜੇ ਨਿਤ, ਨਿਮਿਤ, ਪ੍ਰਾਸ਼ਚਿਤ ਅਤੇ ਕਾਮਕ ਅਤੇ ਵਿਧੀ ਕਰਮ ਇਹ ਦੱਸੇ ਨੇ। ਇਹ ਢੰਗ ਦੇ ਨਾਲ
ਜਿਹੜੇ ਸਾਧਨ ਉਹ ਸਾਰਿਆਂ ਦੀ ਸੁਮਾਰ ਗਿਣਤੀ ਨਹੀਂ ਹੈ। ਤੇ ਫਿਰ ਪ੍ਰਸ਼ਨ ਕੀਤਾ ਸਿੱਖਾਂ ਨੇ, ਮਹਾਰਾਜ ਉਹਦੇ ਵਾਹਿਗੁਰੂ ਦੇ ਮਿਲਾਪ ਲਈ ਜਗਿਆਸੂ ਨੂੰ ਸਾਧਨ ਸ਼ੁਰੂ ਤੋਂ ਕਿਹੜੇ ਕਰਨੇ ਚਾਹੀਦੇ ਨੇ, ਕਿਹੜੇ ਸਾਧਨਾਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਉਹ ਇੰਨਾ ਕੁ ਤਾਂ ਦੱਸ ਦਿਓ ਵੀ ਇੱਥੋਂ ਇਹ ਸਾਧਨ ਤੋਂ ਗੁਰਮਤਿ ਅਨੁਸਾਰ ਕਿਹੜਾ ਸਾਧਨ ਹੈ। ਉਹ ਦੱਸਦੇ ਹਨ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਨ ਸੂਤ। ਇਹ ਜਗਿਆਸੂ ਗੁਰਸਿੱਖ, ਦਇਆ ਦਾ ਪੁੱਤਰ, ਧਰਮ ਦਾ ਧਾਰਨੀ ਹੋਣਾ, ਧੌਲ ਉਜਲ ਭਾਵ ਨਿਸ਼ਕਾਮ ਕਰਮ ਕਰਨੇ। ਜਿਸਨੇ ਸੰਤੋਖ ਆਦਿਕ ਸ਼ੁਭ ਗੁਣ ਧਰਮ ਦੀ ਸੂਤ ਮਰਿਆਦਾ ਦੇ ਵਿੱਚ ਥਾਪ ਸਥਾਪਨ ਕਰਕੇ ਰੱਖਣਾ ਕੀਤਾ। ਸੰਤੋਖ ਬ੍ਰਹਮ ਗਿਆਨ ਦਾ ਨਿਸ਼ਾਨ ਹੈ। ਜਿਵੇਂ ਨਿਰਧੂਮ ਭਾਵ ਧੂਏ ਤੋਂ ਬਿਨਾ ਅਗਨੀ ਪ੍ਰਕਾਸ਼ ਰੂਪ ਅਗਨੀ ਹੁੰਦੀ ਹੈ ਨਾ, ਇਸ ਤਰ੍ਹਾਂ ਲੋਭ ਤੋਂ ਬਿਨਾ, ਲੋਭ ਰੂਪ ਧੂਆਂ ਤੋਂ ਰਹਿਤ ਬ੍ਰਹਮ ਗਿਆਨ ਹੈ ਜਿਹੜਾ, ਉਹ ਪ੍ਰਕਾਸ਼ ਸਹਿਤ ਹੈ। ਇਹ ਪੂਰਨ ਸੰਤੋਖ ਹੈ। ਪਰਮੇਸ਼ਰ ਦੇ ਮਿਲਾਪ ਦੀ ਇਹ ਸਾਧਨ ਕਰਨਾ ਚਾਹੀਦਾ ਹੈ। ਜੇ ਕੋ ਬੁੱਝੈ ਹੋਵੇ ਸਚਿਆਰ, ਜੇ ਕੋਈ ਗੁਰਮੁਖ ਪਿਆਰਾ ਸਤਿਗੁਰਾਂ ਦੁਆਰਾ ਉਸ ਵਾਹਿਗੁਰੂ ਦੇ ਸਰੂਪ ਨੂੰ ਬੁੱਝੇ ਸਮਝ ਲਵੇ, ਤਾਂ ਉਹ ਜਗਿਆਸੂ ਸੱਚ ਦੀ ਪ੍ਰਾਪਤੀ ਦੇ ਚਾਨਣੇ ਵਾਲਾ ਹੋ ਜਾਂਦਾ ਹੈ। ਉਹ ਅਧਿਕਾਰੀ ਨੂੰ ਸੁੱਧ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਧਵਲੇ ਉੱਪਰ ਕੀਤਾ ਪਹਰ, ਜਿਹੜੇ ਗੁਰਮੁਖ ਧਵਲੇ ਕੀ ਉਜਲ ਧਰਮ ਦਾ, ਉਜਲ ਧਰਮ ਭਾਵ ਕੀ ਹੈ, ਨਿਸ਼ਕਾਮ ਧਰਮ ਨੂੰ ਧਾਰਨ ਕਰਦੇ ਨੇ, ਉਹ ਆਪ ਉਜਲ ਹੋ ਜਾਂਦੇ ਨੇ। ਉਹਨਾਂ ਦੇ ਦਸੇ ਇੰਦਰੀ ਵਿਸ਼ਿਆਂ ਤੋਂ ਉਪਰਾਮ ਹੋ ਜਾਂਦੇ ਨੇ, ਵਿਸ਼ਿਆਂ ਤੋਂ ਉੱਪਰ ਹੋ ਜਾਂਦੇ ਨੇ। ਸਭ ਇੰਦਰੀਆਂ ਬਸ ਕਰ ਦਿੱਤੀ ਓ ਸਤਬੰਤਾ ਸਾੜਾ। ਉਹ ਕੀਤਾ ਘਰ, ਕੀਤਾ ਨਾਮ ਹੈ ਘਰ ਦਾ। ਘਰ ਸਰੂਪ ਪਰਮਾਤਮਾ, ਅਧਿਸ਼ਠਾਨ ਰੂਪ ਭਾਰ, ਉਹਨੂੰ ਭਾਲ ਲੈਂਦੇ ਨੇ, ਲੱਭ ਲੈਂਦੇ ਨੇ। ਉਹ ਕਿਸੇ ਪ੍ਰਕਾਰ ਵੀ ਜੰਮਣ ਮਰਨ ਵਿਸ਼ਿਆਂ ਹੰਗਤਾ ਮਮਤਾ ਪਾਪਾਂ ਲੋਕਦੰਡ ਪਿਤਰਦੰਡ ਦੇਵਦੰਡ ਰਾਜਦੰਡ ਇਹਨਾਂ ਦੇ ਭਾਰ ਉਹਨਾਂ ਨੂੰ ਕੀ ਹੋਣਾ, ਉਹ ਸਦਾ ਲਈ ਮੁਕਤ ਹੋ ਜਾਂਦੇ ਨੇ। ਆਪ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤਬਲੇ ਸੁੱਧ ਸਰੂਪ ਦੀ ਪ੍ਰਾਪਤੀ ਕਰਕੇ ਜਾਗਰਤ ਆਦਿ ਤਿੰਨੇ ਅਵਸਥਾ ਤੋਂ ਉੱਪਰ ਹੋ ਗਿਆ। ਉਹ ਕੀਤਾ ਨਿਸ਼ਾਨ ਸਰੂਪ ਬਣ ਗਿਆ। ਨਿਸ਼ਾਨ ਉਹ ਸਾਰਿਆਂ ਦੇ ਘਰ ਬ੍ਰਹਮ ਹੈ ਜਿਹੜਾ ਭਾਰ, ਉਹਨੂੰ ਭਾਲ ਲਿਆ ਉਹਨਾਂ ਨੇ। ਫਿਰ ਪ੍ਰਸ਼ਨ ਕੀਤਾ ਗਰੀਬ ਨਿਵਾਜ, ਉਹ ਗਿਆਨ ਰੂਪ ਭੂਮਿਕਾ ਸਭ ਨੂੰ ਕਿਉਂ ਨਹੀਂ ਮਿਲਦੀ ਹੈ? ਤੇ ਮਹਾਰਾਜ ਨੇ ਉੱਤਰ ਦਿੱਤਾ ਹੈ, ਧਰਤੀ ਹੋਰ ਪਰੈ ਹੋਰ ਹੋਰ। ਤੇ ਗੁਰੂ ਜੀ ਨੇ ਉਚਾਰਿਆ, ਗਿਆਨ ਵਾਲਿਆਂ ਦੀ ਤੁਰੀਆ ਪਦ ਰੂਪ ਜਿਹੜੀ ਧਰਤੀ ਭੂਮਿਕਾ ਹੈ ਨਾ, ਇਹ ਭੇਦਵਾਦੀਆਂ ਨੇ। ਜਿਵੇਂ ਨਿਆਏ ਵਾਲੇ ਨੇ, ਈਸ਼ਵਰ ਨੂੰ ਇੱਕ ਦੇਸੀ ਮੰਨਦੇ ਨੇ, ਉਹਨਾਂ ਤੋਂ ਪਰੇ ਹੈ। ਕਾਲਵਾਦੀ ਵਿਸ਼ੇਸ਼ਕਨ, ਉਹ ਕਰਮਾਂ ਨੂੰ ਮੰਨਣ ਵਾਲੇ ਪੂਰਨਮਾਸ਼ਾ ਵਾਲੇ ਨੇ, ਤੇ ਇਹਨਾਂ ਤੋਂ ਵੀ ਹੋਰ ਪਰੇ ਹੈ। ਤੇ ਸਾਖੀ ਅਨੀਸ਼ਰਵਾਦੀ ਨੇ, ਸਾਂਖੀ ਜਿਹੜੇ ਨੇ, ਪਾਮਰ ਤੇ ਵਿਸ਼ਈਆਂ ਤੋਂ ਵੀ ਹੋਰ ਪਰੇ ਹੈ। ਗਰੀਬ ਨਿਵਾਜ, ਫਿਰ ਆਪ ਕਿਰਪਾ ਕਰਕੇ ਦੱਸੋ, ਗਿਆਨ ਭੂਮਿਕਾ, ਉਹ ਉਸ ਗਿਆਨ ਭੂਮਿਕਾ ਨੂੰ ਕਿਵੇਂ ਪ੍ਰਾਪਤ ਨਹੀਂ, ਕਿਉਂ ਨਹੀਂ ਪ੍ਰਾਪਤ ਹੁੰਦੇ? ਇਹ ਪ੍ਰਸ਼ਨ ਸਿੱਖਾਂ ਵੱਲੋਂ ਜਿਹੜੇ ਉੱਪਰ ਦੱਸੇ ਨੇ ਸਾਧਨ, ਤੇ ਇਹ ਗਿਆਨ ਭੂਮਿਕਾ ਨੂੰ ਕਿਉਂ ਪ੍ਰਾਪਤ ਨਹੀਂ ਹੁੰਦੇ? ਮਹਾਰਾਜ ਨੇ ਉੱਤਰ ਦਿੱਤਾ ਹੈ, ਤਿਸ ਤੇ ਭਾਰ ਤਲੈ ਕਰਣ ਜੋਰ। ਉਹ ਤਿਸ ਤਿੰਨਾਂ ਨਿਸ਼ਕਾਮ ਕਰਮਾਂ ਰੂਪੀ ਭਾਰ ਦੇ ਥੱਲੇ ਬੈਠੇ ਨੇ, ਕਾਮਨਾ ਤੋਂ ਰਹਿਤ ਹੋ ਕੇ ਕਮਾਈ ਨਹੀਂ ਕਰਦੇ। ਉਹਨਾਂ ਵਿੱਚ ਕਵਣ ਕਿਹੜਾ ਜ਼ੋਰ ਬਲ ਭਾਵ ਵਿਵੇਕ ਦਾ ਬਲ ਹੈ, ਜਿਸ ਕਰਕੇ ਗਿਆਨ ਰੂਪੀ ਭੂਮਿਕਾ ਨੂੰ ਪ੍ਰਾਪਤ ਹੋਣ? ਭਾਵ ਕੀ ਹੈ, ਉਹਨਾਂ ਵਿੱਚ ਕੋਈ ਜ਼ੋਰ ਤਾਕਤ ਨਹੀਂ ਹੈ ਵਿਵੇਕ ਦੀ ਬਲ। ਤੇ ਗੁਰਮੁਖਾਂ ਨੇ ਤਿਸ ਭਾਰ ਅਧਿਸ਼ਠਾਨ ਰੂਪੀ ਭਾਰ ਮੰਨ ਲਿਆ। ਉਹ ਗੁਰਮੁਖ ਸਾਰਿਆਂ ਦੇ ਤਲੀਆਂ ਦੇ ਭਾਵ ਚਰਨਾਂ ਦੀ ਧੂੜ ਬਣ ਜਾਂਦੇ ਨੇ, ਉਹ ਗੁਰਮੁਖ ਜਨ। ਤੇ ਕਵਣ ਜ਼ੋਰ, ਸਾਡਾ ਕੀ ਜ਼ੋਰ ਹੈ, ਬਲ ਹੈ, ਇਸ ਤਰ੍ਹਾਂ ਮੰਨਦੇ ਨੇ। ਸਾਰਾ ਕੁਝ ਅਕਾਲ ਪੁਰਖ ਦਾ ਹੀ ਜ਼ੋਰ ਤਾਕਤ ਹੈ। ਜ਼ੋਰ ਗਿਆਨ ਹੈ, ਉਹ ਸਾਡਾ ਕੋਈ ਗਿਆਨ ਨਹੀਂ। ਉਹ ਹੰਗਤਾ ਤੋਂ ਰਹਿਤ ਹੋ ਜਾਂਦੇ। ਉਹਨਾਂ ਨੇ ਕਰਮਾਂ ਤੇ ਹੋਰ ਪਾਪਾਂ ਆਦਿਕ ਦਾ ਭਾਰ ਤਲੇ, ਉਹ ਤੋਂ ਥੱਲੇ ਹੋ ਗਏ ਭਾਵ। ਤੇ ਉਹਨਾਂ ਤੋਂ ਭੇਦਵਾਦੀ ਜਿਹੜੇ ਨੇ, ਤੇ ਇਸ ਕਰਕੇ ਭੇਦਵਾਦੀਆਂ ਦਾ ਜ਼ੋਰ ਨਹੀਂ ਚੱਲਦਾ ਹੈ। ਤੇ ਸਿੱਖ ਮੁਖ ਦੁਆਰਾ ਕਿਹਾ, ਮਹਾਰਾਜ ਅਕਾਲ ਪੁਰਖ ਤਾਂ ਇੱਕ ਅਦਵੈਤ ਸਰੂਪ ਹੈ। ਫਿਰ ਜੀ ਵੱਖਰੇ ਵੱਖਰੇ ਕੀ ਹੋ ਗਏ ਦੱਸਦੇ ਹਨ, ਜੀ ਜਾਤ ਰੰਗਾ ਕੇ ਨਾਮ। ਇਹ ਸਿੱਖੋ, ਬ੍ਰਹਮ ਤਾਂ ਇੱਕੋ ਹੀ ਹੈ। ਜੀ ਜਾਤ, ਜਾਤਾਂ ਭਾਵ ਜੀਵਾਂ ਦੀਆਂ ਜਾਤ ਉਤਪਤੀ ਦਾ ਨਾਮ ਹੈ। ਇਹ ਰੰਗ, ਜਾਤਾਂ, ਨਾਮ ਤੇ ਗੁਣ ਇਹ ਵੱਖਰੇ ਵੱਖਰੇ ਨੇ। ਕੋਈ ਜੀਵ ਰਜੋ ਗੁਣੀ ਹੈ, ਕੋਈ ਜੀਵ ਸਤੋ ਗੁਣੀ ਹੈ, ਕੋਈ ਤਮੋ ਗੁਣੀ ਹੈ।
ਜਿਹੜੇ ਜੀ ਰਜੋਗੁਣੀ ਨੇ ਉਹ ਲੋਭੀ ਹੁੰਦੇ ਨੇ, ਹਿੰਮਤ ਉਹਨਾਂ 'ਚ ਬਹੁਤ ਹੁੰਦੀ ਹੈ, ਪਦਾਰਥ ਇਕੱਠਾ ਕਰਦੇ ਨੇ। ਜਿਹੜੇ ਸਤੋਗੁਣੀ ਹੁੰਦੇ ਨੇ ਉਹਨਾਂ ਦੇ ਅੰਦਰ ਵਡਿਆਈ ਦੀ ਇੱਛਾ ਹੁੰਦੀ ਹੈ, ਉਹ ਨਰਮਤਾਈ ਦੇ ਵਿੱਚ ਰਹਿੰਦੇ ਨੇ, ਨਿਮਰਤਾ ਵਿੱਚ ਰਹਿੰਦੇ, ਰਿੱਧੀਆਂ ਸਿੱਧੀਆਂ ਚਾਹੁੰਦੇ ਨੇ। ਜਿਹੜੇ ਤਮੋਗੁਣੀ ਨੇ ਭੁੱਖੇ ਰਹਿੰਦੇ ਨੇ, ਜਲ ਧਾਰੇ ਕਰਦੇ ਨੇ, ਧੂਣੀਆਂ ਤਾਪਦੇ ਨੇ, ਵਰਤ ਰੱਖਦੇ ਨੇ, ਵਡਿਆਈ ਚਾਹੁੰਦੇ ਨੇ, ਪਰ ਕ੍ਰੋਧੀ ਹੋਣ ਕਰਕੇ ਕਿਸੇ ਨੂੰ ਵਰ ਕਿਸੇ ਨੂੰ ਸ਼ਰਾਬ। ਤਮੋਗੁਣੀ ਦੇ ਵਿੱਚ ਕਾਮ ਕ੍ਰੋਧ ਵੱਧ ਜਾਂਦਾ, ਬਹੁਲਤਾ ਹੋ ਜਾਂਦੀ ਹੈ। ਇਸ ਕਰਕੇ ਜਿਹੜੇ 3 ਪ੍ਰਕਾਰ ਦੇ ਜੀਵਨ ਸੁਭਾਅ ਕਰਕੇ ਕੋਈ ਉੱਤਮ, ਕੋਈ ਮੱਧਮ ਤੇ ਕੋਈ ਕਨਿਸ਼ਟ ਹੈ ਅਤੇ ਕੋਈ ਅਧਮ ਹੈ। ਇਹ ਰੰਗਾਂ ਭਾਵ ਗੁਣਾਂ ਦੇ ਕੀਏ ਕਰਕੇ ਨਾਮ ਨਾਮਾ ਕਰਕੇ ਪਏ ਹੋਏ ਨੇ। ਤਮੋਗੁਣੀ ਜਿਹੜੇ ਨੇ ਉਹਨੂੰ ਕ੍ਰੋਧੀ ਕਿਹਾ ਜਾਂਦਾ ਹੈ, ਜਿਹੜੇ ਰਜੋਗੁਣੀ ਨੇ ਉਹਨਾਂ ਨੂੰ ਚੰਚਲ ਕਿਹਾ ਜਾਂਦਾ ਹੈ, ਜਿਹੜੇ ਸਤੋਗੁਣੀ ਨੂੰ ਸਤਵਾਦੀ ਕਿਹਾ ਜਾਂਦਾ ਹੈ। ਪਰਮਾਤਮਾ ਦੀ ਜੋਤ ਸਭਨਾਂ ਦੇ ਵਿੱਚ ਇੱਕ ਹੈ, ਪਰ ਅੰਤਸ਼ਕਰਨਾਂ ਦੇ ਸੁਭਾਅ ਵੱਖਰੇ ਵੱਖਰੇ ਹੋਣ ਕਰਕੇ ਵੱਖਰੇ ਨੇ। ਫਿਰ ਪ੍ਰਸ਼ਨ ਕੀਤਾ ਕਰੀਏ ਨਿਵਾਸ ਸਤਿਗੁਰੂ ਜੀ ਆਪ ਕਥਨ ਕਰੋ, ਤੇ ਜੋ ਆਪ ਜੀ ਨੇ ਕਥਨ ਕੀਤਾ ਹੈ ਤੇ ਇਸ ਦੇ ਵਿੱਚ ਕੋਈ ਹੋਰ ਪ੍ਰਕਾਰ ਵੀ ਕਿਹਾ ਉਹ ਵੀ ਆਪ ਕਿਰਪਾ ਕਰਕੇ ਦੱਸੋ। ਸਭਨਾ ਲਿਖਿਆ ਬੁੜੀ ਕਲਾਮ। ਤੇ ਸਭਨਾ ਸਾਰਿਆਂ ਤਤ ਵੇਤਿਆਂ ਨੇ ਭਾਈ ਸ਼ਾਸਤਰਾਂ 'ਚ ਇਹੀ ਲਿਖਣਾ ਕੀਤਾ। ਤੇ ਪ੍ਰਸ਼ਨ ਕੀ ਸਾਰਿਆਂ ਵਿੱਚ ਕੀ ਕਿਹਾ, ਕਿਸੇ ਦਾ ਪ੍ਰਮਾਣ ਦਿਓ। ਤਾਂ ਉੱਤਰ ਜੀ ਮਾਰ ਕਹਿੰਦੇ ਸੁਣ, ਬੂੜੀ ਵੱਡੀ ਜੋ ਕਲਾਮ ਵੇਦ ਬਾਣੀ ਹੈ ਮੰਨੀ ਗਈ ਹੈ, ਉਹਦੇ 'ਚ ਏਕਮੇਵਾ ਦੁਤੀ ਬ੍ਰਹਮ ਪਰਮਾਤਮਾ ਨੂੰ ਕਥਨ ਕੀਤਾ ਹੈ। ਭਾਵ ਸਭਨਾ ਸਾਰੇ ਭਗਤਾਂ ਦੇ ਹਿਰਦਿਆਂ ਵਿੱਚ ਲਿਖਿਆ ਹੈ। 3 ਗੁਣਾਂ ਕਰਕੇ ਜੀਵ ਅਤੇ ਜਾਤ ਪ੍ਰਤੀਤੀ ਹੈ। ਸਭ ਤੋਂ ਬੜੀ ਵੱਡੀ ਕਲਾਮ ਜੋ ਗੁਰਬਾਣੀ ਹੈ ਭਾਈ, ਇਹ ਬਾਣੀਆਂ ਸਿਰ ਬਾਣੀ ਹੈ, ਇਹ ਤੁਰੰਤ ਬਾਣੀ ਆਈ ਹੈ, ਇਹਦੇ ਦੁਆਰਾ ਪ੍ਰਾਪਤ ਕਰੋ। ਇਹੋ ਲੇਖਾ ਲਿਖ ਜਾਣ ਕੋਏ। ਇਹ ਮਹਾਰਾਜ ਸਾਹਿਬ ਕਹਿੰਦੇ ਸਿੱਖੋ, ਜਿਹੜਾ ਬ੍ਰਹਮ ਵਿਦਿਆ ਦਾ ਲੇਖਾ ਹਿਸਾਬ ਕਿਤਾਬ ਹੈ, ਇਸ ਨੂੰ ਅੰਤਸ਼ਕਰਨ ਦੇ ਕਾਗਜ਼ ਬਣਾ ਕੇ ਪ੍ਰੇਮ ਰੂਪੀ ਕਲਮ ਦੇ ਨਾਲ ਕੋਈ ਗੁਰਮੁਖ ਲਿਖ ਕੇ ਜਾਣਨਾ ਕਰੇ। ਲੇਖਾ ਲਿਖਿਆ ਕੀਤਾ ਹੋਏ। ਜਿਨ੍ਹਾਂ ਗੁਰਮੁਖਾਂ ਨੇ ਬ੍ਰਹਮ ਵਿਦਿਆ ਦੀ ਵਿਚਾਰ, ਬ੍ਰਹਮ ਗਿਆਨ ਦੇ ਵਿਚਾਰ ਰੂਪੀ ਲੇਖ ਨੂੰ ਪ੍ਰੇਮ ਰੂਪੀ ਕਲਮ ਨਾਲ ਹਿਰਦੇ ਰੂਪੀ ਕਾਗਜ਼ ਤੇ ਲਿਖਿਆ, ਉਹ ਸੰਸਾਰ ਵਿੱਚ ਕੀਤਾ ਨਿਸ਼ਾਨ ਰੂਪ ਹੋ ਗਏ। ਜਿਵੇਂ ਰੋਸ਼ਨ ਮਨਾਰੇ ਬੰਦਰਗਾਹਾਂ ਦੇ ਉੱਪਰ ਸਮੁੰਦਰਾਂ ਦੇ ਵਿੱਚ ਜਹਾਜ਼ਾਂ ਨੂੰ ਰਾਹ ਦੱਸਣ ਵਾਸਤੇ ਹੁੰਦੇ ਨੇ, ਇਉਂ ਗੁਰਮੁਖ ਜਨ ਸੰਸਾਰ ਵਿੱਚ ਪਰਮੇਸ਼ਰ ਦਾ ਰਾਹ ਦੱਸਣ ਲਈ ਰੋਸ਼ਨ ਮਨਾਰੇ ਬਣ ਜਾਂਦੇ ਨੇ। ਜੀਵਨ ਰੂਪ ਜਹਾਜ਼ ਸਮੁੰਦਰ ਦੇ ਵਿੱਚ ਉਹ ਤਤ ਵੇਤਿਆਂ ਦਾ ਜੀਵਨ ਰੋਸ਼ਨ ਮਨਾਰੇ ਸੇਧ ਲੈ ਕੇ ਪਾਰ ਮੁਕਤੀ ਦੇ ਕਿਨਾਰੇ ਲੱਗ ਜਾਂਦੇ ਨੇ। ਕੇਤਾ ਘਰ ਬ੍ਰਹਮ ਦਾ ਭਾਵ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਜਿਹੜਾ ਬ੍ਰਹਮ ਵਿਦਿਆ ਰੂਪੀ ਲੇਖਾ ਲਿਖਿਆ, ਉਹ ਕੇਤਾ ਨਿਸ਼ਾਨ ਭਾਵ ਕੀ ਹੈ, ਆਪਣੇ ਚੇਤਨ ਸਰੂਪ ਨੂੰ ਪਾ ਕੇ ਬ੍ਰਹਮ ਰੂਪ ਹੋ ਜਾਂਦੇ। ਉਹ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਇਹ ਪ੍ਰਾਪਤੀ ਹੋ ਜਾਂਦੀ ਆ, ਉਹਨਾਂ ਨੂੰ ਇਸ ਅਵਸਥਾ ਚਲੇ ਜਾਂਦੇ ਨੇ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੈ। ਕਬੀਰ ਤੂੰ ਕਰਤਾ ਤੂੰ ਹੁਆ ਮੁਝ ਵੇ ਰਹਾ ਨਾ ਹੋ। ਹੋਰ ਸੰਸਾਰ ਜਿਹੜੇ ਉਹਨਾਂ ਦੇ ਆਸਰੇ ਬਰੋਸ ਆਉਂਦਾ ਹੈ, ਉਹ ਸੰਸਾਰ ਉਹਨਾਂ 'ਤੇ ਲਾਭ ਉਠਾਉਂਦਾ ਹੈ। ਫਿਰ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੋ, ਉਹਨਾਂ ਦੇ ਅੰਦਰ ਕਿੰਨਾ ਕੁ ਬਲ ਹੈ। ਫਿਰ ਅੱਗੇ ਦੱਸਦੇ ਨੇ ਮਹਾਰਾਜ, ਕੇਤਾ ਤਾਣ ਸਵਾਲਿਓ ਰੂਪ। ਹੇ ਗੁਰਸਿੱਖੋ, ਬ੍ਰਹਮ ਬੇਤੇ ਉਸ ਪਰਮਾਤਮਾ ਦਾ ਸਰੂਪ ਹੋ ਜਾਂਦੇ ਨੇ। ਉਹਨਾਂ ਦਾ ਕੀਤਾ ਕਿੰਨਾ ਕੁ ਤਾਣ ਬਲ ਵਿਵੇਕ ਦਾ ਦਸੀਏ, ਕਿਹਾ ਨਹੀਂ ਜਾ ਸਕਦਾ। ਜਿਹੜੀ ਉਹਨਾਂ ਦੇ ਅੰਦਰ ਸਵਾਲਿਓ ਸੁੰਦਰ ਸਤ ਚੇਤਨ ਆਨੰਦ ਰੂਪ ਸਰੂਪ ਦੀ ਪ੍ਰਾਪਤੀ ਹੋਈ ਹੈ, ਤੇ ਉਹਦੀ ਸਿਫਤ ਕਿੰਨੀ ਕੁ ਕਰੀਏ, ਕੀ ਕਰੀਏ, ਕਿੰਨਾ ਕੁ ਸਵਾਲਿਓ ਸਵਾਰ ਕੇ ਅਸੀਂ ਕਥਨ ਕਰੀਏ, ਕਿੰਨੀ ਕੁ ਉਹਨਾਂ ਦੀ ਸ਼ੋਭਾ ਕਥਨ ਕਰੀਏ। ਭਾਵ ਕੀ ਹੈ, ਕਥਨ ਨਹੀਂ ਕੀਤੀ ਜਾ ਸਕਦੀ ਹੈ। ਕੀਤੀ ਦਾਤ ਜਾਣੈ ਕੌਣ ਕੂਤ। ਬ੍ਰਹਮ ਗਿਆਨੀ ਦੀ ਕੀਤੀ ਕਿੰਨੀ ਬ੍ਰਹਮ ਵਿਦਿਆ ਦੀ ਦਾਤ ਆਪਣੇ ਅਧਿਕਾਰੀਆਂ ਨੂੰ ਦੇ ਕੇ ਉਹਨਾਂ ਨੇ ਨਿਵਾਜ ਦਿੱਤਾ ਹੈ। ਇਸ ਦਾਤ ਨੂੰ ਕੌਣ ਕਿਹੜਾ ਕੂਤ ਹਿਸਾਬੀ ਹੈ, ਜਿਹੜਾ ਕੂਤ ਕੁਬਤ ਬਲ ਵਾਲਾ ਤਾਕਤ ਵਾਲਾ ਹੈ, ਜਿਹੜਾ ਜਾਣ ਕੇ ਸਕੇ। ਭਾਵ ਕਹੀ ਨਹੀਂ ਜਾ ਸਕਦੀ ਹੈ। ਫਿਰ ਪ੍ਰਸ਼ਨ ਕੀਤਾ ਸਿੱਖਾਂ ਨੇ, ਸਤਿਗੁਰੂ ਉਹਨਾਂ ਬ੍ਰਹਮ ਵੇਤਿਆਂ ਦੀ ਕਿਹੜੀ ਜੁਗਤੀ ਅਪਣਾਈ ਹੋਈ ਆ, ਉਹਨਾਂ ਨੇ ਉਹ ਦੱਸਦੇ ਨੇ। ਕੀਤਾ ਪਸਾਉ ਏਕੋ ਕਵਾਉ। ਹੁਣ ਉੱਤਰ ਦਿੱਤਾ ਮਹਾਰਾਜ ਨੇ, ਉਹਨਾਂ ਨੇ ਜੁਗਤੀ ਦਾ ਪਸਾਰਾ ਇੱਕ ਕਵਾਓ, ਬਾਕ ਦਾ ਹੀ ਕੀਤਾ ਹੈ। ਉਹ ਬਾਕ ਓੰਕਾਰ, ਇੱਕ ਓੰਕਾਰ ਭਗਤੀ, ਉਹਦੀ ਇੱਕ ਓੰਕਾਰ ਦੀ ਭਗਤੀ ਕਮਾਈ ਕਰਕੇ ਸਾਰੀਆਂ ਜੁਗਤੀਆਂ ਦਾ ਪਸਾਰਾ ਕੀਤਾ ਹੈ। ਇੱਕ ਓੰਕਾਰ ਦਾ ਜਾਪ ਕੀਤਾ, ਜੈਸਾ ਓੰਕਾਰ ਆਦਿ ਮੈਂ ਜਾਨਾ, ਲਿਖਰ ਮੇਟੇ ਤਾਹੇ ਨ ਮਾਨਾ। ਓੰਕਾਰ ਆਦ ਕਥਨੀ ਅਨਾਦ ਸ੍ਰੀ ਦਸਮ। ਇੱਕ ਓੰਕਾਰ ਅਕਾਲ ਪੁਰਖ ਦਾ ਨਾਮ,
ਮੂਲ ਮੰਤਰ ਵਾਹਿਗੁਰੂ ਗੁਰੂ ਮੰਤਰ, ਇਹਦਾ ਜਾਪ ਕਰਕੇ ਸਾਧਨਾ ਦਾ ਪਸਾਰਾ ਕੀਤਾ ਹੈ। ਕੀਤੇ ਹੋਏ ਲਖ ਦਰਿਆਓ, ਗੁਰਮੁਖ ਜਨ ਤਿਸ ਉਸ ਓੰਕਾਰ ਦੀ ਉਪਾਸਨਾ ਕਰਕੇ ਪਰਮਾਤਮਾ ਤੇ ਕੀ ਦੇ ਲਖ ਸਰੂਪ ਨੂੰ ਪਾ ਕੇ ਦਰਿਆਓ ਦਰਬੀਭੂਤ ਹੋਏ, ਦਰਿਆ ਵਾਂਗੂ ਢਲੇ ਨੇ, ਨਿਰਮਲ ਰਹਿੰਦੇ ਨੇ। ਤੇ ਭਾਵ ਤਰਸ ਕਰਕੇ ਪਰਮੇਸ਼ਰ ਦੇ ਨਾਮ ਦੀ ਲਗਨ ਹੋਰਨਾਂ ਨੂੰ ਲਗਾਉਂਦੇ ਨੇ, ਉਹਨਾਂ ਤੇ ਤਰਸ ਕਰਕੇ। ਲੱਖਾਂ ਦਰਿਆਓ ਦਰਿਆ ਰੂਪ ਉਸ ਵਾਹਿਗੁਰੂ ਨੇ ਪੈਦਾ ਕੀਤੇ। ਬ੍ਰਹਮ ਗਿਆਨੀ ਉਲਟ ਕੇ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ। ਜਿਸ ਪ੍ਰਕਾਰ ਕਿ ਦਰਿਆ ਦੇ ਪਾਣੀ ਵਿੱਚ ਲਹਿਰਾਂ ਉੱਠਦੀਆਂ ਨੇ, ਉਹ ਪਾਣੀ ਦੇ ਵਿੱਚ ਹੀ ਮਿਲ ਜਾਂਦੇ ਨੇ। ਬ੍ਰਹਮ ਗਿਆਨ ਵੀ ਉਹਦੇ ਸਰੂਪ ਦੇ ਵਿੱਚ ਇਉਂ ਮਿਲ ਜਾਂਦਾ ਹੈ। ਪ੍ਰਸ਼ਨ ਬ੍ਰਹਮ ਗਿਆਨੀ ਦੀ ਸ਼ਕਤੀ ਦਾ ਕੁਝ ਵਰਣਨ ਕਰੋ, ਦੱਸਦੇ ਨੇ। ਕੁਦਰਤ ਕਵਣ ਕਹਾਏ ਚਾਰ, ਸ਼ਬਦ ਦੀ ਸਮਾਪਤੀ ਦੀਆਂ ਪੰਕਤੀਆਂ ਹਨ। ਗੁਰਸਿੱਖੋ, ਬ੍ਰਹਮ ਬੇਤਿਆਂ ਦੇ ਅੰਦਰ ਕੁਦਰਤ ਸ਼ਕਤੀ ਕਿੰਨੀ ਕੁ ਹੈ, ਉਸ ਦੀ ਕਵਣ ਕਿਹੜੀ ਵਿਚਾਰ ਦਸੀਏ, ਉਸ ਦੀ ਤਾਂ ਵਿਆਖਿਆ ਨਹੀਂ ਹੋ ਸਕਦੀ, ਉਹ ਅਕਥਨੀ ਹੋ ਜਾਂਦਾ ਹੈ। ਵਾਰ ਨ ਜਾਵਾ ਏਕ ਵਾਰ, ਉਹਨਾਂ ਬ੍ਰਹਮ ਗਿਆਨੀਆਂ ਦਾ ਇੱਕ ਕੀ ਇੱਕ ਵਾਰ ਕੀ ਇਹ ਰੋਮ ਵੀ ਵਾਰਿਆ ਵਰਣਨ ਕਥਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੱਕ ਵਾਰ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ ਜਿਹੜਾ ਜੀਵ, ਉਹ ਬਾਰ-ਬਾਰ ਜੂਨਾਂ ਵਿੱਚ ਨਹੀਂ ਜਾਂਦਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੁਣ ਕਹਿੰਦੇ ਨੇ ਅਧਿਕਾਰੀ ਗੁਰਸਿੱਖੋ, ਜਿਹੜੀ ਕਾਰ ਕਿਰਤ ਕਮਾਈ ਤੁਹਾਨੂੰ ਚੰਗੀ ਲੱਗਦੀ ਹੈ ਉਹ ਕਰੋ। ਭਾਵ ਜੇਕਰ ਤੁਹਾਡਾ ਮਨ ਪਾਪਾਂ ਦੇ ਵਿੱਚ ਹੈ, ਵਿਕਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਹੈ, ਤਾਂ ਨਿਸ਼ਕਾਮ ਕਰਮ ਕਰੋ। ਸੇਵਾ ਕਰਤ ਹੋਏ ਨਿਕਾਮੀ, ਫਿਰ ਕਾਮਨਾ ਨਾ ਰੱਖੋ, ਸੇਵਾ ਕਰੋ, ਕਿਉਂਕਿ ਇਹ ਜੇ ਮਨ ਮੈਲਾ ਹੈ, ਇਹਦੀ ਮੈਲ ਨਿਸ਼ਕਾਮ ਸੇਵਾ ਦੇ ਨਾਲ ਲਹੂਗੀ। ਜੇ ਮਨ ਚੰਚਲਤਾਈ ਦੇ ਵਿੱਚ ਹੈ, ਕਹਿੰਦੇ ਗੁਰਸਿੱਖੋ, ਫਿਰ ਉਪਾਸਨਾ ਕਰੋ, ਜਾਣੀ ਭਗਤੀ ਕਰੋ। ਜੇ ਭਗਤੀ ਕਰਕੇ ਮਨ ਇੱਕ ਸਰੂਪ ਹੋ ਗਿਆ, ਫਿਰ ਤਤ ਤੂੰ ਪਦ ਦਾ ਸੰਸ਼ੋਧਨ ਕਰੋ। ਜੀਵੀ ਈਸ਼ ਦੀ ਏਕਤਾ ਅਭਿਆਸ ਜਿਹੜਾ ਬ੍ਰਹਮ ਗਿਆਨ ਦੇ ਵਿੱਚ ਆਨੰਦ ਮਾਣੋ, ਉਹਦੇ 'ਚ ਸਥਿਤ ਹੋਵੋ। ਤੁਸੀਂ ਆਪਣੀ ਅਵਸਥਾ ਦੁਆਰਾ ਆਪ ਅਧਿਕਾਰ ਦੇਖੋ, ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਆਪਣੀ ਵਸਤ ਤੂੰ ਆਪ ਪਛਾਣ, ਜੋ ਤੁਹਾਨੂੰ ਪਾਉਂਦੀ ਹੈ, ਚੰਗੀ ਲੱਗਦੀ ਹੈ, ਉਸੇ ਢੰਗ ਨਾਲ ਕਰੋ। ਤੂੰ ਸਦਾ ਸਲਾਮਤ ਨਿਰੰਕਾਰ। ਤੇ ਹੁਣ ਅਖੀਰਲੀ ਤੁਕ ਹੈ। ਤੂੰ ਤੋਏ ਪਦ ਦਾ ਲੱਖ ਅਰਥ ਕੀ ਹੈ? ਜੀਵ। ਇਹ ਜੀਵ ਦਾ ਲਖਾਇਕ ਹੈ ਜੋ ਤੂੰ ਪਦ ਹੈ। ਸਲਾਮਤ ਤਤ ਪਦ ਦਾ ਲੱਖ ਅਰਥ ਕੀ ਹੈ? ਈਸ਼ਵਰ। ਇਹ ਈਸ਼ਵਰ ਦਾ ਨਾਮ ਹੈ। ਨਿਰੰਕਾਰ ਸੁੱਧ ਸਰੂਪ ਬ੍ਰਹਮ ਦਾ ਅਸੀ ਨਾਮ ਹੈ। ਤਤਵ ਅਸੀ ਤਤਪਦ ਈਸ਼ ਜੀਵ ਤੁਮ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੇ ਭੇਦੈ ਏਕੈ ਵੇਦ ਬਤਾਵੈ। ਸ਼ਾਮ ਦੇਵੀ ਸੁਰਤੀ ਹੈ। ਉਹ ਜੀਵ ਅਤੇ ਸਲਾਮਤ ਈਸ਼ਵਰ ਦੋਵੇਂ ਨਿਰੰਕਾਰ ਸੁੱਧ ਸਰੂਪ ਹਨ। ਤੁਸੀਂ ਬਾਅਦ ਅਰਥ ਦਾ ਤਿਆਗ ਕਰਕੇ ਜੀਵ ਦੇ ਖੱਟ ਵਿਕਾਰ ਤਿਆਗ ਦਿਓ ਤੇ ਈਸ਼ਵਰ ਦੀ ਸਰਬਗਤਾ ਛੇ ਗੁਣ ਤਿਆਗ ਦਿਓ। ਭਾਗ ਤਿਆਗ ਲਕਸ਼ਣਾਂ ਦੁਆਰਾ ਜਿਵੇਂ ਇੱਕ ਨਿਰੰਕਾਰ ਨਿਰਜਮ ਆਕਾਰ ਸੁੱਧ ਸਰੂਪ ਬ੍ਰਹਮ ਦਾ ਰੂਪ ਹੀ ਹੈ। ਇਹ ਮਹਾਵਾਕ ਦਾ ਉਚਾਰਨ ਹੈ। ਇਹ ਜਿਹੜਾ ਤਤ ਤੁਮ ਪਦ ਦਾ ਸੰਸ਼ੋਧਨ ਹੈ ਨਾ, ਇਹ ਸੋਏ ਤਤ ਤੁਮ ਪਦ ਦਾ ਸੰਸ਼ੋਧਨ, ਇਹਨੂੰ ਜਿਹੜਾ ਨਖੇਰ ਕੇ ਸਰੂਪ ਵੱਖਰੇ ਵੱਖਰੇ ਦੱਸ ਦੇਣੇ। ਤੋ ਇਸ ਕਰਕੇ ਗਿਆਨ ਦੇ ਪਿੱਛੇ ਜਿਹੜੇ ਸਾਧਨ ਕਹੇ ਸੀ, ਸਰਵਣ ਦੀਆਂ 4 ਪੌੜੀਆਂ, ਤੇ ਉਹਦੇ ਵਿੱਚ ਫਿਰ ਮੰਨਣ ਦੀਆਂ 4 ਪੌੜੀਆਂ। ਸਰਵਣ ਦੀਆਂ 4 ਪੌੜੀਆਂ 'ਚ ਇਹੀ ਸਾਧਨ ਉਹਦੀ ਵਿਆਖਿਆ ਕੀਤੀ, 4 ਵਜੇ ਮੰਨਣ ਦੀ ਵਿਆਖਿਆ ਕੀਤੀ। ਤੇ ਫਿਰ 5 ਪ੍ਰਵਾਨ ਦੇ 'ਚ ਨਿਧਿਆਸਨ ਦਾ ਸਰੂਪ, ਨਿਧਿਆਸਨ ਦਾ ਵਿਸ਼ਾ, ਨਿਧਿਆਸਨ ਦਾ ਫਲ, ਤੇ ਹੁਣ ਤਤ ਤੁਮ ਪਦ ਦਾ ਸੰਸ਼ੋਧਨ ਕੀਤਾ ਹੈ। ਸਰਵਣ ਮੰਨਣ ਨਿਧਿਆਸਨ ਤਤ ਤੁਮ ਪਦ ਦਾ ਸੰਸ਼ੋਧਨ ਕਰਕੇ ਇੱਥੇ ਪੌੜੀ ਸਮਾਪਤ ਕੀਤੀ ਹੈ। ਇਹ ਜਿਹੜੀ 16ਵੀਂ ਪੌੜੀ ਹੈ, ਇਹਦਾ ਸਾਰਾਂਸ਼ ਕੀ ਹੈ? ਇਸ ਪੌੜੀ ਸਤਿਗੁਰੂ ਨੇ ਨਿਧਿਆਸਨ ਦਾ ਵਿਸ਼ਾ, ਨਿਧਿਆਸਨ ਸਾਧਨ, ਨਿਧਿਆਸਨ ਦਾ ਫਲ, ਨਿਧਿਆਸਨ ਦਾ ਸਰੂਪ, ਇੱਕ ਤਾਂ ਇਹ ਕਥਨ ਕੀਤਾ ਹੈ। 7 ਪ੍ਰਸ਼ਨਾਂ ਦੇ ਉੱਤਰ ਇਸ ਪੌੜੀ ਦੇ ਵਿੱਚ ਦਿੱਤੇ ਨੇ। ਜੋਗ ਮਾਰਗ ਤੇ ਖੱਟ ਪ੍ਰਮਾਣਾਂ ਦਾ ਕਥਨ ਕੀਤਾ ਹੈ। ਕਰਤਾ ਪੁਰਖ ਦੇ ਕਰਤੱਵਾਂ ਦਾ ਅੰਤ ਨਹੀਂ ਆਉਂਦਾ, ਇਹ ਕਥਨ ਕੀਤਾ ਹੈ। ਧਰਤੀ ਹੋਰ ਪਰੇ ਤੇ ਹੋਰ ਹੋਰ, ਇਹਦੇ ਵਿੱਚ ਮਹਾਰਾਜ ਨੇ ਕਿਹਾ ਉਹ ਜਿਹੜਾ ਤੁਸੀਂ ਬਲਦ ਮੰਨਿਆ ਦੇ ਧਰਤੀ ਨੂੰ ਚੁੱਕੀ ਬੈਠਾ, ਉਹ ਗਾਂ ਦਾ ਬੱਚਾ ਨਹੀਂ, ਬਲਕਿ ਉਹ ਹੱਡ ਚੰਮ ਦਾ ਇਹਦਾ ਨਹੀਂ ਬਣਿਆ ਹੋਇਆ, ਉਹ ਪਰਮੇਸ਼ਰ ਦਾ ਬਣਾਇਆ ਹੋਇਆ ਧਰਮ ਰੂਪੀ ਬੈਲ ਹੈ, ਜਿਹੜਾ ਦਇਆ ਦਾ ਪੁੱਤਰ ਹੈ, ਸੰਤੋਖ ਰੂਪੀ ਚਾਰਾ ਚਰਦਾ। ਉਹ ਦੁਆਰਾ ਧਰਤੀ ਸਭ ਸ੍ਰਿਸ਼ਟੀ ਦੀ ਮਰਿਆਦਾ ਟਿਕੀ ਹੋਈ ਹੈ। ਤੇ ਰੰਗਾਂ ਰੰਗਾਂ ਦੇ ਜੀਵ ਜਾਤਾਂ ਦੇ, ਉਹਨਾਂ ਦੇ ਵੱਖਰੇ ਵੱਖਰੇ ਨਾਮ, ਸਾਰਿਆਂ ਦੇ ਮੱਥੇ ਤੇ ਅਗੰਮੀ ਕਲਮ ਪ੍ਰਾਰਬਧ ਰੂਪੀ ਲੇਖ ਲਿਖਿਆ ਹੈ। ਜਿਹੋ ਜੀ ਪ੍ਰਾਰਬਧ ਬਣੀਆਂ ਉਹਦੇ ਅਨੁਸਾਰ ਦੁੱਖ ਸੁੱਖ ਮਿਲਦੇ ਨੇ। ਪਰਮੇਸ਼ਰ ਦੀਆਂ ਬੇਅੰਤ ਦਿੱਤੀਆਂ ਦਾਤਾਂ, ਰੋਜੀ ਆਦਿ ਕੋਈ ਹਿਸਾਬ ਕਿਤਾਬ ਇਹਦਾ ਕਰ ਨਹੀਂ ਸਕਦਾ। ਮਾਇਆ ਰੂਪ ਪੋਸ਼ਾਕ ਪਹਿਨ ਕੇ
ਭਾਵ ਮਾਇਆ ਸਬਲ ਹੋ ਕੇ ਇੱਕੋ ਹੀ ਸ਼ਬਦ ਪਾਪ ਫੁਰਨੇ ਦੁਆਰਾ ਸੰਸਾਰ ਰਚ ਦਿੱਤਾ ਹੈ। ਲੱਖਾਂ ਨਦੀਆਂ, ਦਰਿਆ, ਸਮੁੰਦਰ, ਖੰਡ ਬ੍ਰਹਮੰਡ ਪੈਦਾ ਕਰ ਦਿੱਤੇ ਨੇ। ਕਿਸੇ ਵਿੱਚ ਵੀ ਕੋਈ ਸ਼ਕਤੀ ਨਹੀਂ ਕਿ ਪ੍ਰਮਾਤਮਾ ਦੇ ਸਾਰੇ ਗੁਣਾਂ ਦਾ ਵਿਚਾਰ ਕਰ ਸਕੇ। ਉਸ ਦੇ ਇੱਕ ਰੋਮ ਦਾ ਵੀ, ਵਾਹਿਗੁਰੂ ਦੇ ਇੱਕ ਰੋਮ ਦਾ ਵੀ ਕਥਨ ਨਹੀਂ ਕੀਤਾ ਜਾ ਸਕਦਾ। ਇਸ ਪ੍ਰਕਾਰ ਇਹ ਕਹਿਣਾ ਬਣਦਾ ਹੈ ਕਿ ਹੇ ਸਰਵ ਸ਼ਕਤੀਮਾਨ ਵਾਹਿਗੁਰੂ, ਜੋ ਤੈਨੂੰ ਭਾਉਂਦਾ ਹੈ ਤੇ ਉਹੀ ਚੰਗੀ ਸ੍ਰੇਸ਼ਟ ਕਾਰ ਹੈ। ਹੇ ਵਾਹਿਗੁਰੂ, ਤੂੰ ਸਦਾ ਸਲਾਮਤ ਕੀ ਇਸਤਤ ਰੂਪ ਹੈ ਤੇ ਸਦਾ ਰਹਿਣ ਵਾਲਾ ਹੈ। ਜੋ ਤੁਧ ਭਾਵੈ ਸੋ ਭਲਾ, ਸੱਚ ਤੇਰਾ ਭਾਣਾ। ਇਹਦੇ ਇਸ ਪੌੜੀ ਦੇ ਵਿੱਚ 254 ਅੱਖਰ ਵਰਤ ਕੇ ਮਹਾਰਾਜ ਸਾਹਿਬ ਨੇ ਇਹ ਬ੍ਰਹਮ ਗਿਆਨ ਜਿਹੜਾ ਹੈ ਕਥਨ ਕੀਤਾ ਹੈ। ਇੱਥੇ ਸਮਾਪਤੀ ਹੈ ਜੀ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਕਰੇ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।